लो स्टार्ट करते हैं ਆਪਾਂ ਅੱਜ ਦਾ ਟੌਪਿਕ। ਠੀਕ ਆ, ਅਸੀਂ ਜਿਹੜਾ ਸਭ ਤੋਂ ਪਹਿਲਾ ਚੈਪਟਰ ਪੜਿਆ ਸੀਗਾ ਉਹ ਸੀ ਸਾਡਾ ਨੈਸ਼ਨਲ ਇਨਕਮ। ਠੀਕ ਆ, ਤਾਂ ਤੁਸੀਂ ਇਹਦੀ ਮਤਲਬ ਫਿਲਹਾਲ ਤਾਂ ਜਿਹੜੀ ਇਹਦੀ PDF ਆ, ਠੀਕ ਆ, ਤੁਹਾਡੇ ਵਾਸਤੇ ਜਿਹੜਾ ਮੈਂ YouTube ਦਾ ਦੱਸਿਆ ਸੀਗਾ ਉਹਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜੂਗੀ। ਠੀਕ ਆ, ਤਾਂ ਇਹ ਤੇ ਇਹਦੇ ਨਾਲ ਰਿਲੇਟਡ MCQs ਦੋਵਾਂ ਦੀ PDF ਨਾਲ ही होगी। प्रैक्टिस करो ताकि कल जो आप MCQs करिए, ठीक है, तो उस तो पहले तुहानू ये टॉपिक कॉन्सैप्ट क्लीयर होए पूरा। सो पहली गल तो यह है कि असी ये समझने की कोशिश करिए कि साडा अज दा टॉपिक है की है। देखो, असी जो सब तो मेन चीज़ पढ़नी है वो ये है कि इकोनमी ਜਾਂ ਸਾਡੇ ਦੇਸ਼ ਦੇ ਜਿਹੜੇ ਫਾਈਨਾਂਸਿਸ ਹੁੰਦੇ ਆ, ਠੀਕ ਆ, ਜੋ ਸਾਡੇ ਦੇਸ਼ ਦੇ ਖਰਚੇ ਆ, ਜੋ ਸਾਡੇ ਦੇਸ਼ ਦੀਆਂ ਕਮਾਈਆਂ ਨੇ, ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮਿਨਿਸਟਰੀਜ਼ ਡੀਲ ਕਰਦੀਆਂ ਹੈ। ਉਦਾਹਰਨ ਦੇ ਤੌਰ ਤੇ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਮੇਨ ਹੁੰਦੀ ਆ ਫਾਈਨਾਂਸ ਮਿਨਿਸਟਰੀ, दूसरे नंबर ते कॉरपोरेट अफेयर्स दी मिनिस्ट्री, तीसरे नंबर ते कॉमर्स मिनिस्ट्री, मिनिस्ट्री ऑफ कॉमर्स एंड इंडस्ट्री, एक मिनिस्ट्री हुंदी है मिनिस्ट्री ऑफ स्टैटिस्टिक्स। जिवें जिहड़ी कॉमर्स मिनिस्ट्री है साडी वो साडे देश दी फॉरेन ट्रेड पॉलिसी बनाउंदी है कि असीं दूजे देश नाल किवें व्यापार करना है, घट करना है, वध करना, क्यों नहीं करना। ते साडे देश च इंटरनल ट्रेड कि साडे देश दे अंदर व्यापार किवें करना है। ਜਿਹੜੀ ਕਾਰਪੋਰੇਟ ਅਫੇਅਰ ਮਿਨਿਸਟਰੀ ਆ ਉਹ ਇਹ ਦੇਖਦੀ ਆ ਕਿ ਵੱਡੀਆਂ ਕਾਰਪੋਰੇਟਸ ਨੇ, ਰਿਲਾਇੰਸ, ਟਾਟਾ, ਬਿਰਲਾ, ਇਹਨਾਂ ਨੂੰ ਕਿਵੇਂ ਮੈਨੇਜ ਕਰਨਾ ਹੈ। ਇੱਕ ਮਿਨਿਸਟਰੀ ਆਫ ਮੀਡੀਅਮ ਮਾਈਕਰੋ ਸਮਾਲ ਇੰਡਸਟਰੀਜ਼ ਆ ਉਹ ਇਹ ਦੇਖਦੀ ਆ ਕਿ ਛੋਟੀਆਂ ਇੰਡਸਟਰੀਜ਼ ਨੂੰ ਕਿਵੇਂ ਪ੍ਰਮੋਟ ਕਰਨਾ ਹੈ। ਇੱਕ ਫਾਈਨਾਂਸ ਮਿਨਿਸਟਰੀ ਆ ਉਹ ਸਾਡੀ ਕਮਾਈ, ਖਰਚੇ ਤੇ ਲੈਣ ਦੇਣ ਦੇਖਦੀ ਆ। ਠੀਕ ਆ, ਇਸ ਤਰੀਕੇ ਨਾਲ ਸਾਡੀਆਂ ਸਾਰੀਆਂ ਮਿਨਿਸਟਰੀਜ਼ ਜਿਹੜੀਆਂ ਨੇ ਉਹਨਾਂ ਦਾ ਕੋਈ ਨਾ ਕੋਈ ਰੋਲ ਹੁੰਦਾ ਜ਼ਰੂਰ ਆ। ਇੱਕ ਆ ਮਿਨਿਸਟਰੀ ਆਫ ਸਟੈਟਿਸਟਿਕਸ ਜਿਹੜੀ ਸਾਡੇ ਦੇਸ਼ ਦੀ GDP ਵਗੈਰਾ ਕੈਲਕੂਲੇਟ ਕਰਦੀ ਆ। ਦੇਖੋ ਗੱਲਾਂ 'ਚ ਆਪੇ ਆ ਗਿਆ ਕਿ GDP ਕੈਲਕੂਲੇਸ਼ਨ ਦਾ ਕੰਮ ਵੀ ਕਿਸੇ ਪਾਰਟਿਕੂਲਰ ਮਿਨਿਸਟਰੀ ਨੂੰ ਦਿੱਤਾ ਗਿਆ। ਉਹ ਕਿਹੜੀ ਆ? ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮਿੰਗ ਇੰਪਲੀਮੈਂਟੇਸ਼ਨ। ਸੋ ਕੁੱਲ ਮਿਲਾ ਕੇ ਐਗਜ਼ਾਮਪਲਾਂ ਮੈਂ ਜਿੰਨੀਆਂ ਵੀ ਮਿਨਿਸਟਰੀਜ਼ ਦੀਆਂ ਤੁਹਾਨੂੰ ਦਿੱਤੀਆਂ ਹੈ ਇਹ ਸਾਰੀਆਂ ਮਿਨਿਸਟਰੀਜ਼ ਅਸੀਂ ਇੱਕ ਕਰਕੇ ਅੱਜ ਪੜ੍ਹਨੀਆਂ ਹੈ। ਸੋ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਮਿਨਿਸਟਰੀ ਆਫ ਫਾਈਨਾਂਸ। ਜਿਹੜੀ ਸਾਡੀ ਫਾਈਨਾਂਸ ਮਿਨਿਸਟਰੀ ਆ, ਹਰ ਇੱਕ ਚੀਜ਼ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਕਿੱਥੋਂ ਛੋਟੀ ਜੀ ਗੱਲ ਤੋਂ ਕੁਐਸਚਨ ਬਣ ਜੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਠੀਕ ਆ ਨਾ, ਕਿ ਕਿਵੇਂ ਕੁਐਸਚਨਸ ਬਣਦੇ ਆ ਜਾਂ ਕੀ ਹਿਸਾਬ ਕਿਤਾਬ ਆ। ਦੇਖੋ, ਅਸੀਂ ਅਕਸਰ ਕਹਿੰਦੇ ਆ ਕਿ ਸਾਡੇ ਦੇਸ਼ ਦਾ ਜਦੋਂ ਵੀ ਫਾਈਨੈਂਸ਼ੀਅਲ ਈਅਰ ਪੂਰਾ ਹੁੰਦਾ ਹੈ ਮੋਟੇ ਤੌਰ ਤੇ ਅਸੀਂ ਮੰਨ ਕੇ ਚੱਲਦੇ ਆ ਕਿ ਸਾਡਾ 1 ਅਪ੍ਰੈਲ ਤੋਂ ਸਾਡੇ ਦੇਸ਼ ਦਾ ਜਾਂ ਆਪਣੇ ਵਹੀ ਖਾਤੇ ਸਟਾਰਟ ਹੁੰਦੇ ਆ। ਠੀਕ ਆ, ਤੇ 31 ਮਾਰਚ ਤੱਕ ਜਾਂਦੇ ਪੁਰਾਣੇ ਸਾਰੇ ਕੰਟਰੈਕਟ ਖਤਮ ਹੋ ਜਾਂਦੇ ਆ ਤੇ ਨਵੇਂ ਸਿਰਿਓਂ ਸਰਕਾਰ ਦੇ ਖਰਚੇ ਸਟਾਰਟ ਹੁੰਦੇ ਆ। ਉਹਨੂੰ ਕਹਿੰਦੇ ਆ ਫਾਈਨੈਂਸ਼ੀਅਲ ਈਅਰ। ਠੀਕ ਆ, ਇਹ ਜਿਹੜਾ ਸਾਡਾ ਫਾਈਨੈਂਸ਼ੀਅਲ ਈਅਰ ਆ, ਦੇਖੋ ਇਹਦੀ ਬੜੀ ਇੰਪੋਰਟੈਂਸ ਹੁੰਦੀ ਹੈ। ਤੁਸੀਂ ਇੱਕ ਗੱਲ ਦੇਖੋ, ਤੁਸੀਂ ਸੁਣਿਆ ਹੋਣਾ ਕਿ ਸਕੂਲ ਵੀ ਅਪ੍ਰੈਲ ਤੋਂ ਸਟਾਰਟ ਹੋ ਕੇ ਮਾਰਚ 'ਚ ਮੁੱਕਦੇ ਆ ਕੇ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿਉਂਕਿ ਫਾਈਨੈਂਸ਼ੀਅਲ ਈਅਰ ਦੇ ਖਤਮ ਹੋਣ ਤੇ ਹੀ ਲੋਕਾਂ ਕੋਲ ਪੈਸੇ ਆਉਣਗੇ। ਤੇ ਇਹ ਸਾਡੇ ਦੇਸ਼ ਦਾ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹ ਅਪ੍ਰੈਲ ਤੋਂ ਮਾਰਚ ਤੱਕ ਹੀ ਕਿਉਂ ਆ? ਇਹਦੇ ਪਿੱਛੇ ਵੀ ਇੱਕ ਕਾਰਨ ਆ ਕਿਉਂਕਿ ਸਾਡਾ ਦੇਸ਼ ਐਗਰੀਕਲਚਰ ਬੇਸਡ ਇਕੋਨਮੀ ਆ ਤੇ ਖੇਤੀਬਾੜੀ ਦੇ 2 ਹੀ ਸੀਜ਼ਨ ਹੁੰਦੇ ਆ। ਠੀਕ ਆ, ਸੌਣੀ ਹਾੜੀ। ਤੇ ਇਹ ਜਿਹੜੀ ਫਸਲਾਂ ਹੈ ਇਹ ਫਸਲੀ ਚੱਕਰ ਆ ਜਿਹੜਾ ਸਾਡੀ ਜਿਹੜੀ ਕ੍ਰੌਪ ਰੋਟੇਸ਼ਨ ਆ ਇਹ ਮਾਰਚ ਤੋਂ ਸ਼ੁਰੂ ਹੁੰਦੀ ਆ। ਤਾਂ ਇੱਕ ਚੱਕਰ ਅਪ੍ਰੈਲ ਤੋਂ ਘੁੰਮਦਾ ਹੈ, ਠੀਕ ਆ, ਤੇ ਦੂਸਰਾ ਚੱਕਰ ਅਕਤੂਬਰ ਤੋਂ ਘੁੰਮਦਾ ਜਾ ਕੇ। ਤਾਂ ਇੱਕ ਐਗਰੀਕਲਚਰ ਬੇਸਡ ਇਕੋਨਮੀ ਹੋਣ ਕਰਕੇ ਅਸੀਂ ਆਪਣੇ ਫਾਈਨੈਂਸ਼ੀਅਲ ਈਅਰ ਨੂੰ ਉਵੇਂ ਸੈਟਲ ਕੀਤਾ ਹੋਇਆ ਹੈ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ। ਖੈਰ, ਇਹ ਤਾਂ ਹੋ ਗਈ ਅੱਡ ਗੱਲ। ਜਦੋਂ ਨਵਾਂ ਫਾਈਨੈਂਸ਼ੀਅਲ ਈਅਰ ਚੜ੍ਹਦਾ ਹੈ, ਠੀਕ ਆ, ਉਹਦੇ ਹਿਸਾਬ ਨਾਲ ਸਾਨੂੰ ਨਵੇਂ ਸਾਲ ਦਾ ਬਜਟ ਵੀ ਚਾਹੀਦਾ ਹੀ ਹੋਊਗਾ। ਤੇ ਪਿਛਲੇ 1 ਸਾਲ 'ਚ ਸਾਡੇ ਦੇਸ਼ ਦੀ ਇਕੋਨਮੀ ਦਾ ਕੀ ਹਾਲ ਹੋਇਆ ਹੈ ਜਾਂ ਅੱਗੇ ਕੀ ਹਾਲ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਵੀ ਇੱਕ ਸਪੈਸੀਫਿਕ ਡਾਕੂਮੈਂਟ ਹੁੰਦਾ ਜਿਹਨੂੰ ਕਹਿੰਦੇ ਆ ਇਕਨੋਮਿਕ ਸਰਵੇ। ਕੀ ਕਹਿੰਦੇ ਆ? ਇਕਨੋਮਿਕ ਸਰਵੇ। ਇਹ ਜਿਹੜਾ ਇਕਨੋਮਿਕ ਸਰਵੇ ਤੇ ਬਜਟ ਆ ਤੇ ਹੋਰ ਛੋਟੀਆਂ-ਮੋਟੀਆਂ ਪਾਲਿਸੀਜ਼ ਨੇ ਸਾਡੇ ਦੇਸ਼ ਦੀਆਂ, ਕਿੰਨਾ ਟੈਕਸ ਇਕੱਠਾ ਕਰਨਾ ਹੈ, ਕਿਉਂ ਕਰਨਾ ਹੈ, ਕਿਵੇਂ ਕਰਨਾ ਹੈ। ਦੇਖੋ, ਇੱਕ ਗੱਲ ਯਾਦ ਰੱਖਿਓ, ਤੁਸੀਂ ਸੁਣੇ ਹੋਣੇ 2 ਸ਼ਬਦ, ਇੱਕ ਹੁੰਦਾ ਟੈਕਸ ਇਕੱਠਾ ਕਰਨਾ, ਇੱਕ ਹੁੰਦਾ ਵਿਆਜ ਦਰ ਜਿਹਨੂੰ ਅਸੀਂ ਇੰਗਲਿਸ਼ 'ਚ ਰੇਟ ਆਫ ਇੰਟਰਸਟ ਕਹਿੰਦੇ ਆ। ਇਹ ਜਿਹੜਾ ਇੰਟਰਸਟ ਵਾਲੀ ਇਕਨੋਮਿਕਸ ਆ ਨਾ ਉਹਨੂੰ ਕਹਿੰਦੇ ਆ ਮੋਨੇਟਰੀ ਪਾਲਿਸੀ। ਕਿਹੜੀ ਪਾਲਿਸੀ? ਮੋਨੇਟਰੀ ਪਾਲਿਸੀ। ਤੇ ਟੈਕਸ ਇਕੱਠਾ ਕਰਨ ਵਾਲੀ ਪਾਲਿਸੀ ਨੂੰ ਕਹਿੰਦੇ ਆ ਫਿਸਕਲ ਪਾਲਿਸੀ। ਤੁਸੀਂ ਸੁਣਿਆ ਨਾ ਕਿ ਸਾਡੇ ਦੇਸ਼ 'ਚ ਜਿਹੜੇ ਟੈਕਸ ਵਗੈਰਾ ਹੈ ਇਹ ਸਰਕਾਰ ਲਾਉਂਦੀ ਆ
ਤੇ ਸਾਡੇ ਦੇਸ਼ 'ਚ ਵਿਆਜ ਦਰ ਕੌਣ ਤੈਅ ਕਰਦਾ ਹੈ? ਆਰਬੀਆਈ। ਸੁਣਿਆ ਹੋਣਾ ਕਿ ਸਾਡੇ ਦੇਸ਼ 'ਚ ਬੈਂਕ ਕਿੰਨਾ ਪੈਸਾ ਲਊਗਾ, ਕਿੰਨਾ ਵਿਆਜ ਲਊਗਾ, ਇਹ ਆਰਬੀਆਈ। ਇਹਦਾ ਮਤਲਬ ਸਾਨੂੰ ਮੋਟੇ ਤੌਰ ਤੇ ਇੱਕ ਗੱਲ ਪਤਾ ਲੱਗ ਗਈ ਕਿ ਆਰਬੀਆਈ ਦੀ ਜ਼ਿੰਮੇਵਾਰੀ ਆ ਮੋਨਿਟਰੀ ਪਾਲਿਸੀ ਦੀ, ਜਾਨੀ ਕਿ ਵਿਆਜ ਦਰ, ਰੇਟ ਆਫ ਇੰਟਰਸਟ ਤੈਅ ਕਰਨ ਦੀ, ਤੇ ਸਰਕਾਰ ਦੀ ਜ਼ਿੰਮੇਵਾਰੀ ਆ ਟੈਕਸ ਇਕੱਠਾ ਕਰਨ ਦੀ। ਸਰਕਾਰ ਮਤਲਬ ਗਵਰਨਮੈਂਟ, ਜਿੱਥੇ ਗਵਰਨਮੈਂਟ ਸ਼ਬਦ ਆ ਗਿਆ ਉੱਥੇ ਆ ਜਾਊਗੀ ਫਿਸਕਲ ਪਾਲਿਸੀ। ਕਿਹੜੀ ਪਾਲਿਸੀ? ਫਿਸਕਲ ਪਾਲਿਸੀ। ਤੇ ਜਿੱਥੇ ਗੱਲ ਆ ਗਈ ਆਪਣੇ ਕੋਲ, ਜਿੱਥੇ ਗੱਲ ਆ ਗਈ ਆਪਣੇ ਕੋਲ ਆਰਬੀਆਈ ਦੀ, ਰਿਜ਼ਰਵ ਬੈਂਕ ਆਫ ਇੰਡੀਆ ਦੀ, ਉੱਥੇ ਆ ਜਾਊਗੀ ਸਾਡੇ ਕੋਲ ਕਿਹੜੀ ਪਾਲਿਸੀ? ਮੋਨਿਟਰੀ ਪਾਲਿਸੀ। ਇਹ ਗੱਲ ਸਾਨੂੰ ਬਿਲਕੁਲ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਫਿਸਕਲ ਪਾਲਿਸੀ ਤੇ ਮੋਨਿਟਰੀ ਪਾਲਿਸੀ ਦੋਵਾਂ 'ਚ ਕੀ ਫਰਕ ਆ। ਠੀਕ ਹੈ, ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਸਰਕਾਰ ਦੀ, ਕਿਉਂਕਿ ਜਿਹੜੇ ਮਹਿਕਮੇ ਹੁੰਦੇ ਆ, ਮਿਨਿਸਟਰੀਆਂ ਹੁੰਦੀਆਂ, ਇਹਨਾਂ ਨੂੰ ਆਰਬੀਆਈ ਨਹੀਂ ਚਲਾਉਂਦਾ, ਇਹਨਾਂ ਨੂੰ ਸਰਕਾਰਾਂ ਚਲਾਉਂਦੀਆਂ। ਇਹਦਾ ਮਤਲਬ ਸਾਨੂੰ ਜਦੋਂ ਵੀ ਕਿਸੇ ਨੇ ਕਹਿਤਾ ਕਿ ਸਾਡੇ ਦੇਸ਼ ਦੀ ਫਿਸਕਲ ਪਾਲਿਸੀ ਕਿਹੜੀ ਮਿਨਿਸਟਰੀ ਤਿਆਰ ਕਰਦੀ ਹੈ, ਯਾਨੀ ਕਿ ਸਾਡੇ ਦੇਸ਼ 'ਚ ਟੈਕਸ ਪਾਲਿਸੀ ਕੌਣ ਤਿਆਰ ਕਰਦਾ ਹੈ, ਤਾਂ 50 ਮਿਨਿਸਟਰੀਆਂ ਹੋਣਗੀਆਂ ਸਾਡੀਆਂ, ਪਰ ਕਿਹੜੀ ਮਿਨਿਸਟਰੀ ਤੈਅ ਕਰਦੀ ਹੈ? ਮਿਨਿਸਟਰੀ ਆਫ ਫਾਈਨਾਂਸ। ਤਾਂ ਇਹ ਤਾਂ ਹੋ ਗਈ ਮੋਟੇ ਤੌਰ ਤੇ ਫਾਈਨਾਂਸ ਮਿਨਿਸਟਰੀ ਦੀ ਗੱਲ। ਪਰ ਤੁਸੀਂ ਸੋਚ ਕੇ ਦੇਖੋ, ਟੈਕਸ ਲਾਉਣਾ ਇਹ ਛੋਟੀ ਮੋਟੀ ਗੱਲ ਨਹੀਂ। ਟੈਕਸ ਲਾਉਣ ਵਾਲੇ ਅੱਡ, ਟੈਕਸ ਇਕੱਠਾ ਕਰਨ ਵਾਲੇ ਅੱਡ, ਤੇ ਟੈਕਸ ਤੋਂ ਬਾਅਦ ਜੋ ਪੈਸਾ ਕਮਾਇਆ ਹੈ ਉਹਨੂੰ ਖਰਚਣ ਵਾਲੇ ਅੱਡ, ਉਹਦਾ ਹਿਸਾਬ ਰੱਖਣ ਵਾਲੇ ਅੱਡ। ਕਿੰਨੇ ਮਹਿਕਮੇ ਹੋ ਗਏ। ਠੀਕ ਆ, ਫਿਰ ਉਸ ਤੋਂ ਬਾਅਦ ਸਰਕਾਰੀ ਕੰਪਨੀਆਂ ਕਿੰਨੀਆਂ ਸਾਡੀਆਂ, ਸੁਣਿਆ ਹੋਣਾ ਤੁਸੀਂ ਕਿ ਇੱਕ ਇੰਡੀਅਨ ਆਇਲ ਸਾਡੀ ਸਰਕਾਰੀ ਕੰਪਨੀ ਆ, ਭਾਰਤ ਪੈਟਰੋਲੀਅਮ ਸਾਡੀ ਸਰਕਾਰੀ ਕੰਪਨੀ ਆ, ਕੋਲ ਇੰਡੀਆ ਸਾਡੀ ਸਰਕਾਰੀ ਕੰਪਨੀ ਆ। ਕਈ ਸਰਕਾਰੀ ਕੰਪਨੀਆਂ ਸਾਡੀਆਂ ਕੰਮ ਨਹੀਂ ਕਰਦੀਆਂ, ਫਿਰ ਅਸੀਂ ਉਹਨਾਂ ਨੂੰ ਵੇਚ ਦਿੰਦੇ ਆ। ਕਈ ਪ੍ਰਾਈਵੇਟ ਕੰਪਨੀਆਂ ਬਹੁਤ ਕੰਮ ਕਰਦੀਆਂ, ਸਰਕਾਰ ਉਹਨਾਂ ਨੂੰ ਖਰੀਦ ਲੈਂਦੀ ਆ। ਸਰਕਾਰੀ ਕੰਪਨੀਆਂ ਨੂੰ ਖਰੀਦਣਾ ਤੇ ਵੇਚਣਾ ਇਹ ਵੀ ਫਾਈਨਾਂਸ ਮਿਨਿਸਟਰੀ ਦਾ ਕੰਮ ਆ। ਪਰ ਫਾਈਨਾਂਸ ਮਿਨਿਸਟਰੀ ਨੇ ਆਪਣੇ ਅੰਡਰ, ਆਹ ਫਾਈਨਾਂਸ ਮਿਨਿਸਟਰੀ ਆ, MF ਮਤਲਬ ਫਾਈਨਾਂਸ ਮਿਨਿਸਟਰੀ, ਇਹਦੇ ਅੰਦਰ ਵੱਖੋ ਵੱਖਰੇ ਡਿਪਾਰਟਮੈਂਟ ਬਣੇ ਹੋਏ ਆ। 2 3 4 5 6 ਪਤਾ ਨਹੀਂ ਕਿੰਨੇ ਕੁ ਡਿਪਾਰਟਮੈਂਟ ਹੋਣਗੇ। ਜਿੰਨੇ ਵੀ ਇਹਦੇ ਅੰਡਰ ਡਿਪਾਰਟਮੈਂਟ ਆ, ਜਦੋਂ ਉਹ ਕੰਪਲੀਟ ਹੋ ਗਏ, ਇਹਦਾ ਮਤਲਬ ਸਾਡੀ ਫਾਈਨਾਂਸ ਮਿਨਿਸਟਰੀ ਫੁੱਲ ਫਲੈਜ ਕੰਪਲੀਟ ਹੋ ਗਈ। ਠੀਕ ਆ, ਸੋ ਇਹ ਤਾਂ ਅਸੀਂ ਫਾਈਨਾਂਸ ਮਿਨਿਸਟਰੀ ਦਾ ਓਵਰਵਿਊ। ਸੋ ਸਟਾਰਟ ਕਰਦੇ ਹਾਂ। ਇੱਕ ਬੜੀ ਇੰਪੋਰਟੈਂਟ ਗੱਲ ਆ ਕਿ RK ਸ਼ੇਠੀ ਜਿਹੜੇ ਸੀਗੇ, ਇਹ ਸਾਡੇ ਦੇਸ਼ ਦੇ ਆਜ਼ਾਦੀ ਤੋਂ ਬਾਅਦ ਪਹਿਲੇ ਫਾਈਨਾਂਸ ਮਿਨਿਸਟਰ ਬਣੇ ਸੀ। ਇਹ ਛੋਟੇ ਮੋਟੇ ਫੈਕਟ ਜਿਵੇਂ ਪੇਪਰ 'ਚ ਆ ਜਾਂਦੇ ਆ, ਇਹ ਛੋਟੇ 1 ਲਾਈਨਰ ਕੁਐਸਚਨ ਨਹੀਂ ਹੁੰਦੇ, ਕਈ ਵਾਰੀ ਕਿਸੇ ਛੋਟੇ ਮੋਟੇ ਪੇਪਰ 'ਚ ਆ ਜਾਣ, ਜਾਂ ਕਈ ਵਾਰੀ ਜਿਵੇਂ ਹੁਣ ਇਸ ਵਾਰ PPSC ਨੇ ਵੀ ਇਸ ਵਾਰ ਦਾ ਐਨਾਲਿਸਟ ਦਾ ਪੇਪਰ ਲਿਆ ਸੀਗਾ 27-28 ਫਰਵਰੀ ਨੂੰ, ਤਾਂ ਉਹਦੇ 'ਚ ਇੱਕ ਬੜੇ ਵਧੀਆ ਸਵਾਲ ਸੀ G20 ਨੂੰ ਲੈ ਕੇ। ਉਹਨਾਂ ਨੇ ਜਿਹੜੀ ਆ ਗਰੁੱਪ ਆਫ 20 ਨਾਮ ਦੀ ਇੱਕ ਆਰਗੇਨਾਈਜੇਸ਼ਨ ਹੈ ਨਾ, ਉਹਨੂੰ ਲੈ ਕੇ ਇੱਕ ਸਵਾਲ ਪੁੱਛਿਆ ਸੀ ਕਿ G20 ਐਵੇਂ ਦੀਆਂ ਪਾਲਿਸੀਜ਼ ਬਣਾਉਂਦੀ ਆ। ਦੂਜੀ ਗੱਲ G20 ਆ, ਤੇ ਤੀਸਰੀ ਗੱਲ ਉਹਨਾਂ ਨੇ ਪੁੱਛ ਲਈ ਸੀ ਕਿ G20 ਦਾ ਇਸ ਵਾਰ ਜਿਹੜਾ ਉਹ ਸੰਮੇਲਨ ਆ ਉਹ ਹੈਦਰਾਬਾਦ ਹੋ ਰਿਹਾ। ਮਤਲਬ 3 ਆਪਸ਼ਨਾਂ ਬਣਾਈਆਂ, 3। ਫਿਰ ਪੁੱਛਿਆ ਸੀ ਕਿਹੜੀ ਕਰੈਕਟ ਆ, 1 and 2 ਓਨਲੀ, 2 and 3 ਓਨਲੀ। ਤੁਸੀਂ ਦੇਖੋ, 2 ਤਾਂ ਬੜੇ ਕਨਸੈਪਚੁਅਲ ਲਾਈਨਾਂ ਸੀ, ਤੀਸਰੀ ਇੱਕ ਬਿਲਕੁਲ ਫੈਕਟ ਬੇਸਡ। ਤਾਂ ਇੱਕ ਬੜਾ ਕਹਿ ਲਓ ਮਿਕਸਚਰ ਜਿਹਾ ਤਿਆਰ ਕਰਤਾ ਤੁਹਾਡੇ ਵਾਸਤੇ ਸਵਾਲ ਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਜੀ ਮੇਰੇ ਕਨਸੈਪਟ ਕਲੀਅਰ ਆ, ਮੈਂ ਪੇਪਰ ਦੇ ਲੂੰਗਾ, ਮੈਂ ਰੱਟੇ ਨਹੀਂ ਮਾਰਨੇ, ਜਾਂ ਕੋਈ ਇਹ ਕਹਿ ਦੇ ਕਿ ਜੀ ਮੈਂ ਤਾਂ ਰੱਟੇ ਮਾਰ ਕੇ ਜਾਊਂਗਾ, ਮੇਰਾ ਪੇਪਰ ਹੋ ਜਾਊਗਾ। ਤਾਂ ਦੋਵਾਂ ਚੀਜ਼ਾਂ ਦਾ ਪੈਰਲਲ ਕੰਬੀਨੇਸ਼ਨ ਚਾਹੀਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਫਾਈਨਾਂਸ ਮਿਨਿਸਟਰੀ ਦੇ ਅੰਡਰ ਕਿੰਨੇ ਡਿਪਾਰਟਮੈਂਟ ਆ, ਸ਼ਾਇਦ 5 ਜਾਂ 6 ਡਿਪਾਰਟਮੈਂਟ ਆ। ਕੱਲੇ ਡਿਪਾਰਟਮੈਂਟ ਦਾ ਨਾਮ ਪਤਾ ਹੋਣਾ ਚਾਹੀਦਾ ਹੈ ਤੇ ਕੱਲੇ ਡਿਪਾਰਟਮੈਂਟ ਦਾ ਕੰਮ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਫਾਈਨਾਂਸ ਮਿਨਿਸਟਰੀ ਦੇ ਅੰਡਰ ਆਉਣ ਵਾਲਾ ਡਿਪਾਰਟਮੈਂਟ ਕਿਹੜਾ ਹੈ? ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਮੇਰੀ ਗੱਲ ਧਿਆਨ ਨਾਲ ਸੁਣਿਓ, ਸਭ ਤੋਂ ਵੱਧ ਇੰਪੋਰਟੈਂਟ ਡਿਪਾਰਟਮੈਂਟ ਆ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਵਜ੍ਹਾ ਕਿਉਂਕਿ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਉਹ ਡਿਪਾਰਟਮੈਂਟ ਆ ਜਿਹਨੂੰ ਚਲਾਉਣ ਵਾਲਾ ਸ਼ਖਸ ਜਿਹੜਾ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਇੰਡੀਆ ਦਾ ਚੀਫ ਇਕਨੋਮਿਕ ਐਡਵਾਈਜ਼ਰ। ਕੀ ਕਿਹਾ ਜਾਂਦਾ ਹੈ? ਚੀਫ ਇਕਨੋਮਿਕ ਐਡਵਾਈਜ਼ਰ। ਜਿਹੜਾ ਸ਼ਖਸ, ਪੂਰੀ ਮਿਨਿਸਟਰੀ ਦੀ ਗੱਲ ਨਹੀਂ ਕਰ ਰਿਹਾ, ਇਹ ਗੱਲ ਧਿਆਨ ਰੱਖਿਓ, ਜਿਹੜਾ ਇਸ ਡਿਪਾਰਟਮੈਂਟ ਨੂੰ ਚਲਾਉਂਦਾ ਹੈ ਉਹਦਾ ਕੀ ਨਾਮ ਆ? ਚੀਫ ਇਕਨੋਮਿਕ ਐਡਵਾਈਜ਼ਰ ਟੂ ਗਵਰਨਮੈਂਟ ਆਫ ਇੰਡੀਆ। ਮੋਸਟ ਇੰਪੋਰਟੈਂਟ, ਜਿਹੜਾ ਸ਼ਖਸ ਇਸ ਡਿਪਾਰਟਮੈਂਟ ਨੂੰ ਚਲਾਉਂਦਾ ਹੈ। ਹੁਣ ਤੁਸੀਂ ਕਹੋਗੇ ਇਸ ਡਿਪਾਰਟਮੈਂਟ ਦਾ ਕੰਮ ਕੀ ਆ? ਸਾਡੇ ਦੇਸ਼ ਦੀਆਂ ਇਕਨੋਮਿਕ ਪਾਲਿਸੀਜ਼ ਇਹ ਡਿਪਾਰਟਮੈਂਟ ਬਣਾਉਂਦਾ ਹੈ। ਆਉਣ ਵਾਲੇ ਸਾਲ ਦਾ ਬਜਟ ਇਹ ਡਿਪਾਰਟਮੈਂਟ ਬਣਾਉਂਦਾ ਹੈ। ਪਿਛਲੇ ਸਾਲ ਜੋ ਅਸੀਂ ਕਰਤੂਤ ਖੰਡਾਈ ਆ, ਜਿਹਨੂੰ ਇਕਨੋਮਿਕ ਸਰਵੇ ਕਹਿੰਦੇ ਆ ਕਿ ਭਾਰਤ ਦੀ ਇਕਨੋਮੀ ਪਿਛਲੇ ਸਾਲ ਕਿਵੇਂ ਦੀ ਰਹੀ ਆ, ਪਿਛਲੇ 40 ਸਾਲਾਂ 'ਚ ਕਿਵੇਂ ਦੀ ਰਹੀ ਆ, ਅੱਗੇ ਕਿਵੇਂ ਦੀ ਹੋਣੀ ਚਾਹੀਦੀ ਆ, ਉਹਨੂੰ ਇਕਨੋਮਿਕ ਸਰਵੇ ਕਹਿੰਦੇ ਆ। ਅਗਲੇ ਸਾਲ ਕਿੰਨਾ ਪੈਸਾ ਕਿਹਨੂੰ ਦੇਣਾ ਤੇ ਕਿੰਨਾ ਪੈਸਾ ਕਿਹਨੂੰ ਦੇਣਾ, ਉਹਨੂੰ ਬਜਟ ਕਹਿੰਦੇ ਆ। ਇਕਨੋਮਿਕ ਸਰਵੇ ਵੀ ਇਹੀ ਤਿਆਰ ਕਰਦਾ ਹੈ ਤੇ
ਤੇ ਬਜਟ ਵੀ ਇਹ ਤਿਆਰ ਕਰਦਾ ਹੈ ਤੇ ਹੋਰ ਛੋਟੀਆਂ-ਮੋਟੀਆਂ ਪਾਲਿਸੀਜ਼ ਕਿ ਕਿਹੜੀਆਂ ਸਕੀਮਾਂ, ਹੁਣ ਤੁਸੀਂ ਸੁਣਿਆ ਹੋਣਾ ਜਨ ਧਨ ਯੋਜਨਾ, ਫਲਾਣੀ ਯੋਜਨਾ, ਜ਼ਿਆਦਾਤਰ ਸਕੀਮਾਂ ਇਸ ਡਿਪਾਰਟਮੈਂਟ ਦੁਆਰਾ ਤਿਆਰ ਕੀਤੀਆਂ ਜਾਂਦੀਆਂ। ਸੋ ਇਹ ਸਭ ਤੋਂ ਇੰਪੋਰਟੈਂਟ ਡਿਪਾਰਟਮੈਂਟ ਹੋ ਗਿਆ। ਬਜਟ ਤਿਆਰ ਕਰਨ ਦੀ ਜ਼ਿੰਮੇਵਾਰੀ ਇਹਦੀ ਆ, ਠੀਕ ਹੈ। ਹੁਣ ਇੱਕ ਗੱਲ ਦੇਖੋ, ਮੈਨੂੰ ਇਹ ਦੱਸੋ ਕਿ ਅੱਜ ਤੋਂ 3 ਮਹੀਨੇ ਬਾਅਦ ਪੰਜਾਬ ਦਾ ਕੀ ਹਾਲਾਤ 2 ਮਹੀਨੇ ਬਾਅਦ ਪੰਜਾਬ ਦੇ ਕੀ ਹਾਲਾਤ ਹੋ ਸਕਦੇ ਆ? ਅਕਾਲੀ ਦਲ ਦੀ ਸਰਕਾਰ ਹੋ ਸਕਦੀ ਹੈ, ਕਾਂਗਰਸ ਦੀ ਸਰਕਾਰ ਹੋ ਸਕਦੀ ਹੈ, ਝਾੜੂ ਦੀ ਸਰਕਾਰ ਹੋ ਸਕਦੀ ਹੈ, ਮਤਲਬ ਸੌਰੀ ਆਮ ਆਦਮੀ ਪਾਰਟੀ ਦੀ, ਦੋ ਦੇ ਕੰਬੀਨੇਸ਼ਨ 'ਚ ਸਰਕਾਰ ਬਣ ਸਕਦੀ ਹੈ, ਸਾਰੇ ਮਿਲ ਕੇ ਸਰਕਾਰ ਬਣਾ ਸਕਦੇ ਆ। ਪਰ ਇਹ ਤੋਂ ਬਿਨਾਂ ਇੱਕ ਹੋਰ ਆਪਸ਼ਨ ਆ, ਕੀ ਪਤਾ ਕਿਸੇ ਦੀ ਸਰਕਾਰ ਨਾ ਬਣੇ ਤੇ ਪੰਜਾਬ ਸੈਂਟਰ ਸਰਕਾਰ ਦੇ ਅੰਡਰ ਆ ਜੇ, ਪ੍ਰੈਜ਼ੀਡੈਂਟ ਰੂਲ ਲੱਗ ਸਕਦਾ ਪੰਜਾਬ 'ਚ। ਜੇ ਸਰਕਾਰ ਕਿਸੇ ਦੀ ਨਾ ਬਣੀ ਤਾਂ ਓਬਵੀਅਸ ਜੀ ਗੱਲ ਆ ਪੰਜਾਬ 'ਚ ਕੀ ਲੱਗ ਜਾਊਗਾ? ਪ੍ਰੈਜ਼ੀਡੈਂਟ ਰੂਲ। ਫਿਰ ਪੰਜਾਬ ਦਾ ਬਜਟ, ਜਦੋਂ ਕਿਸੇ ਸਟੇਟ 'ਚ ਪ੍ਰੈਜ਼ੀਡੈਂਟ ਰੂਲ ਲੱਗ ਜੇ ਤਾਂ ਉੱਥੋਂ ਦਾ ਬਜਟ ਵੀ ਜਿਹੜਾ ਹੈ ਉਹ ਇਹੀ ਡਿਪਾਰਟਮੈਂਟ ਤਿਆਰ ਕਰਦਾ ਹੈ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇਸ ਡਿਪਾਰਟਮੈਂਟ ਦਾ ਸਭ ਤੋਂ ਮੇਨ ਕੰਮ ਕੀ ਆ? ਸਾਡੇ ਦੇਸ਼ ਵਾਸਤੇ ਮੋਟੀਆਂ ਪਾਲਿਸੀਜ਼ ਬਣਾਉਣੀਆਂ, ਮੈਕਰੋ ਇਕਨੋਮਿਕ ਪਾਲਿਸੀਜ਼, ਮਤਲਬ ਮੋਟੇ ਤੌਰ ਤੇ ਜਿਹੜੀਆਂ ਇਕਨੋਮਿਕ ਪਾਲਿਸੀਜ਼ ਨੇ ਕਿ ਕਿੰਨਾ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਗਵਰਨਮੈਂਟ ਸਕੀਮਾਂ ਉਹ ਲੈ ਕੇ ਆਉਣੀਆਂ, ਬਜਟ ਤਿਆਰ ਕਰਨਾ, ਇਕਨੋਮਿਕ ਸਰਵੇ ਤਿਆਰ ਕਰਨਾ, ਇਹ ਇਸ ਡਿਪਾਰਟਮੈਂਟ ਦਾ ਮੇਨ ਕੰਮ ਆ ਜੀ, ਠੀਕ ਆ। ਦੂਜੀ ਗੱਲ, ਸਾਡੇ ਦੇਸ਼ 'ਚ ਤੁਸੀਂ ਸੁਣਿਆ ਹੋਣਾ ਕਿ ਸਾਡੇ ਦੇਸ਼ 'ਚ ਨੋਟ ਕੌਣ ਛਾਪਦੀ ਆ? RBI। 1 ਰੁਪਏ ਤੇ 1 ਰੁਪਏ ਤੋਂ ਛੋਟੇ ਤੇ ਸਿੱਕੇ ਉਹ ਕੌਣ ਛਾਪਦੀ ਆ? ਫਾਈਨਾਂਸ ਮਿਨਿਸਟਰੀ। ਪਰ ਫਾਈਨਾਂਸ ਮਿਨਿਸਟਰੀ ਦੇ ਅੰਡਰ ਕਿਹੜਾ ਡਿਪਾਰਟਮੈਂਟ ਛਾਪਦਾ ਹੈ? ਇਕਨੋਮਿਕ ਅਫੇਅਰਸ। ਆ ਯਾਦ ਰੱਖਿਓ, ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਅਸੀਂ ਇਹ ਤਾਂ ਕਹਿ ਦਿੰਦੇ ਆ ਕਿ ਰੁਪਈਆ ਤੇ ਰੁਪਈਏ ਤੋਂ ਛੋਟੇ ਸਿੱਕੇ ਜਿਹੜੇ ਆ ਉਹ ਫਾਈਨਾਂਸ ਮਿਨਿਸਟਰੀ ਛਾਪਦੀ ਆ ਤੇ ਵੱਡੇ RBI ਛਾਪਦਾ ਹੈ। ਉਹ ਉਸ ਮਿਨਿਸਟਰੀ ਦਾ ਕਿਹੜਾ ਡਿਪਾਰਟਮੈਂਟ ਛਾਪਦਾ? ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਇਹ ਸਾਨੂੰ ਕਲੀਅਰ ਹੋ ਗਿਆ। ਉਸ ਤੋਂ ਬਾਅਦ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਆ, ਸਾਡੇ ਦੇਸ਼ 'ਚ ਮੈਂ ਆਪਣੇ ਇੰਡੀਆ 'ਚ ਕਿਤੇ ਮਰਜ਼ੀ ਪੈਸਾ ਇਨਵੈਸਟ ਕਰ ਸਕਦਾ, ਪਰ ਫੋਰਨਰ ਜੇ ਸਾਡੇ ਦੇਸ਼ 'ਚ ਪੈਸਾ ਇਨਵੈਸਟ ਕਰੂਗਾ ਨਾ ਤਾਂ ਉਹਦੇ ਤੇ ਸਾਡੇ ਸਰਕਾਰ ਦੀ ਬੜੀ ਖਤਰਨਾਕ ਨਿਗਾਹ ਹੋਊਗੀ, ਕਿਤੇ ਇਹ ਪੈਸਾ ਸਾਡੇ ਦੇਸ਼ 'ਚ ਗਲਤ ਕੰਮ ਤੇ ਨਹੀਂ ਲਾ ਰਿਹਾ। ਇਸ ਕਰਕੇ ਫੋਰਨ ਇਨਵੈਸਟਮੈਂਟ ਨੂੰ ਤੇ ਨਿਗਰਾਨੀ ਰੱਖਣ ਵਾਸਤੇ ਇੱਕ ਬੋਰਡ ਹੁੰਦਾ ਸੀਗਾ। ਬੋਰਡ ਦਾ ਨਾਮ ਸੀ ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ। ਕੀ ਨਾਮ ਸੀਗਾ? ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ, FIPB। ਉਹ ਇਸੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ ਸੀ। ਬਾਹਰੋਂ ਆਉਣ ਵਾਲੀ ਇਨਵੈਸਟਮੈਂਟ ਨੂੰ ਪਰਮਿਸ਼ਨ ਉਹ ਦਿੰਦਾ ਸੀ। ਪਰ ਜਦੋਂ ਸਾਡੇ ਦੇਸ਼ 'ਚ ਅਰੁਣ ਜੇਤਲੀ ਫਾਈਨਾਂਸ ਮਿਨਿਸਟਰ ਹੁੰਦੇ ਸੀ, ਉਹਨਾਂ ਨੇ ਆਪਣੀ ਇੱਕ ਬਜਟ ਦੀ ਸਪੀਚ 'ਚ ਕਿਹਾ ਸੀਗਾ ਕਿ ਇਹ ਬੋਰਡ ਫੋਰਨਰਜ਼ ਨੂੰ ਤੰਗ ਕਰਦਾ ਇੰਡੀਆ 'ਚ ਇਨਵੈਸਟ ਕਰਨ ਤੋਂ। ਇਸ ਕਰਕੇ ਇਹ ਬੋਰਡ ਜਿਹੜਾ ਹੈ ਸਾਡੇ ਦੇਸ਼ ਦੀ ਤਰੱਕੀ ਵਾਸਤੇ ਅੜਿੱਕਾ ਹੈ। 2015 'ਚ ਇਸ ਬੋਰਡ ਨੂੰ ਬੰਦ ਕਰ ਦਿੱਤਾ ਗਿਆ, ਅਬੋਲਿਸ਼ ਕਰਤਾ। ਪਰ ਜਦੋਂ ਤੱਕ ਇਹ ਬੋਰਡ ਰਿਹਾ, ਉਹ ਕਿਹੜੇ ਡਿਪਾਰਟਮੈਂਟ ਦੇ ਅੰਡਰ ਰਿਹਾ ਸੀਗਾ? ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਉਮੀਦ ਕਰਦਾ ਕਿ ਇਸ ਡਿਪਾਰਟਮੈਂਟ ਬਾਰੇ ਸਭ ਕੁਝ ਕਲੀਅਰ ਹੋ ਗਿਆ ਹੋਊਗਾ। ਗੱਲ ਸਮਝ ਆ ਗਈ? ਤਾਂ ਇਹ ਡਿਪਾਰਟਮੈਂਟ ਸਭ ਤੋਂ ਇੰਪੋਰਟੈਂਟ ਸੀ। ਇਹਦੇ ਅੰਡਰ ਫੋਰਨ ਪਾਲਿਸੀ ਪ੍ਰਮੋਸ਼ਨ, ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਕੰਮ ਕਰਦਾ ਸੀ, ਸਿੱਕੇ ਛਾਪਣ ਦਾ ਕੰਮ ਕਰਦਾ ਸੀ, ਬਜਟ ਤੇ ਇਕਨੋਮਿਕ ਸਰਵੇ, ਠੀਕ ਆ। ਦੂਸਰਾ ਡਿਪਾਰਟਮੈਂਟ ਜਿਹੜਾ ਕਿ ਸਭ ਤੋਂ ਵੱਧ ਇੰਪੋਰਟੈਂਟ ਡਿਪਾਰਟਮੈਂਟਸ 'ਚ, ਪਹਿਲੇ ਨੰਬਰ ਵਾਲਾ ਵੀ ਇੰਪੋਰਟੈਂਟ, ਦੂਜੇ ਵਾਲਾ ਵੀ ਇੰਪੋਰਟੈਂਟ, ਤੀਸਰੇ ਵਾਲਾ ਮੋਸਟ ਇੰਪੋਰਟੈਂਟ ਆ ਜਿਹੜਾ ਤੀਸਰਾ ਡਿਪਾਰਟਮੈਂਟ ਆ। ਪਰ ਫਿਲਹਾਲ ਆਪਾਂ ਗੱਲ ਕਰ ਰਹੇ ਹਾਂ ਦੂਸਰੇ ਡਿਪਾਰਟਮੈਂਟ ਦੀ, ਡਿਪਾਰਟਮੈਂਟ ਆਫ ਐਕਸਪੈਂਡੀਚਰ। ਪਹਿਲਾ ਜਿਹਨੇ ਪਾਲਿਸੀਜ਼ ਬਣਾਉਣੀਆਂ ਸੀ ਇਕਨੋਮਿਕ ਪਾਲਿਸੀਜ਼, ਦੂਜਾ ਜਿਹੜਾ, ਹੁਣ ਇੱਕ ਗੱਲ ਦੱਸੋ, ਸਰਕਾਰ ਨੇ ਕਿੰਨਾ ਪੈਸਾ ਇਕੱਠਾ ਕਰ ਲਿਆ? ਹੁਣ ਤੁਸੀਂ ਕਹੋਗੇ ਪਤਾ ਨਹੀਂ ਲੱਗਿਆ ਪੈਸਾ ਕਿਵੇਂ ਇਕੱਠਾ ਹੋਇਆ। ਪੈਸਾ ਇਕੱਠਾ ਕਰਨ ਵਾਲਾ ਤੀਸਰਾ ਡਿਪਾਰਟਮੈਂਟ ਆ, ਡਿਪਾਰਟਮੈਂਟ ਆਫ ਰੈਵਨਿਊ। ਤੇ ਉਹ ਜਿਹੜਾ ਪੈਸਾ ਇਕੱਠਾ ਹੋ ਗਿਆ ਉਹਨੂੰ ਖਰਚਣ ਵਾਲਾ ਡਿਪਾਰਟਮੈਂਟ ਕਿਹੜਾ ਹੈ? ਦੂਸਰਾ, ਜਿਹੜਾ ਆਪਾਂ ਹੁਣ ਪੜ੍ਹਨ ਜਾ ਰਹੇ ਹਾਂ, ਕਿਹੜਾ ਭਲਾ? ਡਿਪਾਰਟਮੈਂਟ ਆਫ ਐਕਸਪੈਂਡੀਚਰ। ਡਿਪਾਰਟਮੈਂਟ ਆਫ ਐਕਸਪੈਂਡੀਚਰ ਦਾ ਸਭ ਤੋਂ ਮੇਨ ਕੰਮ ਆ, ਭਾਰਤ ਸਰਕਾਰ ਜਿੰਨੀਆਂ ਵੀ ਸਕੀਮਾਂ ਲਾਂਚ ਕਰਦੀ ਹੈ, ਭਾਰਤ ਸਰਕਾਰ ਇੰਡੀਆ ਦੇ ਵਿੱਚ 3 ਪ੍ਰਕਾਰ ਦੀਆਂ ਸਕੀਮਾਂ ਹੁੰਦੀਆਂ। ਮੈਨੂੰ ਇੱਕ ਗੱਲ ਦੱਸੋਗੇ, ਇੱਕ ਸਕੀਮ ਆ ਸਾਡੇ ਦੇਸ਼ 'ਚ, ਇਹ ਜਿਵੇਂ ਸਪੋਜ਼ ਕਰੋ ਸੈਂਟਰ ਸਰਕਾਰ ਦੀ ਕੋਈ ਇਹੋ ਜਿਹੀ ਸਕੀਮ ਹੋਵੇ ਜਿਹਦੇ 'ਚ ਸਾਰਾ ਖਰਚਾ ਸੈਂਟਰ ਸਰਕਾਰ ਦਾ ਹੈ। ਪੋਸੀਬਲ ਹੈ ਵੀ? ਜਿਹੜੀਆਂ ਸਕੀਮਾਂ ਸੈਂਟਰ ਸਰਕਾਰ ਦੀਆਂ ਹੋਣ ਤੇ ਉਹਦੇ ਤੇ ਸਾਰਾ ਖਰਚਾ ਸੈਂਟਰ ਸਰਕਾਰ ਦਾ ਹੋਵੇ, ਉਹਨਾਂ ਸਕੀਮਾਂ ਨੂੰ ਕਹਿੰਦੇ ਆ ਸੈਂਟਰ ਸੈਕਟਰ ਸਕੀਮ। ਕਿਹੜੀਆਂ? ਸੈਂਟਰਲ ਸੈਕਟਰ ਸਕੀਮ ਉਹ ਸਕੀਮ ਹੁੰਦੀ ਆ ਜਿਹਦੇ 'ਚ ਸਾਰਾ ਖਰਚਾ ਸੈਂਟਰ ਸਰਕਾਰ ਦਾ ਹੁੰਦਾ ਹੈ। ਹੁਣ ਆ ਜਾਓ ਦੂਜੇ ਨੰਬਰ ਦੀਆਂ ਸਕੀਮਾਂ ਤੇ, ਸੈਂਟਰਲ ਸਪਾਂਸਰਡ ਸਕੀਮ। ਕਿਹੜੀਆਂ? ਸੈਂਟਰਲ
ਸਪਾਂਸਰਡ ਸਕੀਮ, ਸੈਂਟਰ ਨੇ ਉਹਨਾਂ ਸਕੀਮਾਂ ਨੂੰ ਸਪਾਂਸਰ ਕੀਤਾ ਹੈ। ਸਟੇਟਾਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਪੈਸਾ ਦੇਵਾਂਗੇ ਤੇ ਤੁਸੀਂ ਆਪਣੀ ਸਟੇਟ 'ਚੋਂ ਸਕੀਮ ਚਲਾਓ। ਜਿਵੇਂ ਮਨਰੇਗਾ ਦੇ ਵਿੱਚ ਸੈਂਟਰ ਸਰਕਾਰ ਸਟੇਟਾਂ ਨੂੰ ਕਹਿੰਦੀ ਆ ਕਿ 60 ਰੁਪਏ ਜਾਂ 65 ਰੁਪਏ ਅਸੀਂ ਦੇਵਾਂਗੇ, 30-35 ਰੁਪਏ ਤੁਸੀਂ ਆਪਣੇ ਪਾਓ ਤੇ ਆਪਣੀ ਸਟੇਟ 'ਚੋਂ ਸਕੀਮ ਚਲਾਓ। ਜੇ ਤੁਸੀਂ 30-35 ਰੁਪਏ ਨਾ ਪਾਏ, ਅਸੀਂ 65 ਰੁਪਏ ਵੀ ਨਹੀਂ ਦੇਣੇ। ਮੇਰੀ ਗੱਲ ਸਮਝ ਗਏ ਨਾ? ਜੇ ਤੁਸੀਂ ਆਪਣਾ ਹਿੱਸਾ ਨਾ ਪਾਇਆ, ਅਸੀਂ ਆਪਣਾ ਹਿੱਸਾ ਦੇਣਾ ਹੀ ਨਹੀਂ। ਉਹਨਾਂ ਨੂੰ ਕਹਿੰਦੇ ਆ ਸੈਂਟਰ ਸਪਾਂਸਰਡ ਸਕੀਮ। ਇੱਕ ਤੀਸਰੇ ਪ੍ਰਕਾਰ ਦੀ ਸਕੀਮ ਹੁੰਦੀ ਆ ਸਟੇਟ ਸਕੀਮਸ। ਉਸ 'ਚ ਸਾਰਾ ਪੈਸਾ ਸਟੇਟ ਗਵਰਨਮੈਂਟ ਦਾ ਹੁੰਦਾ ਹੈ। ਜਿਵੇਂ ਉਹ ਪੰਜਾਬ ਦੀ ਆਪਣੀ ਸਕੀਮ ਹੋ ਸਕਦੀ ਹੈ, ਠੀਕ ਆ। ਜਿਵੇਂ ਇੱਕ ਸਕੀਮ ਆ ਨਈ ਮੰਜ਼ਿਲ, ਠੀਕ ਆ, ਜਿਹੜੀ 'ਚ ਤੁਸੀਂ ਜਿਹੜੇ ਵੀ ਲੋਕ ਮਾਈਨੋਰਟੀਜ਼ ਤੋਂ ਬਿਲੋਂਗ ਕਰਦੇ ਆ, ਮਾਈਨੋਰਟੀਜ਼ ਮਤਲਬ ਘੱਟ ਗਿਣਤੀ, ਸਿੱਖ, ਬੁੱਧ, ਜੈਨ, ਉਹਨਾਂ ਕੁੜੀਆਂ ਨੂੰ ਮਤਲਬ ਕਿ ਕੰਮ ਕਰਨ ਵਾਸਤੇ ਜਾਂ ਕੋਚਿੰਗ ਵਾਸਤੇ ਸੈਂਟਰ ਸਰਕਾਰ ਪੈਸੇ ਦਿੰਦੀ ਹੈ, ਠੀਕ ਆ। ਨਈ ਮੰਜ਼ਿਲ ਸਕੀਮ ਉਹ ਸੈਂਟਰ ਸੈਕਟਰ ਸਕੀਮ ਆ, ਸਾਰਾ ਪੈਸਾ ਸੈਂਟਰ ਤੋਂ ਆਉਂਦਾ ਹੈ। ਮਾਈਨੋਰਟੀ ਮਹਿਕਮੇ ਦੀ ਸਕੀਮ ਆ। ਤੁਸੀਂ ਵੀ, ਤੁਹਾਡੇ ਚੋਂ ਵੀ ਕਈਆਂ ਨੇ ਜਿਨ੍ਹਾਂ ਨੇ ਬੀਟੈਕ ਵਗੈਰਾ ਕੀਤੀ ਹੋਊਗੀ, ਤਾਂ ਇਹੋ ਜਿਹੀਆਂ ਕਈ ਸਕੀਮਾਂ ਸੀ ਜਿਹਦੇ 'ਚ ਮਾਈਨੋਰਟੀ ਦੇ ਬੱਚਿਆਂ ਨੂੰ, ਸਿੱਖਾਂ ਦੇ ਬੱਚਿਆਂ ਨੂੰ ਸਪੈਸ਼ਲ ਸਕੋਲਰਸ਼ਿਪ ਆਉਂਦੀ ਸੀ ਕਿ ਬੀਟੈਕ ਕਰ ਲਓ ਜਾਂ BCom ਕਰ ਲਓ, BCA ਕਰ ਲਓ। ਤਾਂ ਉਹ ਸੈਂਟਰ ਸੈਕਟਰ ਸਕੀਮ ਆ। ਮਨਰੇਗਾ ਵਰਗੀ ਸਕੀਮ ਜਿਹ 'ਚ ਸੈਂਟਰ ਤੇ ਸਟੇਟ ਬਰਾਬਰ ਜਾਂ 60-40 ਜਾਂ 70-30 ਜਾਂ 80-20 'ਚ ਪੈਸੇ ਪਾਉਣ, ਉਹਨੂੰ ਕਹਿੰਦੇ ਆ ਸੈਂਟਰ ਸਪਾਂਸਰਡ ਸਕੀਮ। ਇੱਕ ਗੱਲ ਸਮਝ ਆ ਗਈ? ਸੈਂਟਰ ਸੈਕਟਰ ਸਕੀਮ 'ਚ ਸਾਰੇ ਪੈਸੇ ਸੈਂਟਰ ਦੇ, ਸੈਂਟਰ ਸਪਾਂਸਰਡ ਸਕੀਮ 'ਚ ਸੈਂਟਰ ਦਾ ਹਿੱਸਾ ਜ਼ਿਆਦਾ, ਤੇ ਸਟੇਟ ਸਕੀਮਸ ਦੇ ਵਿੱਚ ਸਾਰੇ ਪੈਸੇ ਕਿੱਥੋਂ ਦੇ? ਸਟੇਟ ਦੇ। ਕਿਹੜੀਆਂ ਸਕੀਮਾਂ ਜਿਹ 'ਚ ਸੈਂਟਰ ਦਾ ਪੈਸਾ ਲੱਗਿਆ ਹੈ? ਸੈਂਟਰ ਸੈਕਟਰ ਤੇ ਸੈਂਟਰ ਸਪਾਂਸਰਡ। ਉਹਨਾਂ ਸਕੀਮਾਂ ਨੂੰ ਪੈਸਾ ਕਿਵੇਂ ਦੇਣਾ ਹੈ ਉਹ ਵੀ ਇਹੀ ਮਹਿਕਮਾ ਤੈਅ ਕਰਦਾ ਹੈ। ਦੇਖੋ, ਪੈਸੇ ਦੀ ਪਰਮਿਸ਼ਨ ਇਹ ਦਿੰਦਾ ਹੈ, ਠੀਕ ਹੈ ਨਾ। ਅਗਲੀ ਗੱਲ ਨੈਕਸਟ, ਉਸ ਤੋਂ ਬਾਅਦ ਇਹ ਵੀ ਆਪਾਂ ਨੂੰ ਗੱਲ ਪਤਾ ਲੱਗ ਗਈ ਕਿ ਸਰਕਾਰ ਨੇ, ਸੈਂਟਰ ਸਰਕਾਰ ਨੇ ਆਪਣੇ ਕਿੰਨੇ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੁੰਦੀ ਹੈ। ਉਹ ਤਨਖਾਹ ਦੇ ਖਰਚੇ ਸਾਰੇ ਇਹੀ ਡਿਪਾਰਟਮੈਂਟ ਜਿਹੜਾ ਹੈ ਮੰਥਲੀ ਤੇ ਐਨੂਅਲ ਅਕਾਊਂਟ ਇਹੀ ਮੇਨਟੇਨ ਕਰਦਾ ਹੈ, ਸੈਂਟਰ ਸਰਕਾਰ ਦੇ ਖਰਚੇ, ਠੀਕ ਆ। ਹੋਰ ਜਿੰਨੇ ਵੀ ਖਰਚੇ ਹੋ ਗਏ ਆਪਣੇ ਕੋਲ, ਠੀਕ ਆ। ਉਸ ਤੋਂ ਬਾਅਦ ਜਿਵੇਂ ਸਪੋਜ਼ ਕਰੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ 'ਚ ਇੱਕ ਲੋਕ ਸਭਾ, ਰਾਜ ਸਭਾ, MP ਹੁੰਦੇ ਆ। ਜਿਵੇਂ ਭਗਵੰਤ ਮਾਨ ਸੰਗਰੂਰ ਤੋਂ MP ਸੀਗਾ, ਠੀਕ ਆ। ਪੰਜਾਬ ਦੇ ਵਿੱਚ ਜਦੋਂ ਮੈਂ ਪੋਲਿਟੀ ਪੜ੍ਹਾਊਂਗਾ ਤਾਂ ਆਪਾਂ ਪੜ੍ਹਿਆ ਹੋਇਆ ਕਿ ਪੰਜਾਬ 'ਚ ਲੋਕ ਸਭਾ ਤੋਂ 13 MP ਜਾਂਦੇ ਆ ਤੇ ਪੰਜਾਬ 'ਚ ਰਾਜ ਸਭਾ ਤੋਂ 7 MP ਆ। ਉਹਨਾਂ MPs ਨੂੰ ਹਰ ਸਾਲ ਦਾ 5 ਕਰੋੜ ਰੁਪਈਆ ਖਰਚਣ ਵਾਸਤੇ ਮਿਲਦਾ ਹੈ। ਉਹ ਖਰਚਾ ਵੀ ਇਹ ਸੈਂਕਸ਼ਨ ਕਰਦੇ ਆ, ਠੀਕ ਆ। ਤਾਂ ਕਾਫੀ ਪੈਸਾ ਜਿਹੜਾ ਹੈ ਉਹ ਇਹ ਦੇਖਦੇ ਆ, ਠੀਕ ਆ। ਹੁਣ ਇੱਕ ਗੱਲ ਬੜੀ ਕਲੀਅਰ ਆ, ਇਸ ਪੈਸੇ ਨੂੰ ਖਰਚਿਆ ਜਾਂਦਾ ਹੈ। ਸੈਂਟਰ ਨੇ ਆਪਣਾ ਪੈਸਾ MPਆਂ ਨੂੰ ਦੇਤਾ 5 ਕਰੋੜ ਰੁਪਈਆ, ਠੀਕ ਆ। ਉਹ ਪੈਸਾ ਕਿਸੇ MP ਦੇ ਖਾਤੇ 'ਚ ਆ ਗਿਆ, ਉਹ ਹਰਸਿਮਰਤ ਕੌਰ ਬਾਦਲ ਦੇ ਖਾਤੇ 'ਚ ਵੀ ਆ ਸਕਦਾ ਹੈ, ਉਹ ਪੈਸਾ ਭਗਵੰਤ ਮਾਨ ਦੇ ਖਾਤੇ 'ਚ ਵੀ ਆ ਸਕਦਾ ਹੈ। ਇਹਨਾਂ ਦਾ ਕੀ ਪਤਾ ਕਿ ਉਹ ਪੈਸੇ ਨੂੰ ਕਿੱਧਰ ਲਾ ਦੇਣ, ਠੀਕ ਆ। ਆਖਰ ਉਹ ਪੈਸਾ ਕਿਹਦੇ ਅਕਾਊਂਟ 'ਚ ਜਾਊਗਾ, ਕਿਹਦੇ ਅਕਾਊਂਟ 'ਚ ਜਾਊਗਾ? ਜਿਹੜਾ ਸੈਂਟਰ ਦੀਆਂ ਸਕੀਮਾਂ ਦਾ ਪੈਸਾ ਸਟੇਟਾਂ ਤੱਕ ਪਹੁੰਚਣਾ ਹੈ 60-40 ਵਾਲਾ, ਜਾਂ ਜਿਹੜੇ 'ਚ 100 ਦਾ 100 ਰੁਪਈਆ ਸੈਂਟਰ ਸਰਕਾਰ ਨੇ ਦੇਣਾ ਹੈ। ਅੱਜ ਕੱਲ੍ਹ ਤੇ ਇੱਕ ਹੋਰ ਸੁਣਿਆ ਹੋਣਾ ਤੁਸੀਂ ਕਿ ਆੜਤੀਏ ਨੂੰ ਸਾਈਡ ਤੇ ਕਰਕੇ ਲੋਕਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਆ ਰਹੇ ਆ। ਹੁੰਦੀ ਹੋਣੀ ਇਹੋ ਜਿਹੀ ਕੋਈ ਗੱਲ। ਉਹ ਜਿਹੜੇ ਪੈਸੇ ਲੋਕਾਂ ਦੇ ਖਾਤਿਆਂ 'ਚ ਸਿੱਧੇ ਆ ਰਹੇ ਆ, ਉਹ ਕੌਣ ਦੇ ਰਿਹਾ ਹੈ? ਡਿਪਾਰਟਮੈਂਟ ਆਫ ਐਕਸਪੈਂਡੀਚਰ। ਪਰ ਤੁਸੀਂ ਨੋਟਿਸ ਕੀਤੀ ਇਹ ਗੱਲ ਕਿ ਉਹਦੇ 'ਚ ਕੋਈ ਬੈਂਕ ਇਨਵੋਲਵਡ ਨਹੀਂਗਾ, ਠੀਕ ਆ। ਸਰਕਾਰ ਸਿੱਧੇ ਤੌਰ ਤੇ ਇਨਵੋਲਵਡ ਆ। ਹਾਂ, ਆਉਂਦੇ ਤਾਂ ਲੋਕਾਂ ਦੇ ਖਾਤਿਆਂ 'ਚ, ਬੈਂਕਾਂ 'ਚ ਆਉਂਦੇ ਆ, ਪਰ ਉਹ ਪੈਸੇ RBI ਦੇ ਥਰੂ ਨਹੀਂ ਆਉਂਦੇ। ਸੈਂਟਰ ਸਰਕਾਰ ਨੇ ਆਪਣਾ ਇੱਕ ਬਹੁਤ ਤਗੜਾ ਸਿਸਟਮ ਬਣਾਇਆ ਹੋਇਆ ਹੈ। ਕੇਂਦਰ ਸਰਕਾਰ ਦੀ ਇੱਕ ਮਿਨਿਸਟਰੀ ਆ ਜਿਹੜੀ ਇਹ ਸਾਰਾ ਕੁਝ ਦੇਖਦੀ ਆ। ਉਸ ਮਿਨਿਸਟਰੀ ਦਾ ਨਾਮ ਆ ਮਿਨਿਸਟਰੀ ਆਫ ਫਾਈਨਾਂਸ। ਉਹਦੇ ਅੰਡਰ ਇੱਕ ਡਿਪਾਰਟਮੈਂਟ ਆ, ਡਿਪਾਰਟਮੈਂਟ ਦਾ ਨਾਮ ਆ ਡਿਪਾਰਟਮੈਂਟ ਆਫ ਐਕਸਪੈਂਡੀਚਰ, ਤੇ ਉਹਨੇ ਇੱਕ ਸਿਸਟਮ ਤਿਆਰ ਕੀਤਾ ਹੈ। ਉਸ ਸਿਸਟਮ ਦਾ ਨਾਮ ਆ PMFS। ਉਹ ਸਿਸਟਮ ਆ ਜਿਹਦੇ ਨਾਲ ਤੁਹਾਡੇ ਅਕਾਊਂਟ 'ਚ ਵੀ ਪੈਸੇ ਆਉਂਦੇ ਆ, MPਆਂ ਦੇ ਅਕਾਊਂਟ 'ਚ ਵੀ ਪੈਸੇ ਆਉਂਦੇ ਆ, ਸਟੇਟ ਗੌਰਮੈਂਟ ਦੇ ਅਕਾਊਂਟ 'ਚ ਵੀ ਇਹਦੇ ਥਰੂ ਹੀ ਪੈਸੇ ਆਉਂਦੇ ਆ, ਠੀਕ ਆ ਨਾ। ਤੇ ਜੇ ਸਪੋਜ਼ ਕਰੋ ਪੰਜਾਬ ਇੱਕ ਮਿਨਿਸਟਰੀ ਆ, ਮਤਲਬ ਕਿ ਜਿਵੇਂ ਸਪੋਜ਼ ਕਰੋ ਮੈਂ ਐਕਸਾਈਜ਼ ਇੰਸਪੈਕਟਰ ਲੱਗਿਆ ਹੋਵਾਂ ਸੈਂਟਰ ਸਰਕਾਰ ਦੇ ਕਿਸੇ ਡਿਪਾਰਟਮੈਂਟ 'ਚ, ਤਾਂ ਸੈਂਟਰ ਸਰਕਾਰ ਦੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਮਿਨਿਸਟਰੀ ਆਫ ਐਕਸਪੈਂਡੀਚਰ ਵੱਲੋਂ ਪੈਸਾ ਆਊਗਾ 20 ਕਰੋੜ ਕਿ ਆਪਣੇ ਮੁਲਾਜ਼ਮਾਂ ਨੂੰ 50-50 ਹਜ਼ਾਰ ਜਾਂ 60-60 ਹਜ਼ਾਰ ਤਨਖਾਹ ਦੇ ਦਿਓ। ਤਾਂ ਉਹਨਾਂ ਦੇ ਅਕਾਊਂਟ 'ਚ ਜਿਹੜਾ ਪੈਸਾ ਆਊਗਾ ਉਹ ਇਸ ਸਿਸਟਮ ਦੇ ਥਰੂ ਆਊਗਾ, ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ। ਆਹ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਸੈਂਟਰ ਸਰਕਾਰ ਦਾ ਇੱਕ ਬੜਾ ਤਗੜਾ ਸਿਸਟਮ ਆ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ। ਜਦੋਂ ਸ਼ੁਰੂ
शुरू होया सीगा उदों शुरू होया सी 2009 च। उदों सिर्फ स्कीमां वास्ते कि जिहड़ा सेंटर सरकार स्टेटां नूं पैसा दिंदी है वो इस अकाउंट के थ्रू जाऊगा, इस सिस्टम के थ्रू जाऊगा। पर हौली हौली करके साडे अकाउंटां च आउण वाला पैसा भी ठीक है, तो हौली हौली करके एमपीआं दे अकाउंटां च आउण वाला पैसा सारा कुछ हौली हौली करके इहदे नाल अटैच करता। तो इहनूं एक डिपार्टमेंट ऑफ एक्सपेंडिचर के अंडर ही एक ऑफिस आ, डिपार्टमेंट ऑफ एक्सपेंडिचर के अंडर ही एक ऑफिस आ, उन्होंने कहते हैं CGA। तुहाडे चों कोई बाला पढ़िया लिखिया होगा वो तंग हो सकता, वो इनू CAG ना पढ़ ले गलती नाल भी, क्योंकि एक ऑफिस होर बड़ा मशहूर आ साडे देश च CAG कैग, जिन्हों आपां कह दिंदे कंट्रोलर एंड ऑडिटर जनरल। ओहदा इस ऑफिस नाल कोई संबंध नहींगा। इस ऑफिस का नाम की आ CGA, कंट्रोलर जनरल ऑफ अकाउंट्स। की नाम आ? कंट्रोलर जनरल ऑफ अकाउंट्स। मेरी एक गल दसो, जे कोई मैनू कहे कि वट इज़ कंट्रोलर जनरल ऑफ अकाउंट्स या शॉर्ट फॉर्म च CGA, तो मेरी एक लाइन ध्यान नाल सुनियो। साडे देश च एक एक्सपेंडिचर डिपार्टमेंट ऑफ एक्सपेंडिचर है जिहड़ा कि मिनिस्ट्री ऑफ फाइनांस के अंडर काम करता है। वो अपना पैसा दूजे डिपार्टमेंट्स तक या लोगों तक एक अकाउंट के थ्रू पहुँचाते हैं। उस अकाउंट का नाम है PMFS। की नाम है? PMFS। ठीक है, उस अकाउंट सॉरी PFMS पब्लिक फाइनेंशियल मैनेजमेंट सिस्टम। उस अकाउंट चो गलत पैसा इधर उधर ना चल जे, उस अकाउंट का उस वही खाते का कोई अकाउंटेंट हिसाब रखता है। जिहड़ा अकाउंटेंट उस ओहदा हिसाब रखता है ओहदा नाम है कंट्रोलर जनरल ऑफ अकाउंट्स। ये कोई एक बंदा नहीं हुंदा, ये कंट्रोलर जनरल ऑफ अकाउंट एक अफसर आ जिन्हों बहुत सारे मुलाजम मिले होंदे आ ये काम करने वास्ते। ठीक है, ये किहड़े डिपार्टमेंट के अंडर काम करता है? डिपार्टमेंट ऑफ एक्सपेंडिचर के अंडर। आ गल चंगी तरह समझ आ गई। शुरू च तां ये इस करके सीगा कि साडे देश जिहड़ियां सेंटर सैक्टर दीयां स्कीमां चलदियां उन्हां दा पैसा लोकां तक सही पहुंच सके। पर अज दे टाइम च इहदा सारा मकसद बदल गया है। ठीक है, अज दे टाइम च अज की करदा है, तुहाडे अकाउंट वाले पैसे, एमपीआं दे अकाउंट वाले पैसे, सेंटर सैक्टर स्कीमां दे पैसे, सेंटर स्पॉन्सर स्कीमां दे पैसे, होर जिहड़ियां ग्रांटां, यार जिहड़ी भी ग्रांट सेंटर सरकार ने स्टेट सरकार नूं देनी है ना, जिहड़ी भी ग्रांट सेंटर सरकार ने स्टेट सरकार नूं देनी है, चाहे कोई स्कीमां दे पैसे आ सारे PMFS के थ्रू जाते हैं। तो निगरानी किहदी च जाते हैं? CGA दी निगरानी, CAG नहीं, किहदी निगरानी च जाते हैं? CGA दी निगरानी च जाते हैं। तो लास्ट गल एक बहुत इंपॉर्टेंट आ जिहड़ी कि सब तो वध इंपॉर्टेंट हो जाती है साडे कोल कि ये जिहड़ा ना PMFS सिस्टम आ जिहड़ा ये अपने आप च एक कोर बैंकिंग सल्यूशन आ। की है? कोर बैंकिंग सल्यूशन। एक शब्द बोलता मैं वो अपने आप फिर पंगा पै गया कि वट इज़ कोर बैंकिंग सल्यूशन। कोर बैंकिंग सल्यूशन अपने आप च एक इहो जिहा बैंकिंग सिस्टम हुंदा है जिन्हों सेंधमारी नहीं की जा सकती, जिन्हों लीकेज नहीं हैगी जिहदे च, जिन्हों ਇਹਦਾ मतलब ये आ कोर बैंकिंग सल्यूशन का मतलब आ कि सेंटर च एक दफ्तर आ, वो इत्थों भी अटैच आ, इत्थों भी अटैच आ, इत्थों भी अटैच आ भी अटैच आ भी सब कुछ डिजिटली अटैच आ, किते भी मैनुअल नहीं हुंदा काम। ये नहींगा कि एक पासों तुसीं कहता चंडीगढ़ वाले किसी डिपार्टमेंट नूं पैसे देते, अपने खाते च लिख लिया कि असीं पैसे दे दिते आ, उधर कहता कि फोन करके कि लिखो तुहाडे पैसे आ चुके आ, कुछ भी लिखिया नहीं जाता, सब कुछ कंप्यूटराइज्ड आ। जदों कंप्यूटराइज्ड इंटरनेट बैंकिंग के थ्रू सब कुछ जुड़िया होवे, एक स्ट्रोंग तरीके नाल जुड़िया होवे, उहदे वास्ते एक शब्द वरतिया जाता है कोर बैंकिंग सल्यूशन। तो मैं तुहानूं एक गल दसदा, तुसीं अक्सर देखिया होना बैंकां च हर बैंक का अपना एक कोर बैंकिंग सल्यूशन हुंदा है। ठीक है, स्टेट बैंक का अपना, उहदा दूजे बैंक का अपना, हुण तां जिहड़े अपने पिंडां च कोऑपरेटिव बैंक नहीं हुंदे उन्हां दे भी कोर बैंकिंग सल्यूशन आ गए है। जिहड़े बैंक वाले तुहाडे पैसे लैके ਜਾਂ ਤੁਹਾਨੂੰ ਪੈਸੇ ਦੇ ਕੇ ਹੱਥ ਨਾਲ ਰਸੀਦ ਕੱਟਦੇ ਆ ਉਹਨਾਂ ਕੋਲ ਹਜੇ ਕੋਰ ਬੈਂਕਿੰਗ ਸੋਲੂਸ਼ਨ ਨਹੀਂ ਆਇਆ। ਤੇ ਕੋਰ ਬੈਂਕਿੰਗ ਸੋਲੂਸ਼ਨ ਜੋੜ ਬੈਂਕਾਂ ਨੂੰ ਜੋੜਦਾ ਕਿਹਦੇ ਨਾਲ ਆ? ਹੈੱਡਕੁਆਟਰ ਨਾਲ ਜਾਂ ਹੈੱਡ ਆਫਿਸ ਨਾਲ। ਐਵੇਂ ਜਿਹੜਾ ਸੈਂਟਰ ਦਾ ਕੋਰ ਬੈਂਕਿੰਗ ਸੋਲੂਸ਼ਨ ਆ ਉਹ ਡਿਪਾਰਟਮੈਂਟ ਆਫ ਐਕਸਪੈਂਡੀਚਰ ਨੂੰ ਸਾਰਿਆਂ ਡਿਪਾਰਟਮੈਂਟਸ ਨਾਲ ਜੋੜਦਾ ਹੈ। ਇੱਥੋਂ ਤੱਕ ਕਿ ਸਾਰੀਆਂ ਸਟੇਟ ਗਵਰਨਮੈਂਟਸ ਦੇ ਜਿੰਨੇ ਵੀ ਸੈਕਟਰੀਏਟ ਨੇ, ਜਿਵੇਂ ਪੰਜਾਬ ਦਾ ਸੈਕਟਰੀਏਟ ਕਿੱਥੇ ਆ? चंडीगढ़, ਉਹਦੇ ਨਾਲ ਵੀ ਜੋੜੂਗਾ। ਇੱਥੋਂ ਤੱਕ ਕਿ ਮਿੰਨੀ ਸੈਕਟਰੀਏਟਸ ਨਾਲ ਵੀ ਜੋੜੂਗਾ। ਪਟਿਆਲੇ ਵਾਲੇ ਮਿੰਨੀ ਸੈਕਟਰੀਏਟ ਨਾਲ ਵੀ ਡਿਪਾਰਟਮੈਂਟ ਆਫ ਐਕਸਪੈਂਡੀਚਰ ਜੁੜਿਆ ਹੋਇਆ ਸੈਂਟਰ ਵਾਲਾ। ਪਤਾ ਕਿਉਂ? ਕਿਉਂਕਿ ਜਿਹੜਾ ਪਟਿਆਲੇ ਦਾ MP ਆ ਉਹਦੇ ਪੈਸੇ ਤਾਂ ਪਟਿਆਲੇ ਵਾਲੇ ਅਕਾਊਂਟ 'ਚ ਹੀ ਆਉਣੇ ਆ। ਤੇ ਇੱਕ ਗੱਲ ਯਾਦ ਰੱਖਿਓ, ਕਿਸੇ MP ਦਾ 5 ਕਰੋੜ ਰੁਪਈਆ MP ਦੇ ਖਾਤੇ 'ਚ ਨਹੀਂ ਆਉਂਦਾ ਕਿ ਭਗਵੰਤ ਮਾਨ ਨੇ ਕਿਹਾ ਮੇਰਾ ਖਾਤਾ ਇਹਦੇ 'ਚ ਪਾ ਦਿਓ, ਐਵੇਂ ਕੁਝ ਨਹੀਂ ਹੁੰਦਾ। ਜਿਹੜੇ ਜ਼ਿਲ੍ਹੇ ਦਾ ਉਹ MP ਹੁੰਦਾ ਹੈ, ਜਿਹੜੇ ਜ਼ਿਲ੍ਹੇ ਦਾ MP ਹੁੰਦਾ ਹੈ, ਉਸੇ ਜ਼ਿਲ੍ਹੇ ਦਾ ਜਿਹੜਾ DC ਹੁੰਦਾ ਹੈ ਉਹਦੇ ਸਰਕਾਰੀ ਅਕਾਊਂਟ 'ਚੋਂ 5 ਕਰੋੜ ਆਉਂਦਾ ਹੈ। ਤੇ MP ਆਪਣੀ ਮਰਜ਼ੀ ਨਾਲ ਪੈਸਾ ਖਰਚ ਸਕਦਾ ਹੈ,
ਪਰ ਉਸ ਪੈਸੇ ਨੂੰ ਲੈ ਕੇ ਕੈਸ਼ ਲੈ ਕੇ ਨਹੀਂ ਘੁੰਮ ਸਕਦਾ। ਉਹ ਕਹੂਗਾ ਕਿ ਮੇਰਾ ਇਹਦੇ ਚੋਂ ਕਰੋੜ ਰੁਪਈਆ ਫਲਾਣੇ ਪਿੰਡ ਨੂੰ ਦੇ ਦਿਓ। ਡੀਸੀ ਕਹੂਗਾ ਜੀ ਉਸ 50 ਲੱਖ ਦਾ ਤੂੰ ਕੀ ਕਰਨਾ ਹੈ? ਉਹ ਕਹੂਗਾ ਮੈਂ ਇੰਨੀਆਂ ਕੁਰਸੀਆਂ ਲੈਣੀਆਂ ਹੈ, ਬਸ ਫਿਰ ਉਹ ਸਾਈਨ ਕਰ ਦੂਗਾ। ਇਹਦਾ ਮਤਲਬ ਸਮਝ ਗਏ ਨਾ ਕਿ ਪੈਸਾ ਐਮਪੀ ਦਾ ਹੁੰਦਾ ਹੈ ਪਰ ਨਾ ਉਹਦੇ ਅਕਾਊਂਟ 'ਚ ਹੁੰਦਾ ਹੈ, ਸਿਰਫ ਉਹ ਆਪਣੀ ਮਰਜ਼ੀ ਨਾਲ ਖਰਚ ਸਕਦਾ ਹੈ। ਤਾਂ ਕਿਵੇਂ ਇਹ ਸਾਰਾ ਕੁਝ ਕੋਰ ਬੈਂਕਿੰਗ ਸੋਲਿਊਸ਼ਨ ਨਾਲ ਜੁੜਿਆ ਹੈ? ਉਸ ਕੋਰ ਬੈਂਕਿੰਗ ਸੋਲਿਊਸ਼ਨ ਦਾ ਨਾਮ ਆ PFMS, ਤੇ ਉਸ PFMS ਦੀ ਨਿਗਰਾਨੀ ਰੱਖਣ ਵਾਸਤੇ ਇੱਕ ਦਫ਼ਤਰ ਕੰਮ ਕਰਦਾ ਹੈ, ਕੰਟਰੋਲਰ ਜਨਰਲ ਆਫ ਅਕਾਊਂਟਸ ਕੰਮ ਕਰਦਾ ਹੈ। ਕਿਹੜੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ ਹੈ? ਡਿਪਾਰਟਮੈਂਟ ਆਫ ਐਕਸਪੈਂਡੀਚਰ। ਤੇ ਇਹ ਡਿਪਾਰਟਮੈਂਟ ਆਫ ਐਕਸਪੈਂਡੀਚਰ ਕਿਹੜੀ ਮਿਨਿਸਟਰੀ ਦੇ ਅੰਡਰ ਉਹ ਤੁਹਾਨੂੰ ਪਤਾ ਲੱਗ ਹੀ ਗਿਆ। ਆ ਲਓ ਜੀ, ਅੱਗੇ ਛੋਟੀ ਜੀ ਗੱਲ ਇਹ ਵੀ ਆ ਗਈ ਕਿ ਕੰਟਰੋਲਰ ਜਨਰਲ ਆਫ ਅਕਾਊਂਟਸ ਵੀ ਪੜ੍ਹ ਲਓ। ਇਹ ਇੱਕ ਇਹੋ ਜਿਹਾ ਦਫ਼ਤਰ ਆ ਜਾਂ ਇਹ ਇਹੋ ਜਿਹਾ ਇੱਕ ਮੁਲਾਜ਼ਮ ਆ, ਇਹਦੇ ਅੰਡਰ ਹੋਰ ਕਈ ਮੁਲਾਜ਼ਮ ਕੰਮ ਕਰਦੇ ਆ, ਜਿਹੜਾ ਕਿ ਡਿਪਾਰਟਮੈਂਟ ਆਫ ਐਕਸਪੈਂਡੀਚਰ ਦੇ ਅੰਡਰ ਆ। ਠੀਕ ਆ, ਇਹ ਸੈਂਟਰ ਸਰਕਾਰ ਦੇ ਸਾਰੇ ਖਰਚਿਆਂ ਦੀ ਨਿਗਰਾਨੀ ਰੱਖਦਾ ਹੈ। ਜਿਹੜੇ ਕਿਹੜੇ ਖਰਚੇ? ਜਿਹੜੇ ਸੈਂਟਰ ਸਰਕਾਰ ਨੇ ਮੰਥਲੀ ਕਰਨੇ ਹੁੰਦੇ ਆ ਤੇ ਐਨੂਅਲੀ ਕਰਨੇ ਹੁੰਦੇ ਆ। ਮੰਥਲੀ ਵੀ ਤੁਹਾਨੂੰ ਪਤਾ ਸੈਂਟਰ ਸਰਕਾਰ ਜ਼ਿਆਦਾਤਰ ਖਰਚੇ ਜਾਂ ਤਾਂ ਮੰਥਲੀ ਕਰਦੀ ਆ, ਕਿਉਂਕਿ ਮਹੀਨੇ ਬਾਅਦ ਮੁਲਾਜ਼ਮਾਂ ਦੀ ਤਨਖਾਹ ਦੇਣੀ ਤੇ ਹੋਰ ਛੋਟੇ-ਮੋਟੇ ਖਰਚੇ, ਤੇ ਜਾਂ ਖਰਚੇ ਕੀ ਹੁੰਦੇ ਆ ਭਲਾ? ਐਨੂਅਲੀ, ਜਿਹੜਾ ਬਜਟ ਜਾਣਾ ਹੁੰਦਾ ਉਹਦੇ ਖਰਚੇ। ਸਭ ਦੀ ਨਿਗਰਾਨੀ ਇਹੀ ਰੱਖਦਾ ਹੈ। ਠੀਕ ਆ, ਸੈਂਟਰ ਸਰਕਾਰ ਨੂੰ ਹਰ ਸਾਲ ਦੇ ਤੇ ਹਰ ਮਹੀਨੇ ਦੇ, ਦੁਬਾਰਾ ਸੁਣਿਓ ਗੱਲ, ਹਰ ਸਾਲ ਦੇ ਤੇ ਹਰ ਮਹੀਨੇ ਦੇ ਅਕਾਊਂਟ ਦੇ ਹਿਸਾਬ ਦਿੰਦਾ ਹੈ। ਸੈਂਟਰ ਸਰਕਾਰ ਇਹਦੇ ਤੋਂ ਹਰ ਮਹੀਨੇ ਦਾ ਤੇ ਹਰ ਸਾਲ ਦਾ ਅਕਾਊਂਟ ਮੰਗਦੀ ਹੈ ਕਿ ਸਾਰਾ ਕੁਝ ਠੀਕ ਆ। ਤੇ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਇੱਕ ਗੱਲ ਹੋਰ, ਜਿੰਨਾ ਕੈਸ਼ ਇਹਨਾਂ ਕੋਲ ਵਾਧੂ ਬਚਿਆ ਹੁੰਦਾ ਹੈ, ਇਹ ਆਪਣੇ ਕੋਲ ਨਹੀਂ ਰੱਖਦੇ। ਇਹ ਪੈਸਾ RBI ਕੋ ਜਮ੍ਹਾਂ ਕਰਾਉਂਦਾ ਜਾ ਕੇ, CGA ਅਕਾਊਂਟ ਦੇਖਣ ਤੋਂ ਬਾਅਦ। ਠੀਕ ਆ, ਇੱਕ ਇਹਨਾਂ ਦੇ ਪੂਰੇ ਮਹੀਨੇ ਦੇ ਤੇ ਸਾਲ ਦੀ ਰਿਵਿਊ ਰਿਪੋਰਟ ਦੇਖਦਾ ਕਿ ਇਸ ਵਾਰ ਕਿੰਨੇ ਖਰਚੇ ਹੋਏ ਆ। ਤੇ ਇੱਕ ਗੱਲ ਹੋਰ, ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਨਾਲ ਜਿਹੜੇ ਮੁਲਾਜ਼ਮ ਰਿਟਾਇਰ ਹੋ ਚੁੱਕੇ ਆ ਉਹਨਾਂ ਦੀ ਪੈਨਸ਼ਨ ਦੇਣ ਦੀ ਜ਼ਿੰਮੇਵਾਰੀ ਵੀ ਇਸੇ ਦੀ ਹੁੰਦੀ ਹੈ। ਉਹਨਾਂ ਨੂੰ ਪੈਨਸ਼ਨਾਂ ਵੰਡਣ ਦੀ ਜ਼ਿੰਮੇਵਾਰੀ ਆ ਚੰਗੀ ਤਰ੍ਹਾਂ ਪੱਲੇ ਪੈ ਗਈ। ਤਾਂ ਕੰਟਰੋਲਰ ਜਨਰਲ ਆਫ ਅਕਾਊਂਟਸ ਕੀ ਚੀਜ਼ ਆ, ਇਹਨੂੰ ਸਮਝਣ ਤੋਂ ਬਾਅਦ ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਦੋ ਡਿਪਾਰਟਮੈਂਟ ਸਾਨੂੰ ਐਗਜ਼ੈਕਟਲੀ ਪਤਾ ਲੱਗ ਗਿਆ ਕਿ ਉਹ ਕਿਹੜੇ ਆ। ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਤੇ ਦੂਜਾ ਕਿਹੜਾ ਸੀ? ਡਿਪਾਰਟਮੈਂਟ ਆਫ ਐਕਸਪੈਂਡੀਚਰ। ਹੁਣ ਗੱਲ ਕਰਦੇ ਆ ਆਪਾਂ ਤੀਸਰੇ ਡਿਪਾਰਟਮੈਂਟ ਦੀ। ਜਿਹੜਾ ਤੀਸਰਾ ਡਿਪਾਰਟਮੈਂਟ ਆ ਜਿਹੜਾ ਇਹਦੇ ਅੰਡਰ ਕੰਮ ਕਰਦਾ ਹੈ, ਉਹਦਾ ਨਾਮ ਆ ਡਿਪਾਰਟਮੈਂਟ ਆਫ ਰੈਵਨਿਊ। ਬਹੁਤ ਧਿਆਨ ਨਾਲ ਦੇਖਿਓ, ਡਿਪਾਰਟਮੈਂਟ ਆਫ ਰੈਵਨਿਊ ਮੋਸਟ ਇੰਪੋਰਟੈਂਟ ਤੇ ਕਾਫੀ ਔਖਾ ਹੈ। ਪਤਾ ਕਿਉਂ? ਕਿਉਂਕਿ ਇਹਦੇ 'ਚ ਹੋਣਾ ਪੈਸਾ ਇਕੱਠਾ ਹੋਣਾ। ਠੀਕ ਆ, ਡਿਪਾਰਟਮੈਂਟ ਆਫ ਰੈਵਨਿਊ 'ਚੋਂ ਅਸੀਂ ਬਹੁਤ ਪੈਸੇ ਇਕੱਠੇ ਕਰਨੇ ਆ। ਡਿਪਾਰਟਮੈਂਟ ਆਫ ਰੈਵਨਿਊ ਬੇਸਿਕਲੀ ਪੰਜਾਬੀ 'ਚ ਕਹਿ ਲਈਏ ਤਾਂ ਟੈਕਸ ਇਕੱਠੇ ਕਰਦਾ ਹੈ। ਕੀ ਇਕੱਠੇ ਕਰਦਾ ਹੈ? ਟੈਕਸ ਇਕੱਠੇ ਕਰਦਾ ਹੈ। ਤੇ ਇੱਕ ਗੱਲ ਯਾਦ ਰੱਖਿਓ, ਟੈਕਸ ਇਕੱਠੇ ਕਰਨ ਵਾਸਤੇ ਇਸ ਡਿਪਾਰਟਮੈਂਟ ਦੇ ਅੰਡਰ 2 ਆਫਿਸ ਬਣੇ ਹੋਏ ਆ। ਕਿੰਨੇ ਆਫਿਸ ਬਣੇ ਆ ਜੀ? 2 ਆਫਿਸ। ਹੁਣ ਇੱਕ ਗੱਲ ਦੇਖੋ, ਇਹ ਇੰਡੀਆ ਹੈ, ਠੀਕ ਆ, ਹਰ ਕੋਈ ਟੈਕਸ ਦਿੰਦਾ ਵੀ ਨਹੀਂ। ਕੋਈ ਟੈਕਸ ਨੂੰ ਓਲੇ ਕਰ ਲੈਂਦਾ ਹੈ, ਕੋਈ ਟੈਕਸ ਚੋਰੀ ਕਰ ਲੈਂਦਾ ਹੈ। ਠੀਕ ਆ, ਕਿਸੇ ਦਾ ਕੋਈ ਰੌਲਾ ਪੈ ਜਾਂਦਾ ਹੈ, ਕੋਈ ਇਲੀਗਲੀ ਪੈਸਾ ਬਾਹਰ ਲੈ ਜਾਂਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਸਮਗਲਿੰਗ ਕਰਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਡਿਪਾਰਟਮੈਂਟ ਦਾ ਕੰਮ ਹੀ ਬਹੁਤ ਜ਼ਿਆਦਾ ਹੈ? ਇਸ ਡਿਪਾਰਟਮੈਂਟ ਦੇ ਅੰਡਰ ਫਿਰ ਅੱਗੇ ਵੱਖਰੇ ਹੋਰ ਵੀ ਕਈ ਮਹਿਕਮੇ ਬਣੇ ਹੋਏ ਆ। ਉਹ ਫਿਰ ਉਹਨਾਂ ਨੂੰ ਤੰਗ ਕਰਦੇ ਆ, ਜਿਹੜੇ ਇਹਨਾਂ ਨੂੰ ਤੰਗ ਕਰਦੇ ਆ। ਹੁਣ ਇਹਦੇ ਅੰਡਰ ਇੱਕ ਬੜਾ ਇੰਪੋਰਟੈਂਟ ਮਹਿਕਮਾ, ਪਿਛਲੇ 2 ਮਹੀਨਿਆਂ 'ਚ ਪੰਜਾਬੀਆਂ ਨੇ ਜਿੰਨਾ ਉਸ ਡਿਪਾਰਟਮੈਂਟ ਬਾਰੇ ਸੁਣਿਆ, ਜਿੰਨਾ ਉਸ ਬੋਰਡ ਬਾਰੇ ਸੁਣਿਆ ਹੈ, ਉਹਨਾਂ ਕਿਸੇ ਬੋਰਡ ਬਾਰੇ ਨਹੀਂ ਸੁਣਿਆ। ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਕੰਮ ਕਰਦੀ ਹੈ ED। ਸੁਣਿਆ ਕਿਸੇ ਨੇ? ਇਨਫੋਰਸਮੈਂਟ ਡਾਇਰੈਕਟਰੇਟ। ਨਹੀਂ ਪਤਾ ਤੇ ਚੰਨੀ ਜੀ ਨੂੰ ਪੁੱਛ ਲਿਓ ਜਾ ਕੇ, ਠੀਕ ਆ, ਜਾਂ ਮਜੀਠੀਆ ਸਾਹਿਬ ਨੂੰ ਪੁੱਛ ਲਿਓ। ਤਾਂ ਇਨਫੋਰਸਮੈਂਟ ਡਾਇਰੈਕਟਰੇਟ ਇੱਕ ਇਹੋ ਜਿਹਾ ਬੋਰਡ ਆ ਜਿਹੜਾ ਉਹਨਾਂ ਤੇ ਨਿਗਰਾਨੀ ਰੱਖਦਾ ਹੈ ਜਿਹੜਾ ਰੈਵਨਿਊ ਜਮ੍ਹਾਂ ਨਹੀਂ ਕਰਾਉਂਦਾ। ਠੀਕ ਆ, ਜਾਂ ਜ਼ਿਆਦਾ ਰੈਵਨਿਊ ਕਮਾ ਕੇ ਜਮ੍ਹਾਂ ਘੱਟ ਕਰਾਉਂਦਾ ਹੈ। ਤਾਂ ED ਹੋ ਗਿਆ। ਤੇ ਇਕੱਲਾ ED ਨਹੀਂ, ED ਦਾ ਤਾਂ ਪਤਾ ਲੱਗ ਗਿਆ ਕਿਉਂਕਿ ਪੰਜਾਬ 'ਚ ਇਲੈਕਸ਼ਨਾਂ ਤੋਂ ਪਹਿਲਾਂ ED ਦੇ ਚਰਚੇ ਹੋ ਗਏ ਕਿ ED ਨੇ ਛਾਪਾ ਮਾਰਿਆ ਫਲਾਣੇ ਅਕਾਲੀ MP ਦੇ ਘਰੇ ਜਾਂ MLA ਦੇ ਘਰੇ, ਕਾਂਗਰਸੀ MP ਜਾਂ MLA ਦੇ ਘਰੇ, ਜਾਂ ਕਿਸੇ ਝਾੜੂ ਵਾਲੇ ਹਜੇ ਸਰਕਾਰ 'ਚ ਆਈ ਨਹੀਂ ਸੀ, ਠੀਕ ਆ, ਉਹ ਆਏ ਹੁੰਦੇ। ਤਾਂ ਇੰਨਾ ਕੁ ਮਾਹੌਲ ਤਾਂ ਉਹਨਾਂ ਨੇ ਵੀ ਬਣਾਇਆ ਹੋਣਾ ਸੀਗਾ ਕਿ ਇੰਨਾ ਕੁ ਤੇ ਪ੍ਰਾਊਡ ਕਰ ਸਕਦੇ ਆਪਾਂ ਉਹਨਾਂ ਦੇ ਕਿ ਉਹਨਾਂ ਦੇ ਵੀ ਘਰੇ ਛਾਪੇ ਪੈਂਦੇ ਹੀ। ਫਿਰ ਪਰ ਜਿਨ੍ਹਾਂ ਦੇ ਪਏ ਆ ਉਹ ED ਦੇ ਛਾਪੇ ਆ। ED ਕਿਉਂ ਛਾਪੇ ਮਾਰਦਾ ਹੈ? ਕਿਉਂਕਿ ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ 2 ਪ੍ਰਕਾਰ ਦੇ ਟੈਕਸ ਹੁੰਦੇ ਆ, ਇੱਕ ਡਾਇਰੈਕਟ ਟੈਕਸ ਤੇ ਇੱਕ ਕਿਹੜਾ? ਇਨਡਾਇਰੈਕਟ ਟੈਕਸ। ਦੇਖੋ ਵੈਸੇ ਤਾਂ ਮੋਟੇ ਤੌਰ ਤੇ ਡਾਇਰੈਕਟ ਟੈਕਸ ਤੇ ਇਨਡਾਇਰੈਕਟ ਟੈਕਸ 'ਚ ਇੱਕ ਸਿੱਧਾ ਫਰਕ ਆ। ਡਾਇਰੈਕਟ ਟੈਕਸ ਜਿਹੜਾ ਡਾਇਰੈਕਟਲੀ ਇਕੱਠਾ ਕਰ ਲਿਆ ਜਾਵੇ ਤੇ ਜਦੋਂ ਦੇਣ ਦੀ ਵਾਰੀ ਆਉਂਦੀ ਆ ਦੁਖਦਾ ਹੈ।
ਇਨਡਾਇਰੈਕਟ ਟੈਕਸ ਜਿਹੜਾ ਟੈਕਸ ਜਮ੍ਹਾਂ ਵੀ ਕਰਾ ਲਿਆ ਜਾਂਦਾ ਹੈ ਤੇ ਦੁਖਦਾ ਵੀ ਨਹੀਂ। 100 ਰੁਪਏ ਦਾ ਜਾਂ 50 ਰੁਪਏ ਦੀ ਸਾਬਣ ਦੀ ਟਿੱਕੀ ਲੈ ਕੇ ਆਓ, ਠੀਕ ਆ, ਪਤਾ ਹੀ ਨਹੀਂ ਲੱਗਦਾ ਕਿ ਇਹ 'ਚ 5 ਕੇ 7 ਰੁਪਏ ਟੈਕਸ ਦੇ ਆਏ ਆ। GST ਉਹ ਕਿਹੜਾ ਟੈਕਸ ਹੋਇਆ? ਇਨਡਾਇਰੈਕਟ ਟੈਕਸ। ਜਦੋਂ ਤੁਹਾਡੀਆਂ ਕਮਾਈਆਂ ਹੋਣਗੀਆਂ, ਹੁਣ ਮੰਨ ਲਓ ਜੇ 35,000 ਰੁਪਏ ਤਨਖਾਹ ਹੋਈ ਤੇ ਰੱਬ ਤੁਹਾਡਾ ਭਲਾ ਕਰੇ ਹੋ ਗਈ 4.5-5 ਲੱਖ, 3 ਸਾਲ ਬਾਅਦ ਪ੍ਰੋਬੇਸ਼ਨ ਪੂਰਾ ਕਰਨ ਤੋਂ ਬਾਅਦ ਵੈਸੇ ਵੀ ਜੇ ਝਾੜੂ ਵਾਲੇ ਆ ਗਏ ਉਹ ਕਹਿ ਰਹੇ ਆ ਕਿ ਇੱਕ ਤਾਂ ਤਨਖਾਹ 6ਵੇਂ ਪੇ ਕਮਿਸ਼ਨ ਨਾਲ ਦੇਵਾਂਗੇ, ਇੱਕ ਪਹਿਲੇ ਦਿਨ ਤੋਂ ਹੀ ਪੂਰੀ ਦੇਵਾਂਗੇ, ਆਪਾਂ ਉਸ ਹਿਸਾਬ ਨਾਲ ਲਾ ਲਈਏ ਫਿਰ 70,000 ਜਾਂ 60,000 ਬਣਦੀ ਆ, ਤਾਂ ਉਹ 60,000 ਨਾਲ 7,20,000 ਆ ਗਏ ਸਲੈਬ 'ਚ। ਉਹ 7,20,000 ਦਾ ਜੇ 10% ਜਾਂ ਉੱਕਾ ਫੁੱਕਾ ਲਾ ਕੇ ਚੱਲੋ 15% ਵੀ ਤੁਹਾਨੂੰ ਟੈਕਸ ਪੇ ਕਰਨਾ ਪਿਆ, ਉਹ ਬੜਾ ਦੁਖੂਗਾ, ਕਿਉਂਕਿ ਉਹ ਆਪਣੇ ਆਪ ਨਹੀਂ ਕੱਟਿਆ ਜਾਂਦਾ, ਉਹ ਆਪ ਕਟਾਉਣਾ ਪੈਂਦਾ ਹੈ। ਜਿਹੜਾ ਟੈਕਸ ਆਪ ਕਟਾਉਣਾ ਪਵੇ ਉਹ ਡਾਇਰੈਕਟ ਟੈਕਸ, ਜਿਹੜਾ ਕੱਟੇ ਦਾ ਪਤਾ ਨਾ ਲੱਗੇ ਉਹ ਇਨਡਾਇਰੈਕਟ ਟੈਕਸ, ਠੀਕ ਆ। ਹਾਂ, ਹੁਣ ਤਾਂ ਸਰਕਾਰ ਨੇ ਇਹ ਵੀ ਇੱਕ ਵਧੀਆ ਪਾਲਿਸੀ ਬਣਾਈ ਹੋਈ ਹੈ ਕਿ ਤੁਸੀਂ ਇਦਾਂ ਕਰੋ 7,20,000 ਜੇ ਤੁਹਾਡੀ ਸਾਲ ਦੀ ਕਮਾਈ ਆ, ਤੁਸੀਂ ਸਰਕਾਰੀ ਨੌਕਰੀ ਕਰਦੇ ਹੋ, ਤੁਹਾਨੂੰ ਪਤਾ ਹੈ ਕਿ 7,20,000 ਤੁਸੀਂ ਸਾਲ 'ਚ ਕਮਾ ਲੈਣਾ ਹੈ, ਤੁਸੀਂ ਹਰ ਮਹੀਨੇ 5-5 ਰੁਪਇਆ ਸਾਈਡ ਤੇ ਜਾਂ 3-3 ਰੁਪਇਆ ਵੈਸੇ ਹੀ ਸੋਰਸ ਤੋਂ ਹੀ ਕਟਾ ਲਓ, ਜਿੱਥੋਂ ਕਿ ਤੁਹਾਨੂੰ ਐ ਫੀਲ ਹੋਵੇ ਕਿ ਤੁਹਾਡੀ ਤਨਖਾਹ 2,000 ਘੱਟ ਆ, ਠੀਕ ਆ, ਕਿ ਡਾਇਰੈਕਟ 'ਚ ਵੀ ਇਨਡਾਇਰੈਕਟ ਵਾਲੀ ਫੀਲਿੰਗ ਲਓ। ਪਰ ਉਹ ਬਾਅਦ ਦੀ ਗੱਲ ਆ। ਡਾਇਰੈਕਟ ਟੈਕਸ ਉਹ ਹੁੰਦਾ ਹੈ ਜਿੱਥੇ ਜਿਹਦੇ ਤੋਂ ਇਨਸੀਡੈਂਸ ਹੋਇਆ ਇੰਪੈਕਟ ਵੀ ਉਹਦੇ ਤੇ ਹੀ ਆ, ਠੀਕ ਆ, ਤੇ ਇਨਡਾਇਰੈਕਟ ਉਸ ਤੋਂ ਉਲਟ ਹੁੰਦਾ ਹੈ। ਪਰ ਉਹ ਆਪਾਂ ਡਾਇਰੈਕਟ ਤੇ ਇਨਡਾਇਰੈਕਟ ਦੇ ਫਰਕ 'ਚ ਸਮਝਾਂਗੇ, ਇੱਥੇ ਆਪਾਂ ਕੋਈ ਚੱਕਰ ਨਹੀਂ ਪਾਉਣਾ। ਡਾਇਰੈਕਟ ਟੈਕਸ ਤੇ ਇਨਡਾਇਰੈਕਟ ਟੈਕਸ ਦੋ ਅੱਡ-ਅੱਡ ਪ੍ਰਕਾਰ ਦੇ ਟੈਕਸ ਆ। ਕਿਹੜਾ ਟੈਕਸ ਕਲੈਕਟ ਕਰਨਾ ਸੌਖਾ ਹੈ? ਇਨਡਾਇਰੈਕਟ। ਸਾਬਣ ਨਾਲ ਹੀ ਟੈਕਸ ਲਾਤਾ। ਡਾਇਰੈਕਟ ਇਕੱਠਾ ਕਰਨਾ ਬਹੁਤ ਔਖਾ ਹੈ, ਠੀਕ ਆ। ਲੁਕਾਉਣ ਵਾਲੇ ਲੁਕਾਉਂਦੇ ਆ, ਚੋਰੀ ਕਰਨ ਵਾਲੇ ਚੋਰੀ ਕਰਦੇ ਆ, ਠੀਕ ਆ, ਉਹਨੂੰ ਇਵੇਡ ਕਰਨ ਵਾਲੇ ਇਵੇਡ ਕਰਦੇ ਆ, ਠੀਕ ਆ। ਕਿਸੇ ਵੀ ਪ੍ਰਕਾਰ ਦੀ ਕਈ ਚੀਜ਼ਾਂ ਹੋ ਜਾਂਦੀਆਂ। ਦੋ ਡਿਪਾਰਟਮੈਂਟ ਨੇ, ਇੱਕ ਦਾ ਨਾਮ ਆ CBDT, ਕੀ ਨਾਮ ਆ ਜੀ? ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ। ਇਹ ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਕੰਮ ਕਰਨ ਵਾਲੀ ਇੱਕ ਸੰਸਥਾ ਹੈ। ਇੱਕ ਦਾ ਨਾਮ ਆ CBIC, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮ। ਵੈਸੇ ਇਹਦਾ ਨਾਮ ਹੋਣਾ ਚਾਹੀਦਾ ਸੀ CBI ਬਹੁਤ, ਪਰ ਫਿਰ ਮਿਕਸ ਹੋ ਜਾਣਾ ਸੀ ਕੰਮ। ਜਾਂ CBIT, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ। ਕਸਟਮ ਡਿਊਟੀ ਸਮਝ ਗਏ ਨਾ? ਜਦੋਂ ਆਪਾਂ ਬਾਹਰੋਂ ਆਉਨੇ ਆ ਤੇ ਸਾਡੇ ਤੇ ਜੋ ਟੈਕਸ ਲੱਗਦਾ ਇੰਪੋਰਟ ਐਕਸਪੋਰਟ ਤੇ ਲੱਗਦਾ, ਉਹਨੂੰ ਕਸਟਮ ਟੈਕਸ ਕਹਿੰਦੇ ਆ ਜਾਂ ਕਸਟਮ ਡਿਊਟੀ ਕਹਿ ਦਿੰਦੇ ਆ। ਜਦੋਂ ਅਸੀਂ ਕੁਝ ਮੈਨੂਫੈਕਚਰ ਕਰਦੇ ਆ, ਮੈਨੂਫੈਕਚਰਿੰਗ ਤੇ ਇੱਕ ਟੈਕਸ ਲੱਗਦਾ ਹੈ ਐਕਸਾਈਜ਼। ਜਦੋਂ ਅਸੀਂ ਕੁਝ ਵੇਚਦੇ ਆ ਉੱਤੇ ਪੁਰਾਣੇ ਜ਼ਮਾਨੇ 'ਚ ਸੇਲਸ ਟੈਕਸ ਲੱਗਦਾ ਸੀ, ਅੱਜ ਦੇ ਜ਼ਮਾਨੇ 'ਚ ਕੀ ਲੱਗਦਾ ਹੈ? GST। ਆ GST ਹੋ ਗਿਆ, ਕਸਟਮ ਟੈਕਸ ਹੋ ਗਿਆ, ਐਕਸਾਈਜ਼ ਟੈਕਸ ਹੋ ਗਿਆ। ਇਹ ਸਾਰਾ ਕੁਝ ਕੀ ਹੈ ਭਲਾ? ਇਹ ਸਭ ਕੁਝ ਇਨਡਾਇਰੈਕਟ ਟੈਕਸ ਨੇ। ਇਹ ਸਾਰੇ ਇਹਦੇ 'ਚ ਹੀ ਆ ਗਏ ਆ ਦੱਸੋ ਜੀ, ਗੱਲ ਸਮਝ ਆ ਗਈ? ਇਹ ਸਾਰੇ ਟੈਕਸ CBIC ਦੇ ਅੰਡਰ ਆਉਂਦੇ ਆ, ਉਹ ਡਾਇਰੈਕਟ। ਤੇ ਇੱਕ ਗੱਲ ਯਾਦ ਰੱਖਿਓ, ਜਿਹੜੇ ਇਹ ਟੈਕਸ ਨਹੀਂ ਦਿੰਦੇ, ਫਿਰ ਇਹਨਾਂ ਦੋਵਾਂ ਡਿਪਾਰਟਮੈਂਟ, ਇਸ ਡਿਪਾਰਟਮੈਂਟ ਦੇ ਅੰਡਰ ਇੱਕ ਆਹ ਬੋਡੀ ਪੜ੍ਹਨੀ ਆ, ਇੱਕ ਆਹ ਪੜ੍ਹਨੀ ਆ, ਤੇ ਇਸ ਤੋਂ ਬਾਅਦ 3-4 ਬੋਡੀਜ਼ ਉਹ ਪੜ੍ਹਨੀਆਂ ਹੈ ਜਿਹੜੇ ਇਹ ਟੈਕਸ ਨਹੀਂ ਦਿੰਦੇ, ਫਿਰ ਉਹ ਟੈਕਸ ਲੈ ਕੇ ਆਉਂਦੇ ਉਹਨਾਂ ਤੋਂ, ਜਿਵੇਂ ED ਟਾਈਪ, ਠੀਕ ਆ। ਤਾਂ 3-4 ਮਿਲਾ ਕੇ ਕੁੱਲ ਮਿਲਾ ਕੇ 6 ਬੋਡੀਜ਼ ਇਸ ਡਿਪਾਰਟਮੈਂਟ ਦੇ ਅੰਡਰ ਹੋ ਗਈਆਂ। ਕਰੀਏ ਜੀ ਆਪਾਂ ਸਟਾਰਟ। ਸਭ ਤੋਂ ਪਹਿਲਾਂ ਡਿਪਾਰਟਮੈਂਟ ਆਫ ਰੈਵਨਿਊ, ਜਿਹੜਾ ਕਿ ਬੇਸਿਕਲੀ ਦੋ ਡਿਪਾਰਟਮੈਂਟਸ ਤੋਂ, ਦੋ ਬੋਡੀਜ਼ ਤੋਂ ਬਣਿਆ, ਦੋ ਬੋਰਡਸ ਇਹਦੇ ਅੰਡਰ ਕੰਮ ਕਰਦੇ ਆ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਤੇ ਸੈਂਟਰਲ ਬੋਰਡ ਆਫ ਕਿਹੜਾ ਹੈ? ਇਨਡਾਇਰੈਕਟ ਟੈਕਸ ਐਂਡ ਕਸਟਮਸ। ਹੁਣ ਆ ਜਾਓ ਕਿ ਪਹਿਲਾਂ ਆਪਾਂ ਪੜ੍ਹੀਏ। ਸਭ ਤੋਂ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਡਾਇਰੈਕਟ ਟੈਕਸ CBDT। ਆਪਾਂ ਨੂੰ ਪਤਾ ਲੱਗ ਹੀ ਗਿਆ ਕੀ ਆ, ਉਹ ਅੱਗੇ ਜਾ ਕੇ ਵੀ ਥੋੜੀ ਜਿਹੀ ਐਕਸਪਲੇਨੇਸ਼ਨ ਆ ਜਾਊਗੀ, ਠੀਕ ਆ, ਕਿ CBDT ਕੀ ਆ, ਠੀਕ ਆ। ਤੇ ਪਹਿਲਾਂ ਆਪਾਂ ਪੜ੍ਹੀਏ ED, ਇਨਫੋਰਸਮੈਂਟ ਡਾਇਰੈਕਟੋਰੇਟ। ਤੁਸੀਂ ਟੈਕਸ ਚੋਰੀ ਕਰਦੇ ਹੋ। ਹੁਣ ਬੜੇ ਧਿਆਨ ਨਾਲ ਸੁਣਿਓ। ਪਹਿਲੀ ਗੱਲ ਸਮਝਦੇ ਆ ਕਿ ED ਹੈ ਕੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ਹੈ ਕੀ ਆ। ਇਹ ਇੱਕ ਏਜੰਸੀ ਆ। ਕੀ ਹੈ? ਇੱਕ ਏਜੰਸੀ। ਇਹ ਇੱਕ ਅਜਿਹੀ ਏਜੰਸੀ ਆ ਜਿਹੜੇ ਲੋਕ ਟੈਕਸ ਚੋਰੀ ਕਰਦੇ ਆ। ਹੁਣ ਟੈਕਸ ਕਿਹਨੂੰ ਕਹੂੰਗਾ ਮੈਂ ਕਿ ਇਹ ਟੈਕਸ ਚੋਰੀ ਆ? ਮੇਰੀ ਗੱਲ ਧਿਆਨ ਨਾਲ ਸੁਣਿਓ। ਮੇਰੀ 6 ਲੱਖ ਰੁਪਈਆ ਕਮਾਈ ਆ, ਮੈਨੂੰ ਭਾਰਤ ਸਰਕਾਰ ਨੇ ਕਿਹਾ ਕਿ ਤੂੰ ਇਦਾਂ ਕਰ, ਜੇ ਤੂੰ ਇੰਸ਼ੋਰੈਂਸ ਕਰਾ ਲੇਗਾ ਨਾ, ਆ ਜਿਹੜਾ ਤੂੰ ਇੰਸ਼ੋਰੈਂਸ ਦਾ ਪ੍ਰੀਮੀਅਮ ਭਰੇਗਾ ਉਹਨਾਂ ਹਿੱਸਾ ਅਸੀਂ ਤੇਰੇ ਕੋਲ ਨਹੀਂ ਲਵਾਂਗੇ, ਤੂੰ ਲੋਨ ਕਰਾ ਲਾ, ਕਾਰ ਲੋਨ ਤੇ ਲੈ ਲਾ, ਘਰ ਤੇ ਲੋਨ ਲੈ ਲਾ, ਆ ਜਿਹੜੀ ਤੇਰੀ ਲੋਨ ਦੀ ਕਿਸ਼ਤ ਆ ਉਹਦੇ ਬਰਾਬਰ ਤੋਂ ਅਸੀਂ ਉਹਦਾ ਇਨਵਾਂ ਹਿੱਸਾ ਤੇਰਾ ਟੈਕਸ ਮਾਫ ਕਰ ਦਾਂਗੇ। ਮੈਂ ਟੈਕਸ ਬਚਾ ਲਿਆ ਆਪਣਾ। ਕੀ ਮੈਂ ਟੈਕਸ ਚੋਰੀ ਕੀਤਾ ਹੈ? ਨਹੀਂ। ਮੈਂ ਟੈਕਸ ਇਵੇਡ ਨਹੀਂ ਕੀਤਾ, ਮੈਂ ਟੈਕਸ ਚੋਰੀ ਨਹੀਂ ਕੀਤਾ। ਦੇਖੋ, ਚੋਰੀ ਉਹ ਹੁੰਦੀ ਆ ਜਿੱਥੇ ਮੈਂ ਆਪਣੀ ਇਨਕਮ ਲਕੋਈ, ਜਾਂ ਮੈਂ ਆਪਣੀ ਇਨਕਮ ਨੂੰ ਕਿਸੇ ਹੋਰ ਰੂਟ ਤੋਂ ਬਾਹਰ ਲੈ ਗਿਆ, ਉੱਥੋਂ ਪੈਸੇ ਨੂੰ ਕਮਾ ਕੇ ਗਲਤ ਤਰੀਕੇ ਨਾਲ ਇੰਡੀਆ ਲਿਆਇਆ। ਜਾਂ ਇੱਕ ਤੀਸਰਾ ਤਰੀਕਾ, ਮੈਂ ਇੱਥੇ ਪੈਸੇ ਕਮਾ ਕੇ ਭੱਜ ਗਿਆ। ਜੇ ਮੈਂ ਇੰਡੀਆ 'ਚ ਪੈਸੇ ਕਮਾ ਕੇ ਬਾਹਰ ਭੱਜ ਗਿਆ ਤਾਂ ਮੈਂ ਪਤਾ ਕੀ ਹੋ ਗਿਆ,
ਫਿਊਜੀਟਿਵ ਅਫੈਂਡਰ ਹੋ ਗਿਆ, ਮਤਲਬ ਮੈਂ ਇੱਥੋਂ ਪੈਸਾ ਚੱਕਿਆ ਤੇ ਪੈਸਾ ਚੱਕ ਕੇ ਬਾਹਰ ਭੱਜ ਗਿਆ, ਫਿਊਜੀਟਿਵ ਅਫੈਂਡਰਸ। ਦੂਜੀ ਗੱਲ, ਮੈਂ ਇੱਥੋਂ ਪੈਸਾ ਬਲੈਕ 'ਚ ਕਮਾਇਆ, ਗਲਤ ਤਰੀਕੇ ਨਾਲ ਕਮਾਇਆ, ਉਸ ਪੈਸੇ ਨੂੰ ਮੈਂ ਬਾਹਰ ਦੇਤਾ ਤੇ ਬਾਹਰ ਵਾਲੇ ਬੰਦੇ ਨੂੰ ਕਹਿਤਾ ਕਿ ਤੂੰ ਇਦਾਂ ਕਰ, ਉਹ ਪੈਸਾ ਮੈਨੂੰ ਬਾਹਰੋਂ ਭੇਜ। ਤੇ ਮੈਂ ਕਹਤਾ ਕਿ ਮੇਰਾ ਇੱਕ ਰਿਸ਼ਤੇਦਾਰ ਬਾਹਰ ਗਿਆ ਹੋਇਆ ਸੀ, ਉਹਨੇ ਮੈਨੂੰ ਪੈਸਾ ਭੇਜਿਆ ਹੈ, ਤੇ ਸਰਕਾਰ ਨੇ ਕਿਹਾ ਜਿਹੜਾ ਤੇਰਾ ਰਿਸ਼ਤੇਦਾਰ ਬਾਹਰ ਗਿਆ ਸੀਗਾ ਉਹਦੇ ਭੇਜੇ ਹੋਏ ਪੈਸੇ ਤੇ ਅਸੀਂ ਟੈਕਸ ਲਾਵਾਂਗੇ। ਤੇ ਮੈਂ ਕਹਤਾ ਮੇਰਾ ਕੱਟ ਲਿਓ ਜੋ ਕੱਟਣਾ ਹੋਊਗਾ, ਮੇਰਾ ਰਿਸ਼ਤੇਦਾਰ ਬਾਹਰ ਕਮਾ ਰਿਹਾ ਹੈ। ਤਾਂ ਉਹ 1 ਕਰੋੜ ਰੁਪਈਆ ਮੇਰੇ ਕੋਲ ਵਾਪਸ ਆ ਗਿਆ, ਸਰਕਾਰ ਨੇ ਉਹਦੇ ਤੋਂ 25% ਟੈਕਸ ਕੱਟ ਲਿਆ। ਕਿੰਨਾ ਬਚਿਆ 1 ਕਰੋੜ ਚੋਂ? 75 ਲੱਖ। ਤੇ 10 ਲੱਖ ਮੈਂ ਉਹਨੂੰ ਦਿੱਤਾ ਬਸ ਇਸ ਗੱਲ ਦਾ ਕਿ ਤੂੰ ਬਾਹਰੋਂ ਪੈਸਾ ਮੈਨੂੰ ਵਾਪਸ ਭੇਜਿਆ। ਕਿੰਨਾ ਬਚਿਆ? 65 ਲੱਖ। ਵੈਸੇ ਵੀ 1 ਕਰੋੜ ਕਰਪਸ਼ਨ ਹੀ ਕਰੀ ਸੀਗੀ, ਉਹ ਚੋਂ ਜੇ 100 ਰੁਪਏ ਚੋਂ ਜੇ 65 ਰੁਪਏ ਵੀ ਬਚ ਗਏ, ਉਹ 65 ਰੁਪਏ ਹੁਣ ਕੋਈ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਤੇਰੇ ਕੋਲ ਕਿੱਥੋਂ ਆਏ ਆ। ਉਹ ਪੈਸੇ ਕੀ ਹੋਏ ਆ, ਉਹ ਇੱਕ ਮਸ਼ੀਨ 'ਚ ਪਏ ਆ, ਮਸ਼ੀਨ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਲਾਂਡਰੀ, ਠੀਕ ਆ, ਉਹਦੇ 'ਚ ਪਏ ਆ ਤੇ ਸਾਫ਼ ਹੋ ਗਏ। ਦਿਸ ਇਜ਼ ਕਾਲਡ ਮਨੀ ਲਾਂਡਰਿੰਗ। ਇਹਦਾ ਮਤਲਬ ਮੈਂ ਮਨੀ ਲਾਂਡਰਿੰਗ ਕੀਤੀ ਆ, ਪੈਸੇ ਨੂੰ ਇੱਕ ਮਸ਼ੀਨ 'ਚ ਪਾ ਕੇ ਸਾਫ਼ ਕਰ ਲਿਆ। ਤੇ ਬਲੈਕ ਮਨੀ ਕਿਹ 'ਚ ਕਨਵਰਟ ਹੋ ਗਈ ਭਲਾ? ਵਾਈਟ ਮਨੀ 'ਚ। ਤਾਂ ਇੱਕ ਗੱਲ ਯਾਦ ਰੱਖਿਓ, ਇਹਦੇ ਤੇ ਵੀ ਇੱਕ ਹੋ ਗਿਆ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, ਪਮਲਾ, ਕਿ ਤੁਸੀਂ ਮਨੀ ਲਾਂਡਰਿੰਗ ਨੂੰ ਪ੍ਰੀਵੈਂਟ ਕਰਨਾ ਹੈ, ਰੋਕਣਾ ਹੈ। ਇਹਦਾ ਮਤਲਬ ਸਾਡੇ ਦੇਸ਼ 'ਚ ਇੱਕ ਕਾਨੂੰਨ ਆ PMLA, ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ। ਆਹ ਦੱਸੋ ਜੀ, ਗੱਲ ਸਮਝ ਆ ਗਈ? ਜਿਹੜੇ ਲੋਕ ਇੰਡੀਆ 'ਚੋਂ ਪੈਸਾ ਬਾਹਰ ਲੈ ਜਾਂਦੇ ਆ ਤੇ ਬਾਹਰੋਂ ਪੈਸਾ ਸਾਫ਼ ਸੁਥਰਾ ਕਰਕੇ ਗਲਤ ਤਰੀਕੇ ਨਾਲ ਇੰਡੀਆ 'ਚ ਲੈ ਕੇ ਆਉਂਦੇ ਆ, ਉਹਨਾਂ ਵਾਸਤੇ ਇੱਕ ਐਕਟ ਆ ਪਮਲਾ ਐਕਟ 2002। ਸਮਝ ਆ ਗਈ? ਜਿਹੜੇ ਲੋਕ ਇੰਡੀਆ 'ਚੋਂ ਪੈਸਾ ਲੈ ਕੇ ਬਾਹਰ ਭੱਜ ਜਾਂਦੇ ਆ, ਨੀਰਵ ਮੋਦੀ ਵਰਗੇ ਲੋਕ, ਉਹਨਾਂ ਨੂੰ ਕਹਿੰਦੇ ਆ ਫਿਊਜੀਟਿਵ ਇਕਨੋਮਿਕ ਅਫੈਂਡਰਸ। ਪੈਸਾ ਲੈ ਕੇ ਭਗੌੜੇ ਹੋਏ ਬੰਦੇ, ਫਿਊਜੀਟਿਵ ਇਕਨੋਮਿਕ ਅਫੈਂਡਰਸ। ਉਹਨਾਂ ਵਾਸਤੇ ਐਕਟ ਆ FEO ਐਕਟ, ਫਿਊਜੀਟਿਵ ਇਕਨੋਮਿਕ ਅਫੈਂਡਰਸ ਐਕਟ 2018। ਤੀਸਰਾ, ਜਿਹੜੇ ਲੋਕ ਬਾਹਰੋਂ ਇੰਡੀਆ 'ਚ ਇਲੀਗਲ ਤਰੀਕੇ ਨਾਲ ਪੈਸਾ ਲੈ ਕੇ ਆਉਂਦੇ ਆ, ਉਹਨਾਂ ਨੂੰ ਕਹਿੰਦੇ ਆ ਫੋਰਨ ਐਕਸਚੇਂਜ, ਯਾਨੀ ਕਿ ਫੋਰਨ ਕਰੰਸੀ ਮੈਨੇਜਮੈਂਟ ਐਕਟ, ਫੇਮਾ ਐਕਟ 1999। ਇਹ 2018। ਜਿਹੜੇ ਲੋਕ ਬਾਹਰੋਂ ਗਲਤ ਪੈਸਾ ਇੰਡੀਆ 'ਚ ਲੈ ਕੇ ਆਉਂਦੇ ਆ, ਉਹਨਾਂ ਤੇ ਪਰਚਾ ਕੱਟਿਆ ਜਾਂਦਾ ਹੈ। ਪਰ ਕਿਹੜੇ ਐਕਟ ਦੇ ਅੰਡਰ ਪਰਚਾ ਕੱਟਿਆ ਜਾਂਦਾ ਉਹਨਾਂ ਤੇ? ਫੇਮਾ ਐਕਟ। ਜਿਹੜੇ ਇੰਡੀਆ 'ਚੋਂ ਪੈਸਾ ਗਲਤ ਤਰੀਕੇ ਨਾਲ ਬਾਹਰ ਲਿਜਾ ਕੇ ਇੰਡੀਆ 'ਚ ਸਾਫ਼ ਕਰਦੇ ਆ, ਉਹਨਾਂ ਤੇ ਲੱਗਦਾ ਹੈ ਪਮਲਾ ਐਕਟ 2002। ਜਿਹੜੇ ਲੋਕ ਇੰਡੀਆ 'ਚੋਂ ਪੈਸੇ ਲੈ ਕੇ ਭਗੌੜੇ ਹੋ ਜਾਂਦੇ ਆ ਬਾਹਰ, ਉਹਨਾਂ ਤੇ ਲੱਗਦਾ ਹੈ ਫਿਊਜੀਟਿਵ ਇਕਨੋਮਿਕ ਅਫੈਂਡਰਸ ਐਕਟ 2018। ਤਿੰਨੇ ਐਕਟ ਤਾਂ ਲੱਗ ਗਏ। ਹੁਣ ਮੈਨੂੰ ਇੱਕ ਗੱਲ ਦੱਸੋ, ਕਿਸੇ ਨੇ ਪਰਚਾ ਕੱਟਿਆ ਕਿ ਤੁਹਾਡੀ ਥਾਣੇ ਵਾਲੀ ਪੁਲਿਸ ਆ ਕੇ ਪਰਚਾ ਕੱਟੂਗੀ? ਜਿਹੜਾ ਸਾਡੇ ਥਾਣੇ ਦਾ SHO ਹੁੰਦਾ, ਉਹਨੂੰ ਤੇ ਵਿਚਾਰੇ ਨੂੰ ਤਿੰਨਾਂ ਐਕਟਾਂ ਦਾ ਪ੍ਰੋਪਰ ਪਤਾ ਵੀ ਨਹੀਂ ਹੋਣਾ ਕਿ ਕੀ ਹੁੰਦੇ ਆ ਤਿੰਨੇ ਐਕਟ, ਠੀਕ ਆ। ਉਹ ਆਪਣੀ IPC CRPC ਪੜ੍ਹ ਲੈਣ ਉਨੀ ਹੀ ਬਹੁਤ ਆ, ਠੀਕ ਆ। ਉਹਨਾਂ ਤੋਂ ਅਸੀਂ ਇੰਨੀ ਉਮੀਦ ਨਹੀਂ ਕਰਦੇ ਕਿ ਉਹ ਵਿਚਾਰੇ ਆਹ ਚੀਜ਼ਾਂ ਪੜ੍ਹਨਗੇ। ਇਹਦੇ ਵਾਸਤੇ ਸਾਡੇ ਸਪੈਸ਼ਲ ਡਿਪਾਰਟਮੈਂਟ ਬਣੇ ਆ, ਉਹਨਾਂ ਲੋਕਾਂ ਨੂੰ ਇਸ ਚੀਜ਼ ਦੀ ਪੜ੍ਹਾਈ ਕਰਾਈ ਜਾਂਦੀ ਹੈ ਕਿ ਤੁਸੀਂ ਪਮਲਾ ਐਕਟ ਨੂੰ ਧਿਆਨ ਨਾਲ ਪੜ੍ਹੋ। ਜਿਹੜਾ ਬੰਦਾ ਪਮਲਾ ਐਕਟ ਦੇ ਅੰਡਰ ਗੜਬੜ ਪਾਇਆ ਗਿਆ, ਉੱਤੇ ਪਰਚਾ ਕੱਟ ਦੋ। ED ਨੂੰ ਕਿਹਾ ਜਾਂਦਾ ਹੈ ਕਿ ED ਨੂੰ ਇੰਨੀ ਪਾਵਰ ਦਿੱਤੀ ਅਸੀਂ ਕਿ ED ਇੰਡੀਆ ਦੇ ਵਿੱਚ ਕਿਸੇ ਵੀ ਬੰਦੇ ਦੇ ਘਰੇ ਜਾ ਕੇ ਛਾਪਾ ਮਾਰੇ, ਜੇ ਉਹ ਇਹ ਨਾ ਦੱਸ ਸਕਿਆ ਕਿ ਆ ਪੈਸਾ ਬਾਹਰੋਂ ਘੁੰਮ ਕੇ ਕਿਵੇਂ ਆਇਆ ਤੇਰੇ ਘਰੇ, ਤਾਂ ਉੱਤੇ ਪਮਲਾ ਐਕਟ ਲਾਓ। ਜੇ ਉਹ ਪੈਸਾ ਲੈ ਕੇ ਭੱਜ ਗਿਆ ਇੰਡੀਆ 'ਚੋਂ ਕੋਈ ਰਿਸ਼ਤੇਦਾਰ, ਉਸ ਬੰਦੇ ਦੀ ਇੰਡੀਆ 'ਚ ਜਿਹੜੀ ਪ੍ਰਾਪਰਟੀ ਆ, ਸਾਰੀ ਪ੍ਰਾਪਰਟੀ ਨੂੰ ਕੁਰਕ ਕਰ ਲਓ, ਸਾਰੀ ਪ੍ਰਾਪਰਟੀ ਐਕਵਾਇਰ ਕਰ ਲਓ। ਕਿਹੜਾ ਐਕਟ ਲਾ ਕੇ? FEO, ਕਿ ਤੂੰ ਭੱਜ ਗਿਆ, ਤੇਰੀ ਸਾਰੀ ਪ੍ਰਾਪਰਟੀ ਅੱਜ ਤੋਂ ਬਾਅਦ ਸਰਕਾਰ ਦੀ। ਜਿਹੜਾ ਬੰਦਾ ਬਾਹਰੋਂ ਇਲੀਗਲ ਤਰੀਕੇ ਨਾਲ ਵੈਸਟਰਨ ਯੂਨੀਅਨ ਤੋਂ ਜਾਂ ਹੋਰ ਤਰੀਕੇ ਨਾਲ ਪੈਸੇ ਮੰਗਾ ਰਿਹਾ ਹੈ, ਹੋਰ ਹਵਾਲਾ ਦੇ ਥਰੂ ਪੈਸੇ ਮੰਗਾ ਰਿਹਾ, ਗਲਤ ਲੋਕਾਂ ਤੋਂ ਪੈਸੇ ਮੰਗਾ ਰਿਹਾ ਹੈ, ਉਹਨਾਂ ਤੇ ਲਾਓ ਫੈਮਾ ਐਕਟ, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ। ਪਰ ਇੱਕ ਗੱਲ ਆ, ਇਹ ਐਕਟ ਲਾਊਗਾ ਕੌਣ? ਲਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿਹਨੂੰ ਭਲਾ? ED ਨੂੰ। ਬਸ ਹੁਣ ਸਾਨੂੰ ਕਹਾਣੀ ਸਮਝ ਆ ਗਈ ਕਿ ਇੱਕ ਸਾਡੇ ਦੇਸ਼ 'ਚ ਡਿਪਾਰਟਮੈਂਟ ਆ, ਡਿਪਾਰਟਮੈਂਟ ਦਾ ਨਾਮ ਕੀ ਆ? ਡਿਪਾਰਟਮੈਂਟ ਇਨਫੋਰਸਮੈਂਟ ਡਾਇਰੈਕਟੋਰੇਟ, ਠੀਕ ਆ। ਇਹਨੂੰ ਵੈਸੇ ਆਪਾਂ ਨੂੰ ਪਿੱਛੇ ਪੜ੍ਹਨਾ ਚਾਹੀਦਾ ਸੀਗਾ, ਇਹ ਸੌਰੀ, ਪਰ ਇਹਦੇ 'ਚ ਹੀ ਆ। ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਕੰਮ ਕਰਦਾ ਹੈ। ਕਿਹੜੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ ਹੈ? ਪੇਪਰ 'ਚ ਸਵਾਲ ਪਤਾ ਕੀ ਆਊਗਾ ਕਿ ED ਦਾ ਹੈੱਡ ਆਫਿਸ ਕਿੱਥੇ ਆ? ED ਦਾ ਹੈੱਡ ਆਫਿਸ ਆ ਦਿੱਲੀ। ED ਕਿਹੜੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ ਹੈ? ED ਕੰਮ ਕਰਦਾ ਹੈ ਡਿਪਾਰਟਮੈਂਟ ਆਫ ਰੈਵਨਿਊ। ਕਿਸੇ ਟਾਈਮ ਇਹ ਕਿਸੇ ਹੋਰ ਡਿਪਾਰਟਮੈਂਟ ਦੇ ਅੰਡਰ ਹੁੰਦਾ ਸੀਗਾ, ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ, ਬਟ ਫਿਲਹਾਲ ਦੀ ਘੜੀ ਕਿਹੜੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ ਹੈ? ਡਿਪਾਰਟਮੈਂਟ ਆਫ ਰੈਵਨਿਊ। ਕਿੰਨੇ ਐਕਟਾਂ ਦੇ ਅੰਡਰ ਇਹ ਕਾਰਵਾਈ ਕਰ ਸਕਦਾ ਹੈ? ਮੇਨ 3-4 ਐਕਟ ਨੇ। ਸਭ ਤੋਂ ਮਸ਼ਹੂਰ ਐਕਟ ਕਿਹੜਾ ਹੈ? ਪਮਲਾ ਐਕਟ, FEO ਐਕਟ ਤੇ ਫੇਮਾ ਐਕਟ। ਹੋਰ ਛੋਟੇ ਮੋਟੇ 1-2 ਐਕਟ ਹੈਗੇ ਆ ਜਿਨ੍ਹਾਂ ਦੇ ਤਹਿਤ ਇਹ ਕਾਰਵਾਈ ਕਰ ਸਕਦਾ ਹੈ, ਪਰ ਮੇਨ ਤੌਰ ਤੇ ਭਗੌੜੇ ਬੰਦੇ ਆ,
FEO ਫਿਊਜੀਟਿਵ ਇਕਨੋਮਿਕ ਅਫੈਂਡਰ, ਪੈਸਾ ਲੈ ਕੇ ਭੱਜੇ ਹੋਏ ਲੋਕ। ਪਮਲਾ ਜਿਹੜੇ ਲੋਕ ਮਨੀ ਲਾਂਡਰਿੰਗ ਕਰਦੇ ਆ, ਤੇ ਫੇਮਾ ਜਿਹੜੇ ਲੋਕ ਫੋਰਨ ਐਕਸਚੇਂਜ ਦੇ ਕਰਦੇ ਆ ਉਹਨਾਂ ਦੇ ਤੇ ਆ ਤੁਹਾਨੂੰ ਮੈਂ ਪੂਰੀ ਸਟੋਰੀ ਦੱਸਤੀ ਕਿ ਬਈ ਕਿਹੜੇ ਕਿਹੜੇ ਐਕਟ ਦੇ ਤਹਿਤ ਇਹਨੇ ਕਾਰਵਾਈ ਕੀਤੀ ਆ, ਹੈੱਡ ਆਫਿਸ ਕਿੱਥੇ ਆ ਇਹ ਵੀ ਮੈਂ ਤੁਹਾਨੂੰ ਦੱਸਤਾ। ਸਭ ਤੋਂ ਪਹਿਲਾਂ ਫੇਮਾ ਦੇ ਅੰਡਰ ਇਹ ਕਾਰਵਾਈ ਕਰਦਾ ਹੈ, ਈਡੀ ਜਿਹੜੇ ਆਪਣੇ ਆਫੀਸ਼ੀਅਲਸ ਨੂੰ ਭੇਜਦਾ ਹੈ ਤੇ ਜਾ ਕੇ ਕਾਰਵਾਈ ਕਰਕੇ ਆਓ। ਦੂਜਾ ਇਹ ਮਨੀ ਲਾਂਡਰਿੰਗ ਐਕਟ, ਪਮਲਾ ਐਕਟ 2002, ਇਹਦੇ ਅੰਡਰ ਵੀ ਇਹੀ ਕਾਰਵਾਈ ਕਰਦਾ ਹੈ। ਜਿਹੜੇ ਬੰਦੇ ਗੜਬੜ ਹੋ ਗਿਆ ਉਹਦੀ ਸਾਰੀ ਪ੍ਰਾਪਰਟੀ ਨੂੰ ਅਟੈਚ ਕਰ ਲਿਆ ਜਾਂਦਾ ਹੈ, ਮਤਲਬ ਕਿ ਉਹਦੀ ਸਾਰੀ ਪ੍ਰਾਪਰਟੀ ਖੋਹ ਲਈ ਜਾਂਦੀ ਹੈ। ਤੇ ਇੱਕ ਨਵਾਂ ਜਿੱਦਾਂ ਨੀਰਵ ਮੋਦੀ ਵਗੈਰਾ ਨਹੀਂ ਸੀ ਭੱਜਣੇ ਸ਼ੁਰੂ ਕੀਤੇ, ਪਤਾ ਲੱਗਦਾ ਸੀ ਕਿ ਕਦੀ ਨੀਰਵ ਮੋਦੀ ਭੱਜ ਗਿਆ, ਕਦੀ ਮੁਕੁਲ ਰੋਚਕੀ ਪਤਾ ਨਹੀਂ ਕੀ ਨਾਮ ਸੀ ਉਹ ਭੱਜ ਗਿਆ, ਅੱਕ ਕੇ ਮੋਦੀ ਸਰਕਾਰ ਨੇ ਫਿਰ ਇੱਕ ਐਕਟ ਬਣਾਇਆ ਫਿਊਜੀਟਿਵ ਇਕਨੋਮਿਕ ਅਫੈਂਡਰਸ ਐਕਟ 2018 ਕਿ ਜਿਹੜੇ ਭਗੌੜੇ ਇੰਡੀਆ ਚੋਂ ਭੱਜ ਗਏ ਉਹਨਾਂ ਦੀ ਇੰਡੀਆ ਦੀ ਸਾਰੀ ਪ੍ਰਾਪਰਟੀ ਕੀ ਕਰ ਲਓ, ਕੁਰਕ ਕਰ ਲਓ। ਨਾ ਪੰਜਾਬ ਪੁਲਿਸ ਕਰ ਸਕਦੀ ਆ, ਨਾ ਹਰਿਆਣਾ ਪੁਲਿਸ। ਕੌਣ ਕਰ ਸਕਦਾ ਹੈ? ਈਡੀ ਨੂੰ ਇਹ ਪਾਵਰ ਆ। ਸੋ ਈਡੀ ਨੂੰ ਬਹੁਤ ਜ਼ਬਰਦਸਤ ਪਾਵਰ ਦਿੱਤੀ ਹੋਈ ਆ, ਠੀਕ ਆ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਦੋ ਛੋਟੇ ਮੋਟੇ ਐਕਟ ਹੋਰ ਆ ਜਿਹੜੇ ਲੋਕ ਸਮਗਲਿੰਗ ਕਰਦੇ ਆ ਨਾ ਉਹਨਾਂ ਦੇ ਅੰਤੇ ਵੀ ਕਾਰਵਾਈ ਈਡੀ ਹੀ ਕਰਦਾ ਹੈ। ਤੇ ਸਮਗਲਿੰਗ ਵਾਲੇ ਲੋਕਾਂ ਵਾਸਤੇ ਐਕਟ ਆ ਕੰਜ਼ਰਵੇਸ਼ਨ ਆਫ ਫੋਰਨ ਐਕਸਚੇਂਜ ਐਂਡ ਪ੍ਰੀਵੈਂਸ਼ਨ ਆਫ ਸਮਗਲਿੰਗ ਐਕਟੀਵਿਟੀਜ਼ ਐਕਟ, ਸ਼ਾਰਟ ਫਾਰਮ ਆ ਕੋਫੈਸਪੋਸਾ, ਠੀਕ ਆ। ਜੋ ਮਰਜ਼ੀ ਲਿਖ ਲਓ ਇਹਨੂੰ। ਆਹ ਦੱਸੋ ਜੀ ਗੱਲ ਸਮਝ ਆ ਗਈ? ਇਟ ਮੀਨਸ ਸਾਨੂੰ ਇੱਕ ਗੱਲ ਪਤਾ ਲੱਗ ਗਿਆ ਕਿ ਈਡੀ ਕਿੱਡੀ ਕੋਈ ਇੰਪੋਰਟੈਂਟ ਚੀਜ਼ ਆ, ਠੀਕ ਆ। ਈਡੀ ਆਪਣੇ ਆਪ 'ਚ ਇੱਕ ਇਨਫੋਰਸਮੈਂਟ ਏਜੰਸੀ ਆ। ਇਨਫੋਰਸਮੈਂਟ ਏਜੰਸੀ ਦਾ ਮਤਲਬ ਹੁੰਦਾ ਹੈ ਜਿਹੜੀ ਏਜੰਸੀ ਕਿਸੇ ਕਾਨੂੰਨ ਨੂੰ ਲਾਗੂ ਕਰਵਾਉਣ ਵਾਸਤੇ ਬਣੀ ਆ, ਠੀਕ ਆ। ਸਮਗਲਿੰਗ ਐਕਟ ਹੋ ਗਿਆ, ਫੋਰਨ ਐਕਸਚੇਂਜ ਐਕਟ ਹੋ ਗਿਆ, ਪਮਲਾ ਐਕਟ ਹੋ ਗਿਆ, ਫਿਊਜੀਟਿਵ ਅਫੈਂਡਰਸ ਐਕਟ ਹੋ ਗਿਆ। ਇਹਨਾਂ ਸਾਰੇ ਐਕਟਾਂ ਦੇ ਅੰਡਰ, ਇਹਨਾਂ ਸਾਰੇ ਕਾਨੂੰਨਾਂ ਦੇ ਤਹਿਤ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਜਿਸ ਏਜੰਸੀ ਨੂੰ ਮਿਲੀ ਹੋਈ ਆ ਉਸ ਏਜੰਸੀ ਦਾ ਕੀ ਨਾਮ ਆ? ਈਡੀ, ਇਨਫੋਰਸਮੈਂਟ ਡਾਇਰੈਕਟੋਰੇਟ। ਦੱਸੋ ਜੀ, ਈਡੀ ਕੰਪਲੀਟ ਹੋ ਗਿਆ। ਨੈਕਸਟ ਹੁਣ ਚੱਲਦੇ ਆ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ, CBDT। ਮੈਨੂੰ ਲੱਗਦਾ ਬਾਹਲਾ ਜ਼ਿਆਦਾ ਪੜਾਉਣ ਦੀ ਦੱਸਣ ਦੀ ਲੋੜ ਹੀ ਨਹੀਂ। ਤੁਹਾਨੂੰ ਮੈਂ ਦੱਸਿਆ ਕਿ ਇੰਡੀਆ 'ਚ ਕਿੰਨੇ ਪ੍ਰਕਾਰ ਦੇ ਟੈਕਸ ਨੇ? 2 ਪ੍ਰਕਾਰ ਦੇ। ਇੱਕ ਡਾਇਰੈਕਟ ਟੈਕਸ, ਡਾਇਰੈਕਟ ਟੈਕਸ ਜਿਹੜਾ ਤੁਹਾਡੇ ਤੋਂ ਸਿੱਧਾ ਲਿਆ ਜਾਵੇ। ਮੈਨੂੰ ਇੱਕ ਗੱਲ ਦੱਸੋਗੇ ਮੇਰੇ ਤੋਂ ਆ ਕੇ ਕਿਹੜਾ ਟੈਕਸ ਲੈ ਸਕਦੀ ਹੈ ਸਰਕਾਰ? ਇਨਕਮ ਟੈਕਸ। ਤੁਸੀਂ ਸੁਣਿਆ ਹੋਣਾ ਵੱਡੇ ਵੱਡੇ ਕਾਰਪੋਰੇਟ ਹੁੰਦੇ ਆ, ਵੱਡੇ ਵੱਡੇ ਕਾਰਪੋਰੇਟ ਜਿਹੜੀਆਂ ਕੰਪਨੀਆਂ, ਰਿਲਾਇੰਸ ਟਾਟਾ ਬਿਰਲਾ ਨੂੰ ਸਿੱਧਾ ਸਰਕਾਰ ਪਤਾ ਕੀ ਕਹਿੰਦੀ ਆ ਕਿ ਹਾਂ ਵੀ ਇਸ ਸਾਲ ਦੀ ਟਰਨਓਵਰ ਕਿੰਨੀ ਆ ਜਾਂ ਕਮਾਈ ਕਿੰਨੀ ਆ? ਉਹ ਕਹਿ ਦੇਣ 20,000 ਕਰੋੜ, ਬਈ ਇਹਦਾ 20% ਸਰਕਾਰ ਟੈਕਸ ਲਊਗੀ। ਉਹਨੂੰ ਕਹਿੰਦੇ ਕਾਰਪੋਰੇਟ ਟੈਕਸ। ਕਿਹੜਾ ਟੈਕਸ? ਕਾਰਪੋਰੇਟ ਟੈਕਸ। ਤੇ ਪਰਸਨਲ ਇਨਕਮ ਟੈਕਸ। ਪਰਸਨਲ ਇਨਕਮ ਟੈਕਸ ਇੰਡੀਵਿਜੂਅਲਸ ਤੋਂ ਲਿਆ ਜਾਂਦਾ ਹੈ ਤੇ ਕਾਰਪੋਰੇਟ ਟੈਕਸ ਵੱਡੇ ਵੱਡੇ ਕਾਰਪੋਰੇਟਸ ਤੋਂ ਲਿਆ ਜਾਂਦਾ ਹੈ। ਉਹ ਟੈਕਸ ਡਾਇਰੈਕਟ ਟੈਕਸ ਨੇ। ਮੋਟੇ ਤੌਰ ਤੇ CBDT ਆ 2 ਪ੍ਰਕਾਰ ਦੇ ਟੈਕਸ ਇਕੱਠੇ ਕਰਦਾ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਦੋਵੇਂ ਟੈਕਸ ਕਿੱਡੇ ਜ਼ਿਆਦਾ ਹਾਈ ਲੈਵਲ ਦੇ ਆ। ਪਰਸਨਲ ਇਨਕਮ ਟੈਕਸ ਤੇ ਦੂਜਾ ਕਿਹੜਾ ਭਲਾ? ਕਾਰਪੋਰੇਟ ਟੈਕਸ। ਤਾਂ ਇਹ ਐਕਟ ਜਿਹੜਾ, ਇਹ ਬੋਡੀ ਜਿਹੜੀ ਆ CBDT ਆ। ਹੁਣ ਇੱਕ ਗੱਲ ਦੱਸੋ, CBDT ਨਾਮ ਦਾ ਜਿਹੜੀ ਬੋਡੀ ਆ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ, ਇਹ ਬਣੀ ਸੀ 1963 ਚ। ਕਿਹੜੇ ਸਾਲ ਚ? 1963। ਹੁਣ ਮੈਨੂੰ ਇੱਕ ਗੱਲ ਦੱਸੋ, ਮੈਂ ਤੁਹਾਨੂੰ ਨਾ CBDT ਬੜੀ ਇੰਪੋਰਟੈਂਟ ਗੱਲ ਆ। ਤੁਹਾਡੇ ਚੋਂ ਕਈਆਂ ਨੂੰ ਇਹ ਗੱਲ ਪਹਿਲੀ ਵਾਰ ਪਤਾ ਲੱਗ ਰਹੀ ਹੋਊਗੀ। CBDT ਤੇ ED 'ਚ ਫਰਕ ਕੀ ਆ? ED 'ਚ ਕੀ ਫਰਕ ਆ? ਤੁਸੀਂ ਕਹੋਗੇ ਫਰਕ ਕੀ ਆ? ਦੇਖੋ, ਪਹਿਲਾ ਫਰਕ ਉਹ 56 ਚ ਬਣਿਆ ਸੀ, ਇਹ 63 ਚ ਬਣਿਆ। ਇਹਦਾ ਕੋਈ ਫਰਕ ਨਹੀਂਗਾ, ਠੀਕ ਆ, ਆਮ ਗੱਲ ਹੋ ਗਈ। ਦੂਸਰੀ ਸਭ ਤੋਂ ਵੱਡੀ ਗੱਲ, ਇਹ ਏਜੰਸੀ ਆ ਕਿਸੇ ਤੇ ਕਾਰਵਾਈ ਕਰਦੀ ਆ, ਇਹ ਟੈਕਸ ਕਲੈਕਟ ਕਰਦੇ ਆ, ਇਹ ਵੀ ਕੋਈ ਫਰਕ ਨਹੀਂਗਾ। ਅਸਲ 'ਚ ਤੀਸਰਾ ਫਰਕ ਆ ਜਿਹੜਾ ਮੈਂ ਸਮਝਾਉਣਾ ਚਾਹੁੰਦਾ, ਇਹ ਤਾਂ 2 ਆਮ ਹੀ ਗੱਲਾਂ, ਠੀਕ ਆ। ਇਹ ਤਾਂ ਐਵੇਂ ਦੇ ਜਿੰਨੇ ਮਰਜ਼ੀ ਫਰਕ ਬਣਾਈ ਜਾਓ, ਠੀਕ ਆ। ਤੀਸਰਾ ਸਭ ਤੋਂ ਵੱਡਾ ਫਰਕ, ਜਦੋਂ ਇਸ ਬੋਡੀ ਨੂੰ ਬਣਾਇਆ ਸੀ ਨਾ, ਪਾਰਲੀਮੈਂਟ ਦੇ ਵਿੱਚ ਐਕਟ ਪਾਸ ਹੋਇਆ ਸੀ। ਕੀ ਪਾਸ ਹੋਇਆ ਸੀ? ਐਕਟ। ਜਦੋਂ ਕੋਈ ਇੰਸਟੀਟਿਊਸ਼ਨ ਐਕਟ ਪਾਸ ਕਰਕੇ ਬਣੇ ਉਹਨੂੰ ਕਹਿੰਦੇ ਆ ਸਟੈਚੂਟਰੀ ਬੋਡੀ। ਕੀ ਕਹਿੰਦੇ ਆਪਾਂ? ਸਟੈਚੂਟਰੀ ਬੋਡੀ। ਸਟੈਚੂਟਰੀ ਬੋਡੀ ਦਾ ਮਤਲਬ ਆ ਬੋਡੀ ਜਿਹੜੀ ਕਿਸੇ ਸਟੈਚੂ ਦੁਆਰਾ ਬਣੀ ਆ, ਕਿਸੇ ਕਾਨੂੰਨ ਦੁਆਰਾ ਬਣੀ ਆ, ਕਿਸੇ ਐਕਟ ਦੁਆਰਾ ਬਣੀ ਆ। ਈਡੀ ਨੂੰ ਪੜ੍ਹਦੇ ਹੋਏ ਕਿਤੇ ਵੀ ਨਹੀਂ ਸੀ ਮੈਂ ਲਿਖਿਆ ਕਿ ਈਡੀ ਵਾਜ਼ ਐਸਟੈਬਲਿਸ਼ਡ ਇਨ 1956 ਬਾਈ ਈਡੀ ਐਕਟ 1956। ਲਿਖਿਆ ਸੀ ਕਿਤੇ? ਨਹੀਂ। ਈਡੀ ਇੱਕ ਨੌਨ ਸਟੈਚੂਟਰੀ ਬੋਡੀ ਆ। ਕਿਹੜੀ ਬੋਡੀ ਆ? ਨੌਨ ਸਟੈਚੂਟਰੀ। ਜੇ ਤੁਸੀਂ ਮੈਨੂੰ ਕਹੋਗੇ ਕਿ ਸਟੈਚੂਟਰੀ ਤੇ ਨੌਨ ਸਟੈਚੂਟਰੀ ਬੋਡੀ 'ਚ ਪ੍ਰੈਕਟੀਕਲੀ ਕੀ ਫਰਕ ਹੁੰਦਾ ਹੈ? ਪ੍ਰੈਕਟੀਕਲੀ ਕਿ ਕਿਉਂ ਕਿਸੇ ਬੋਡੀ ਨੂੰ ਸਟੈਚੂਟਰੀ ਬਣਾਇਆ ਜਾਂਦਾ ਹੈ, ਕਿਉਂ ਕਿਸੇ ਬੋਡੀ ਨੂੰ ਨੌਨ ਸਟੈਚੂਟਰੀ? ਜਿਹੜੀ ਸਾਡੀ ਸਰਕਾਰ ਹੁੰਦੀ ਆ ਨਾ, ਸਰਕਾਰ ਜਿਹੜੀ ਬੋਡੀ ਤੇ ਜ਼ਿਆਦੀ ਪਕੜ ਰੱਖਣਾ ਚਾਹੁੰਦੀ ਆ, ਜਿਹਨੂੰ ਆਪਣੇ ਇਸ਼ਾਰਿਆਂ ਤੇ ਨਚਾਉਣਾ ਚਾਹੁੰਦੀ ਆ, ਉਹਨੂੰ ਤਾਂ ਬਣਾਉਂਦੀ ਆ ਨੌਨ ਸਟੈਚੂਟਰੀ। ਤੇ ਜਿਹੜੀ ਬੋਡੀ ਸਰਕਾਰ ਚਾਹੁੰਦੀ ਆ ਫ੍ਰੀ ਹੈਂਡ ਦਈਏ ਕਿ ਇਹ ਕੰਮ ਖੁੱਲ੍ਹ ਕੇ ਕਰੇ, ਉਹਨੂੰ ਸਰਕਾਰ ਬਣਾਉਂਦੀ ਆ
ਸਟੈਚੂਟਰੀ ਬੋਡੀ। ਹੁਣ ਸਰਕਾਰ ਕਦੀ ਸੁਣਿਆ ਕਿ ਸੀਬੀਡੀਟੀ ਦੇ ਛਾਪੇ ਮਰਾਉਂਦੀ ਆ? ਨਾ। ਸੀਬੀਡੀਟੀ ਕਿਹੜੀ ਬੋਡੀ ਆ ਭਲਾ? ਸਟੈਚੂਟਰੀ ਬੋਡੀ ਇੱਕ ਐਕਟ ਨਾਲ ਬਣੀ ਆ ਤੇ ਉਸ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਸੀਬੀਡੀਟੀ ਆਹ ਕੰਮ ਕਰੂਗੀ, ਆਹ ਕੰਮ ਨਹੀਂ ਕਰੂਗੀ। ਈਡੀ ਦਾ ਕੋਈ ਐਕਟ ਹੈਗਾ? ਨਾ। ਈਡੀ ਨੂੰ ਜਿਵੇਂ ਮਰਜ਼ੀ ਨਚਾਇਆ ਜਾ ਸਕਦਾ ਹੈ। ਬਸ ਇੱਕ ਗੱਲ ਯਾਦ ਰੱਖਿਓ, ਜਿੰਨੀਆਂ ਬਾਡੀਜ਼ ਸਰਕਾਰ ਦੇ ਇਸ਼ਾਰੇ ਤੇ ਨੱਚਦੀਆਂ ਹੈ ਉਹ ਸਾਰੀਆਂ ਨੌਨ ਸਟੈਚੂਟਰੀ ਨੇ, ਤੇ ਜਿਹੜੀਆਂ ਬਾਡੀਜ਼ ਸਰਕਾਰ ਦੇ ਇਸ਼ਾਰੇ ਤੇ ਘੱਟ ਨੱਚਦੀਆਂ ਹੈ, ਡਾਂਸ ਉਹ ਵੀ ਕਰਦੀਆਂ ਹੈ, ਜਿਹੜੀਆਂ ਬਾਡੀਜ਼ ਸਰਕਾਰ ਦੇ ਇਸ਼ਾਰੇ ਤੇ ਘੱਟ ਨੱਚਦੀਆਂ ਹੈ ਉਹ ਕਿਹੜੀਆਂ ਹੁੰਦੀਆਂ? ਸਟੈਚੂਟਰੀ ਬਾਡੀਜ਼। ਤੇ ਜਿਹੜੀਆਂ ਬਿਲਕੁਲ ਵੀ ਨਹੀਂ ਨੱਚਦੀਆਂ ਉਹ ਕਨਸਟੀਟਿਊਸ਼ਨਲ ਬਾਡੀਜ਼। ਇਹ ਤਾਂ ਵੈਸੇ ਵੀ ਇਮੈਜੀਨੇਸ਼ਨ ਵਾਲੀ, ਪਰ ਕਿੰਨਾ ਕੋਰਾ ਝੂਠ ਬੋਲਿਆ ਮੈਂ। ਇਲੈਕਸ਼ਨ ਕਮਿਸ਼ਨ ਸਾਡਾ ਕਨਸਟੀਟਿਊਸ਼ਨਲ ਬਾਡੀ ਹੈ ਤੇ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਕਿਵੇਂ ਨੱਚਦਾ ਇਹ ਵੀ ਸਾਨੂੰ ਪਤਾ ਹੈ। ਮਤਲਬ ਕਿ ਤੁਸੀਂ ਇਹ ਸਮਝ ਲਓ ਕਿ 2000 ਤੋਂ ਬਾਅਦ ਵਾਲੀਆਂ ਸਰਕਾਰਾਂ ਹੈ, ਚਾਹੇ ਉਹ ਕਾਂਗਰਸ ਦੀ ਸਰਕਾਰ ਆ, ਚਾਹੇ ਉਹ ਬੀਜੇਪੀ ਦੀ ਸਰਕਾਰ ਆ, ਸਰਕਾਰਾਂ ਜਿਹੜੀਆਂ ਮਰਜ਼ੀ ਹੋਣ, ਚਾਹੇ ਮੰਨਿਆ ਜਾਂਦਾ ਹੈ ਕਿ ਨੌਨ ਸਟੈਚੂਟਰੀ ਬਾਡੀ ਬਹੁਤ ਵੀਕ ਹੁੰਦੀ ਆ ਤੇ ਸਰਕਾਰ ਦੇ ਪੰਜੇ 'ਚ ਹੁੰਦੀ ਹੈ, ਉਸ ਤੋਂ ਸਟਰੋਂਗ ਹੁੰਦੀ ਹੈ ਸਟੈਚੂਟਰੀ ਬਾਡੀ ਜਿਹੜੀ ਸਰਕਾਰ ਤੋਂ ਥੋੜੀ ਜਿਹੀ ਆਜ਼ਾਦ ਹੁੰਦੀ ਆ, ਤੇ ਕਨਸਟੀਟਿਊਸ਼ਨਲ ਬਾਡੀ ਹੁੰਦੀ ਆ ਕੰਪਲੀਟਲੀ ਇੰਡੀਪੈਂਡੈਂਟ ਬਾਡੀ। ਠੀਕ ਆ। ਪਰ 2000 ਤੋਂ ਬਾਅਦ, ਸਪੈਸ਼ਲੀ 2014-15 ਤੋਂ ਬਾਅਦ, ਠੀਕ ਆ, 2000 ਤੋਂ ਬਾਅਦ ਵੀ ਆਹੀ ਰਿਹਾ। ਕਾਂਗਰਸ ਨੇ ਵੀ ਕੋਈ ਘੱਟ ਨਹੀਂ ਕਰੀ, ਠੀਕ ਆ, ਤੇ ਬੀਜੇਪੀ ਨੇ ਆ ਕੇ ਬਸ ਉਹਨਾਂ ਦੇ ਕੰਮ ਨੂੰ ਡਬਲ ਹੀ ਕੀਤਾ, ਠੀਕ ਆ, ਕਿ ਗੁੱਸਾ ਨਾ ਕਰੇ ਕੋਈ ਕਿ ਅਸੀਂ ਪਿੱਛੇ ਰਹਿ ਗਏ। ਤਾਂ ਇਹਨਾਂ ਸਰਕਾਰਾਂ ਨੇ ਸਾਰਿਆਂ ਬਾਡੀਜ਼ 'ਚ ਇੱਕ ਗੱਲ ਕਾਮਨ ਕਰਤੀ ਕਿ ਸਾਰੀਆਂ ਸਰਕਾਰਾਂ ਨੇ ਆਪਣੇ ਕੰਟਰੋਲ 'ਚ ਲੈ ਲਈਆਂ, ਠੀਕ ਆ। ਪਰ ਮੋਟੇ ਤੌਰ ਤੇ ਈਡੀ ਤੇ ਸੀਬੀਡੀਟੀ 'ਚ ਫਰਕ ਪਤਾ ਲੱਗ ਗਿਆ ਨਾ, ਕਿ ਸੀਬੀਡੀਟੀ ਜਿਹੜੀ ਆ ਉਹ ਇੱਕ ਸਟੈਚੂਟਰੀ ਬਾਡੀ ਆ, ਇਹਦਾ ਕੰਮ ਆ ਡਾਇਰੈਕਟ ਟੈਕਸ ਇਕੱਠਾ ਕਰਨਾ, ਇਸ ਤੋਂ ਬਿਨਾ ਕੋਈ ਟਾਈਮ ਮਤਲਬ ਕਿ ਕੋਈ ਮਤਲਬ ਹੀ ਨਹੀਂ। ਡਾਇਰੈਕਟ ਟੈਕਸ ਇਕੱਠਾ ਕਰਨਾ ਤੇ ਡਾਇਰੈਕਟ ਟੈਕਸ ਇਕੱਠਾ ਕਰਨ ਨਾਲ ਸੰਬੰਧਿਤ ਕੋਈ ਪਾਲਿਸੀ ਵਗੈਰਾ ਹੈ ਉਹ ਵੀ ਇਹੀ ਬਣਾਉਂਦੇ ਆ। ਅੱਗੇ ਆ ਜਾਓ, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ 1964 ਚ ਬਣੀ ਸੀ। ਇਹ ਇੱਕ ਸਟੈਚੂਟਰੀ ਬਾਡੀ ਆ, ਬਣੀ ਅੰਗਰੇਜ਼ਾਂ ਦੇ ਵੇਲੇ 1924 ਚ, ਉਦੋਂ ਇਹਦਾ ਕੋਈ ਹੋਰ ਨਾਮ ਹੁੰਦਾ ਸੀ। 1964 ਦੇ ਵਿੱਚ 1924 ਚ ਲਿਖਿਆ ਹੋਣਾ ਕਿਤੇ, ਠੀਕ ਆ। 1924 ਚ ਇਹਦਾ ਨਾਮ ਸੀ ਸੈਂਟਰਲ ਬੋਰਡ ਆਫ ਰੈਵਨਿਊ, ਠੀਕ ਆ। ਫਿਰ 1963 ਚ ਜਾ ਕੇ ਇਹਦਾ ਨਾਮ ਹੋ ਗਿਆ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ, ਹੁਣ ਇਹਦਾ ਨਾਮ ਹੋ ਗਿਆ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼। ਪੂਰਾ ਸਹੀ ਨਾਮ ਆ, ਪਰ ਇਹ ਵੀ ਇੱਕ ਕਿਹੜੀ ਬਾਡੀ ਆ? ਸਟੈਚੂਟਰੀ। ਜਿਹੜੀ ਬਾਡੀ ਸਟੈਚੂਟਰੀ ਆ ਇਹਦਾ ਮਤਲਬ ਪਤਾ ਕੀ ਆ? ਇਹਦਾ ਆਪਣਾ ਇੱਕ ਐਕਟ ਹੈਗਾ ਹੈ, 1963 ਚ ਇਹਦਾ ਇੱਕ ਐਕਟ ਬਣਿਆ ਸੀ। ਇਹਦਾ ਕੰਮ ਕੀ ਆ? ਇਨਡਾਇਰੈਕਟ ਟੈਕਸ ਇਕੱਠੇ ਕਰਨਾ। ਸੁਣੋ ਮੇਰੀ ਗੱਲ, ਮਕਸਦ ਕੀ ਹੁੰਦਾ ਇਹਦਾ? ਆ ਦੇਖੋ ਲਿਖਿਆ ਹੋਣਾ ਇੱਥੇ, ਠੀਕ ਆ। ਇਹ ਜਿੰਨਾ ਵੀ ਸਾਡੇ ਦੇਸ਼ ਦਾ ਇਨਡਾਇਰੈਕਟ ਟੈਕਸ ਆ, ਹੁਣ ਤੁਸੀਂ ਇਹ ਨਾ ਹੈਰਾਨ ਹੋ ਜਾਓ ਕਿ ਇਨਡਾਇਰੈਕਟ ਟੈਕਸ ਕੀ ਹੁੰਦਾ ਹੈ। ਸਾਡੇ ਦੇਸ਼ 'ਚ ਜਦੋਂ ਵੀ ਕੁਝ ਮੈਨੂਫੈਕਚਰ ਹੁੰਦਾ ਉੱਥੇ ਕਿਹੜਾ ਟੈਕਸ ਲੱਗਦਾ ਹੈ? ਐਕਸਾਈਜ਼ ਡਿਊਟੀ। ਜਦੋਂ ਕੋਈ ਚੀਜ਼ ਸਾਡੇ ਦੇਸ਼ 'ਚ ਬਾਹਰੋਂ ਆਉਂਦੀ ਆ ਉੱਥੇ ਕਿਹੜਾ ਟੈਕਸ ਲੱਗਦਾ ਹੈ? ਕਸਟਮ ਡਿਊਟੀ। ਜਦੋਂ ਕੋਈ ਚੀਜ਼ ਸਾਡੇ ਦੇਸ਼ 'ਚ ਸੇਲ ਪਰਚੇਜ਼ ਹੁੰਦੀ ਆ ਉੱਥੇ ਕਿਹੜਾ ਟੈਕਸ ਲੱਗਦਾ ਹੈ? GST। ਜਦੋਂ ਅਸੀਂ ਫਿਲਮਾਂ ਦੇਖਣ ਜਾਂਦੇ ਆ ਉੱਥੇ ਕਿਹੜਾ ਟੈਕਸ ਲੱਗਦਾ ਹੈ? ਇੰਟਰਟੇਨਮੈਂਟ ਟੈਕਸ। ਇਹ ਸਾਰੇ ਇੰਟਰਟੇਨਮੈਂਟ ਟੈਕਸ 140 ਰੁਪਏ ਦੀ ਥੀਏਟਰ ਦੀ ਫਿਲਮ 'ਚ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੰਨੇ ਰੁਪਏ ਟੈਕਸ ਦਿੱਤਾ ਹੈ, ਜਦ ਕਿ ਬਾਅਦ 'ਚ ਪਤਾ ਲੱਗਦਾ ਕਿ ਇਸ 140 'ਚ 70 ਰੁਪਏ ਟੈਕਸ ਹੀ ਸੀਗਾ। 70 ਰੁਪਏ ਫਿਲਮ ਦੀ ਟਿਕਟ ਸੀ, 70 ਰੁਪਏ ਉਹ ਇੰਟਰਟੇਨਮੈਂਟ ਟੈਕਸ ਆਪਣੇ ਆਪ 'ਚ ਇੱਕ ਇੰਡਾਇਰੈਕਟ ਟੈਕਸ ਆ। ਇਹੋ ਜਿਹੇ ਸਾਰੇ ਟੈਕਸ ਇਕੱਠੇ ਕਰਨ ਦੀ ਜ਼ਿੰਮੇਵਾਰੀ ਕਿਹਦੀ ਆ ਭਲਾ? CBIT ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਦੀ ਆ। ਆ ਲਓ ਜੀ, ਆ ਗੱਲ ਸਮਝ ਆ ਗਈ। ਜਿੰਨੇ ਵੀ ਸਾਡੇ ਦੇਸ਼ 'ਚ ਕਸਟਮ ਡਿਊਟੀਜ਼ ਨੇ, ਕਸਟਮ ਸਮਝ ਗਏ, ਜਿੱਥੋਂ ਸਮਾਨ ਬਾਹਰੋਂ ਆਉਂਦਾ ਹੈ। ਇੱਕ ਆਹ ਚੀਜ਼ਾਂ ਹੋਰ ਸੁਣੋ, ਆ ਜਿੰਨੇ ਵੀ ਕੰਟੇਨਰਸ ਵਗੈਰਾ, ਸ਼ਿਪ ਵਗੈਰਾ ਆਉਂਦੇ ਆ ਉਹਨਾਂ ਤੇ ਵੀ ਇਹੀ ਟੈਕਸ ਇਕੱਠਾ ਕਰਦੇ ਆ। ਤੇ ਸਪੈਸ਼ਲ ਇਕਨੋਮਿਕ ਜ਼ੋਨਸ, ਤਾਂ ਸ਼ਾਇਦ ਨਾ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਕਿ ਸਾਡੇ ਦੇਸ਼ 'ਚ ਨਾ ਕਈ ਇਹੋ ਜਿਹੇ ਇਲਾਕੇ ਆ ਜਿੱਥੇ ਸਰਕਾਰ ਨੇ ਸਪੈਸ਼ਲ ਛੂਟ ਦੇ ਰੱਖੀ ਆ ਕਿ ਇੱਥੇ ਵੱਧ ਤੋਂ ਵੱਧ ਮੈਨੂਫੈਕਚਰਿੰਗ ਕਰੋ ਤੇ ਸਮਾਨ ਬਾਹਰ ਭੇਜੋ। ਉਹਨਾਂ ਨੂੰ ਕਿਹਾ ਜਾਂਦਾ ਹੈ ਸਪੈਸ਼ਲ ਇਕਨੋਮਿਕ ਜ਼ੋਨ। ਕੀ ਕਿਹਾ ਜਾਂਦਾ ਹੈ? ਸਪੈਸ਼ਲ ਇਕਨੋਮਿਕ ਜ਼ੋਨਸ। ਇੰਡੀਆ 'ਚ ਜਿੰਨੀਆਂ ਵੀ ਸਪੈਸ਼ਲ ਇਕਨੋਮਿਕ ਜ਼ੋਨ ਨੇ ਉੱਥੋਂ ਦਾ ਸਾਰਾ ਟੈਕਸ ਇਕੱਠਾ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੀ ਆ। 에ਅਰਪੋਰਟ ਹੋ ਗਏ, ਪੋਰਟਸ ਹੋ ਗਈਆਂ, ਬੰਦਰਗਾਹਾਂ, ਕਿਉਂਕਿ ਉੱਥੇ ਕਿਹੜਾ ਸਮਾਨ ਆਉਣਾ ਯਾਰ? ਬਾਹਰੋਂ ਹੀ ਆਉਣਾ ਹੈ। ਤੇ ਬਾਹਰੋਂ ਆਉਣ ਵਾਲੇ ਸਮਾਨ ਤੇ ਕਿਹੜਾ ਟੈਕਸ ਲੱਗਣਾ ਹੈ? ਕਸਟਮ ਡਿਊਟੀ। ਤਾਂ ਕਸਟਮ ਡਿਊਟੀ ਕਿਹੜਾ ਟੈਕਸ ਹੈ ਭਲਾ? ਇੰਡਾਇਰੈਕਟ। ਤਾਂ ਜ਼ਿੰਮੇਵਾਰੀ ਆਪੇ ਇਹਨਾਂ ਦੀ ਹੋ ਗਈ। ਸੋ ਆਹ ਹੋ ਗਈ ਕਹਾਣੀ ਕਲੀਅਰ। ਹੁਣ ਮੈਂ ਤੁਹਾਨੂੰ ਹੁਣ ਤੱਕ ਕੀ ਦੱਸ ਚੁੱਕਿਆ? ਮੈਂ ਡਿਪਾਰਟਮੈਂਟ ਆਫ ਰੈਵਨਿਊ ਪੜ੍ਹਾ ਰਿਹਾ ਸੀ ਤੁਹਾਨੂੰ, ਮੇਰੀ ਗੱਲ ਧਿਆਨ ਨਾਲ ਸੁਣਿਓ। ਡਿਪਾਰਟਮੈਂਟ ਆਫ ਰੈਵਨਿਊ ਪੜ੍ਹਾ ਰਿਹਾ ਸੀ। ਇਸ ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਮੈਂ ਤੁਹਾਨੂੰ ਦੱਸਿਆ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ, ਦੂਜਾ ਕਿਹੜਾ ਸੀ? ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਜ਼। ਉਸ ਤੋਂ ਬਾਅਦ ਮੈਂ ਇੱਕ ਏਜੰਸੀ ਦੱਸੀ ਆ, ਕਿਹੜੀ ਭਲਾ? ED। ਇੱਕ ਮੈਂ ਹੋਰ ਏਜੰਸੀ ਦੱਸਣੀ ਆ DRI, ਤੇ ਇੱਕ ਮੈਂ ਤੀਸਰੀ ਏਜੰਸੀ ਦੱਸਣੀ ਆ CEIB। ਤੀਜੀ ਏਜੰਸੀ ਕਿਹੜੀ ਆ? CEIB। ਕੋਈ CBI ਨਹੀਂ, CEIB। ਤਿੰਨ ਏਜੰਸੀਆਂ ਪੜਾਉਣੀਆਂ। ਕਿੰਨੀਆਂ? ਤਿੰਨ ਏਜੰਸੀਆਂ ਤੇ ਦੋ ਬੋਰਡ। ਇੱਕ ਬੋਰਡ ਡਾਇਰੈਕਟ ਟੈਕਸ ਇਕੱਠਾ ਕਰਨ ਵਾਲਾ, ਇੱਕ ਇਨਡਾਇਰੈਕਟ। ਮੈਂ ਦੱਸਦਾ, ਇੱਕ ਏਜੰਸੀ ਪੜਾਤੀ ਕਿਹੜੀ ਭਲਾ? ED। ਤੇ
एक पढ़ाउणी आ CBCEIB ते एक DRI ते एक ED, 3 एजेंसियां हो गई। ਜਦੋਂ ਇਹ ਰੈਵਨਿਊ ਵਾਲਾ ਪੂਰਾ ਹੋ ਗਿਆ, ਇਸ ਤੋਂ ਪਹਿਲਾਂ ਮੈਂ ਕਿਹੜਾ ਡਿਪਾਰਟਮੈਂਟ ਪੜ੍ਹਾ ਕੇ ਆਇਆ? ਡਿਪਾਰਟਮੈਂਟ ਆਫ ਐਕਸਪੈਂਡੀਚਰ। ਉਸ ਤੋਂ ਪਹਿਲਾਂ ਕਿਹੜਾ ਪੜਾਇਆ? ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। 3 ਡਿਪਾਰਟਮੈਂਟ। ਉਸ ਤੋਂ ਬਾਅਦ ਪੜਾਉਂਗਾ ਡਿਪਾਰਟਮੈਂਟ ਆਫ ਪਬਲਿਕ ਐਸੈਟ ਮੈਨੇਜਮੈਂਟ, ਚੌਥਾ ਡਿਪਾਰਟਮੈਂਟ। ਪੰਜਵਾਂ ਪੜਾਉਂਗਾ ਡਿਪਾਰਟਮੈਂਟ ਆਫ ਹੈਵੀ ਇੰਡਸਟਰੀਜ਼, ਪੰਜਵਾਂ ਡਿਪਾਰਟਮੈਂਟ। ਕਿੰਨੇ? 4 ਕਿ 5 ਹੋ ਗਏ? 5। ਜਦੋਂ 5 ਡਿਪਾਰਟਮੈਂਟ ਪੜਾਤੇ, ਇਹਦਾ ਮਤਲਬ ਮਿਨਿਸਟਰੀ ਆਫ ਫਾਈਨਾਂਸ ਖਤਮ ਹੋ ਗਿਆ। ਇਟ ਮੀਨਸ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਮਿਨਿਸਟਰੀ ਆ, ਉਹਦੇ ਚ 5 ਡਿਪਾਰਟਮੈਂਟ ਆ, ਠੀਕ ਆ। ਉਹਨਾਂ 5 ਡਿਪਾਰਟਮੈਂਟਸ ਚ ਕਿਸੇ ਦੇ ਅੰਡਰ 1 ਬੋਰਡ ਆ, ਕਿਸੇ ਦੇ ਅੰਡਰ 2 ਬੋਰਡ ਆ। ਹੁਣ ਪੇਪਰ 'ਚ ਸਵਾਲ ਪਤਾ ਕੀ ਆਊਗਾ? ਕੰਟਰੋਲਰ ਜਨਰਲ ਆਫ ਅਕਾਊਂਟਸ ਵਰਕਸ ਅੰਡਰ ਦੀ, ਕਿ ਉਹ ਕਿਹੜੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ? ਡਿਪਾਰਟਮੈਂਟ ਆਫ ਐਕਸਪੈਂਡੀਚਰ। PMFS ਕੀ ਆ? PFMS ਕੀ ਆ? ਆਪਾਂ ਨੂੰ ਪਤਾ ਹੀ ਨਹੀਂ ਸੀ ਹੋਣਾ ਕਿ PFMS ਹੈ ਕੀ ਆ। ਸਾਨੂੰ ਪਤਾ ਲੱਗ ਗਿਆ ਕਿ ਕਿਹੜੀ ਮਿਨਿਸਟਰੀ ਦੇ ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦਾ ਹੈ, ਕਹਾਣੀ ਕੀ ਉਹਦੀ। ਚਲੇ ਆ ਜਾਓ ਜੀ ਅੱਗੇ। ਹੁਣ ਆ ਗਿਆ ਸੈਂਟਰਲ ਇਕਨੋਮਿਕ ਇੰਟੈਲੀਜੈਂਸ ਬਿਊਰੋ। ਇਹ ਬੇਸਿਕਲੀ ਕੀ ਆ? ਸਾਡੇ ਦੇਸ਼ 'ਚ ਫਾਈਨਾਂਸ ਮਿਨਿਸਟਰੀ ਦੇ ਅੰਡਰ ਡਿਪਾਰਟਮੈਂਟ ਆਫ ਰੈਵਨਿਊ ਨੂੰ ਵਾਸਤੇ ਰਿਸਪੌਂਸੀਬਲ ਆ। ਜਿੰਨੇ ਸਾਡੇ ਦੇਸ਼ 'ਚ ਡਾਇਰੈਕਟ ਟੈਕਸ ਨਾਲ ਰਿਲੇਟਡ ਕੇਸ ਹੁੰਦੇ ਆ, ਜਿਵੇਂ ਸਪੋਜ਼ ਕਰੋ ਪਰਸਨਲ ਇਨਕਮ ਟੈਕਸ ਕਿਹੜਾ ਟੈਕਸ ਆ? ਡਾਇਰੈਕਟ ਕਿ ਇਨਡਾਇਰੈਕਟ? ਡਾਇਰੈਕਟ। ਪਰਸਨਲ ਇਨਕਮ ਟੈਕਸ ਆਪਣੇ ਆਪ 'ਚ ਕਿਹੜਾ ਟੈਕਸ ਆ? ਡਾਇਰੈਕਟ ਟੈਕਸ। ਤੁਸੀਂ ਡਾਇਰੈਕਟ ਟੈਕਸ ਨਹੀਂ ਦੇ ਰਹੇ, ਮੈਨੂੰ ਇੱਕ ਗੱਲ ਦੱਸੋਗੇ? ਚੱਲ ਰਿਹਾ? ਤੁਸੀਂ ਇੱਧਰ ਪਿਆ ਹੁਣ ਇੱਕ ਤਾਂ ਐਕਸਟੈਂਸ਼ਨ ਹੋ ਪਈ, ਪਰ ਤੁਸੀਂ ਡਾਇਰੈਕਟ ਟੈਕਸ, ਤੁਸੀਂ ਪਰਸਨਲ ਇਨਕਮ ਟੈਕਸ ਕਿਹੜਾ ਟੈਕਸ ਹੋ ਗਿਆ ਭਲਾ ਤੁਹਾਡਾ? ਡਾਇਰੈਕਟ ਟੈਕਸ। ਤੁਸੀਂ ਮੰਨ ਲਓ ਡਾਇਰੈਕਟ ਟੈਕਸ ਨਹੀਂ ਦੇ ਰਹੇ, ਠੀਕ ਆ। ਉਧਰੋਂ ਲਿਆ, ਫਿਰ ਉਧਰ ਇੱਕ ਪਈ ਆ, ਅਰਜਨ ਨੂੰ ਪਤਾ ਹੋਣਾ। ਚਾਰਜਰ ਕਿਹੜਾ? ਹਾਂ ਹਾਂਜੀ। ਪਰਸਨਲ ਇਨਕਮ ਟੈਕਸ ਇੱਕ ਪ੍ਰਕਾਰ ਦਾ ਕਿਹੜਾ ਟੈਕਸ ਆ? ਡਾਇਰੈਕਟ ਟੈਕਸ ਆ, ਠੀਕ ਆ। ਤੁਸੀਂ ਕਿਸੇ ਤਰੀਕੇ ਨਾਲ ਡਾਇਰੈਕਟ ਟੈਕਸ ਨੂੰ ਲੈ ਕੇ ਕੁਝ ਗੜਬੜ ਕੀਤੀ, ਕਾਰਪੋਰੇਟਸ ਜਿਹੜੇ ਆ ਉਹਨਾਂ ਨੇ ਕਿਹੜਾ ਟੈਕਸ ਦੇਣਾ ਹੁੰਦਾ ਹੈ? ਕਾਰਪੋਰੇਟ ਟੈਕਸ। ਕਾਰਪੋਰੇਟ ਟੈਕਸ ਨਹੀਂ ਦੇ ਰਹੇ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਗੜਬੜ ਕਰ ਰਹੇ ਆ, ਤਾਂ ਇਨਕੁਆਇਰੀ ਤੇ ਰਿਸਪੌਂਸਿਬਿਲਟੀ ਕਿਹੜੇ ਬੋਰਡ ਦੀ, ਕਿਹਨਾਂ ਦੀ ਆ? ਉਹ ਸਾਰੀ ਜ਼ਿੰਮੇਵਾਰੀ ਆ CBIC ਦੀ, CEIB ਦੀ, ਸੈਂਟਰਲ ਇਕਨੋਮਿਕ ਇੰਟੈਲੀਜੈਂਸ ਬਿਊਰੋ ਦੀ। ਪੇਪਰ 'ਚ ਆਊਗਾ ਕਿ ਸੈਂਟਰਲ ਇਕਨੋਮਿਕ ਇੰਟੈਲੀਜੈਂਸ ਬਿਊਰੋ ਕੰਮ ਕੀ ਕਰਦਾ ਹੈ? ਤੁਸੀਂ ਕਹੋਗੇ ਇਹ ਇੱਕ ਏਜੰਸੀ ਆ ਜਿਹੜੀ ਇਸ ਗੱਲ ਦਾ ਧਿਆਨ ਰੱਖਦੀ ਆ ਕਿ ਡਾਇਰੈਕਟ ਟੈਕਸ ਸਾਡੇ ਦੇਸ਼ 'ਚ ਸਹੀ ਤਰੀਕੇ ਨਾਲ ਇਕੱਠਾ ਹੋ ਰਿਹਾ ਕਿ ਨਹੀਂ, ਤੇ ਜਿਹੜਾ ਨਹੀਂ ਹੋ ਰਿਹਾ ਉਹਦੇ ਤੇ ਐਕਸ਼ਨ ਲੈਂਦੀ ਆ। ਕਿਹੜੇ ਟੈਕਸ ਤੇ ਭਲਾ? ਡਾਇਰੈਕਟ ਟੈਕਸ ਤੇ। ਆਹ ਦੇਖੋ, ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਕੰਮ ਕਰਦੀ ਆ ਤੇ ਕਿਹੜੇ ਟੈਕਸ ਨਾਲ ਡੀਲ ਕਰਦੀ ਆ? ਇਨਕਮ ਟੈਕਸ ਡਿਪਾਰਟਮੈਂਟ। ਮਤਲਬ ਕਿ ਜਿਨ੍ਹਾਂ ਨੇ ਡਾਇਰੈਕਟ ਟੈਕਸ ਵਗੈਰਾ ਇਕੱਠਾ ਕਰਨਾ ਹੁੰਦਾ ਹੈ। ਸਾਡੇ ਦੇਸ਼ 'ਚ ਕਿਸੇ ਵੀ ਪ੍ਰਕਾਰ ਦਾ ਜ਼ਿਆਦਾਤਰ ਡਾਇਰੈਕਟ ਟੈਕਸ, ਉਸ ਤੋਂ ਬਿਨਾ ਜੇ ਕੋਈ ਇਨਡਾਇਰੈਕਟ ਟੈਕਸ ਦਾ ਕੇਸ ਆ, ਬਸ ਟੈਕਸ ਚੋਰੀ ਦਾ ਕੇਸ ਹੋਣਾ ਚਾਹੀਦਾ ਹੈ। ਇਹ ਵੀ ਪੈਰਲਲ ਨਿਗਰਾਨੀ ਰੱਖਦੇ ਆ। ਤੇ ਜੇ ਸਪੋਜ਼ ਕਰੋ ਪਤਾ ਲੱਗੇ ਕਿ ਕਾਰਵਾਈ ਕਰਨੀ ਆ, ਕੋਈ ਟੈਕਸ ਚੋਰੀ ਕਰ ਰਿਹਾ ਹੈ, ਉਹਦੇ ਤੇ ਕਾਰਵਾਈ ਕਿਵੇਂ ਹੋਊਗੀ? ਕਾਰਵਾਈ ਕਰਨ ਦੀ ਜ਼ਿੰਮੇਵਾਰੀ ਫਿਰ ED ਦੀ ਹੈ। ਇਹ ਆਪਣੀ ਰਿਪੋਰਟ ਸਬਮਿਟ ਕਰਦਾ ਡਿਪਾਰਟਮੈਂਟ ਨੂੰ, ਡਿਪਾਰਟਮੈਂਟ ਆਫ ਰੈਵਨਿਊ ਨਹੀਂ। ਡਿਪਾਰਟਮੈਂਟ ਆਫ ਰੈਵਨਿਊ ਨਾਲ ਦੀ ਨਾਲ ਨੋਟਿਸ ਭੇਜਦਾ ED ਨੂੰ ਕਿ ਜਾ ਕੇ ਉਹਦੇ ਤੇ ਕਾਰਵਾਈ ਕਰਕੇ ਆਓ। ਦੇਖੋ, ਜਦੋਂ ਸ਼ਾਹਰੁਖ ਖਾਨ ਦੇ ਮੁੰਡੇ ਤੇ ਕਾਰਵਾਈ ਹੋਈ ਸੀਗੀ ਡਰੱਗਸ ਨਾਲ ਰਿਲੇਟਡ, ਉਹ ਕੀ ਸੀ? ਇੱਕ ਅਫੀਮ ਜਾਂ ਕੋਈ ਨਸ਼ਾ ਸੀਗਾ। ਉਹ ਨਸ਼ੇ ਨਾਲ ਸੰਬੰਧਿਤ ਕਾਰਵਾਈ ਸੀਗੀ। ਕਿਹੜਾ ਐਕਟ ਲੱਗਿਆ ਸੀ? ਸਮਗਲਿੰਗ ਐਕਟ। ਉਹਦੇ ਤੇ ਸਮਗਲਿੰਗ ਐਕਟ। ਜੇ ਕਿਤੇ ਪੈਸਾ ਇੱਧਰ ਉੱਧਰ ਹੋ ਰਿਹਾ ਹੁੰਦਾ ਤੇ ED ਛਾਪਾ ਮਾਰਦਾ ਤੇ ਲਾਉਂਦਾ ਪਮਲਾ ਐਕਟ। ਜੇ ਕੋਈ ਪੈਸਾ ਲੈ ਕੇ ਭੱਜਿਆ ਹੁੰਦਾ ਬਾਹਰ, ਉਹਦੀ ਪ੍ਰਾਪਰਟੀ ਐਕਵਾਇਰ ਕਰਨ ਜਾਂਦੇ, ਕੁਰਕ ਕਰਨ ਜਾਂਦੇ, ਤਾਂ ਫਿਰ ED ਕਿਹੜਾ ਐਕਟ ਲਾਉਂਦਾ? ਫਿਊਜੀਟਿਵ ਅਫੈਂਡਰ ਇਕਨੋਮਿਕ ਅਫੈਂਡਰਸ ਐਕਟ ਲਾਉਂਦਾ। ਤਾਂ ਇਹ ਏਜੰਸੀ ਸਿਰਫ ਜਾਂਚ ਕਰਦੀ ਆ ਕਿ ਪੈਸਾ ਗਲਤ ਤਰੀਕੇ ਨਾਲ ਤਾਂ ਨਹੀਂ ਕਮਾਇਆ ਜਾ ਰਿਹਾ, ਜਾਂ ਡਾਇਰੈਕਟ ਟੈਕਸ ਕਿਸੇ ਤਰੀਕੇ ਨਾਲ ਚੋਰੀ ਤਾਂ ਨਹੀਂ ਕੀਤਾ ਜਾ ਰਿਹਾ। ਉਸ ਤੋਂ ਬਾਅਦ ਅਗਲਾ ਡਿਪਾਰਟਮੈਂਟ ਆ ਗਿਆ, ਅਗਲਾ ਪਾਰਟ ਆ ਗਿਆ ਇਹਦਾ। ਦੇਖੋ, ED ਉਹਦੇ ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ 3 ਏਜੰਸੀਆਂ ਕੰਮ ਕਰਦੀਆਂ, ਠੀਕ ਹੈ। ਇੱਕ CEIB, ਇੱਕ ED। CEIB ਪਤਾ ਲੱਗ ਗਿਆ ਕਿ ਡਾਇਰੈਕਟ ਟੈਕਸ ਦੀਆਂ ਚੋਰੀ ਬਾਰੇ ਡਿਪਾਰਟਮੈਂਟ ਨੂੰ ਜਾਣਕਾਰੀ ਦਿੰਦੀ ਹੈ। ED ਉਹਦੇ ਤੇ ਐਕਸ਼ਨ ਲੈਂਦੀ ਆ। ਤੀਸਰਾ ਰਹਿ ਗਿਆ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ। ਵਟ ਇਜ਼ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ? ਇਹ ਕੀ ਦੇਖਦਾ ਹੈ? ਇਹ ਦੇਖਦਾ ਹੈ ਕਿ ਇਨਡਾਇਰੈਕਟ ਟੈਕਸ, ਕਸਟਮ ਡਿਊਟੀ ਤੇ ਐਕਸਾਈਜ਼ ਡਿਊਟੀ। ਮੇਰੀ ਗੱਲ ਧਿਆਨ ਨਾਲ ਸੁਣਿਓ। ਇਨਡਾਇਰੈਕਟ ਟੈਕਸ, ਕਸਟਮ ਡਿਊਟੀ ਤੇ ਐਕਸਾਈਜ਼ ਡਿਊਟੀ,
ਆਹੀ ਹੈ ਕਿੱਥੇ ਆ बोर्ड आ बैक चल रहे ना तो देखो एक हो गया अपने कोल CEIB एक आप पढ़िया ED तीसरा होना DRI का की काम आ डायरैक्टरेट ऑफ रेवन्यू इंटैलीजेंस ਇਹਦਾ ਕੰਮ ਸਿਰਫ ਇੰਨਾ ਹੈ ਕਿ ਇਨਡਾਇਰੈਕਟ ਟੈਕਸ ਨਾਲ ਸੰਬੰਧਿਤ ਜੇ ਕੋਈ ਚੋਰੀ ਹੋ ਰਹੀ ਹੈ ਕਿਹਦੇ ਨਾਲ ਸੰਬੰਧਿਤ ਇਨਡਾਇਰੈਕਟ ਟੈਕਸ ਨਾਲ ਰਿਲੇਟਡ ਜੇ ਕੋਈ ਚੋਰੀ ਹੋ ਰਹੀ ਆ ਉਹਦੇ ਬਾਰੇ ਦੱਸਣਾ ਜਾ ਕੇ ਕਿਹਨੂੰ ਦੱਸਣਾ ਉਹਦੇ ਬਾਰੇ ਦੱਸਣਾ ਡਿਪਾਰਟਮੈਂਟ ਆਫ ਰੈਵਨਿਊ ਨੂੰ ਤੇ ਡਿਪਾਰਟਮੈਂਟ ਆਫ ਰੈਵਨਿਊ ਫਿਰ ED ਦੇ ਥਰੂ ਕੋਈ ਵੀ ਐਕਸ਼ਨ ਲਊਗਾ ਆ ਧਿਆਨ ਨਾਲ ਪੜਿਓ ਇਹਦਾ ਕੰਮ ਹੁੰਦਾ ਹੈ ਕਿਹਨੂੰ ਕਰਵ ਕਰਨਾ कोई भी ਸਮਗਲਿੰਗ हो रही होवे ठीक है किसी भी तरीके की ट्रैफिकिंग हो रही होवे ड्रग ट्रैफिकिंग होवे ये आप नहीं एक्शन लेंदे ये याद रखियो ये आप एक्शन नहीं लेंदे एक्शन लऊगा ED जाके बट ये इन्हां दा काम हुंदा सिर्फ नोटिस कढ़ना ठीक है DRI जिहड़ा है ओहदा काम सिर्फ इन्ना है कि एक इंटैलीजेंस इनपुट देना किन्नू डिपार्टमेंट नूं ते जदों डिपार्टमेंट नूं एक बार इंटैलीजेंस इनपुट मिल गई फिर डिपार्टमेंट उस जगह ते कार्रवाई करूगा किहदे थ्रू ED ਦੇ ਥਰੂ ਆ ਗੱਲ ਸਮਝ ਆ ਗਈ ਚੀਜ਼ ਤਾਂ ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਇਹ ਸਪੈਸ਼ਲ ਦੇਖਦਾ ਹੈ ਕਿ ਕਸਟਮ ਡਿਊਟੀ ਇਨਡਾਇਰੈਕਟ ਟੈਕਸ ਐਕਸਾਈਜ਼ ਡਿਊਟੀ ਤੇ ਕਿਸੇ ਵੀ ਤਰੀਕੇ ਦੀ ਟ੍ਰੈਫਿਕਿੰਗ ਜਾਂ ਸਮਗਲਿੰਗ ਜੋ ਵੀ ਕੁਝ ਹੋ ਰਿਹਾ ਹੋਊਗਾ ਸਾਰੀ ਇਹ ਚੀਜ਼ਾਂ ਤੇ ਐਕਸ਼ਨ ਕੌਣ ਲਊਗਾ ਕਿਹੜਾ ਡਿਪਾਰਟਮੈਂਟ ਲਊਗਾ ਕਿਹੜਾ ਡਾਇਰੈਕਟਰੇਟ ਲਊਗਾ ਡਾਇਰੈਕਟਰੇਟ ਆਫ ਰੈਵਨਿਊ ਇੰਟੈਲੀਜੈਂਸ ਆ ਗੱਲ ਸਮਝ ਆ ਗਈ ਤਾਂ ਇਹ ਹੋ ਗਿਆ ਆਪਣੇ ਕੋਲ ਤਿੰਨ ਡਿਪਾਰਟਮੈਂਟ ਪਹਿਲਾ ਡਿਪਾਰਟਮੈਂਟ ਪੜਾਇਆ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਪਾਲਿਸੀ ਮੇਕਿੰਗ ਬਜਟ ਤੇ ਇਕਨੋਮਿਕ ਸਰਵੇ ਨਾਲ ਰਿਲੇਟਡ ਦੂਜਾ ਡਿਪਾਰਟਮੈਂਟ ਪੜਾਇਆ ਡਿਪਾਰਟਮੈਂਟ ਆਫ ਰੈਵਨਿਊ ਸੌਰੀ ਐਕਸਪੈਂਡੀਚਰ ਜਿਹਦੇ ਚ ਮੈਂ ਦੋ ਚੀਜ਼ਾਂ ਪੜਾਈਆਂ ਮੇਨ PFMS ठीक है तो दूसरी चीज़ मैं पढ़ाई सीगी CGA तीसरा डिपार्टमेंट पढ़ाया मैं डिपार्टमेंट ऑफ रेवन्यू ਉਹਦੇ अंडर मैं ਤੁਹਾਨੂੰ पढ़ाया सीगा CBDT CBIT DRI CEIB ਤੇ ਇੱਕ ED ਉਸ ਤੋਂ ਬਾਅਦ ਅਗਲਾ ਡਿਪਾਰਟਮੈਂਟ ਮੈਂ ਤੁਹਾਨੂੰ ਪੜਾਉਣ ਜਾ ਰਿਹਾ ਦੈਟ ਇਜ਼ ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸੈਟ ਮੈਨੇਜਮੈਂਟ ਹੁਣ ਪਹਿਲਾਂ ਤਾਂ ਇਸ ਡਿਪਾਰਟਮੈਂਟ ਦਾ ਕੰਮ ਸੁਣੋ ਕੀ ਹੈ ਦੇਖੋ ਇੱਕ ਗੱਲ ਬੜੀ ਕਲੀਅਰ ਆ ਸਾਡੇ ਦੇਸ਼ 'ਚ ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਨੇ ਜਿਵੇਂ ਇੰਡੀਅਨ ਆਇਲ ਹੋ ਗਈ ਕੋਲ ਇੰਡੀਆ ਲਿਮਟਿਡ ਹੋ ਗਈ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਹੋ ਗਈ ਸਾਡੇ ਦੇਸ਼ 'ਚ ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਤੇ ਇਹ ਕੰਪਨੀਆਂ ਸਰਕਾਰ ਨੂੰ ਬਹੁਤ ਪੈਸਾ ਕਮਾ ਕੇ ਦਿੰਦੀਆਂ ਪਰ ਜਦੋਂ ਦੀ ਮੋਦੀ ਸਰਕਾਰ ਆਈ ਆ ਮੋਦੀ ਸਰਕਾਰ ਦੀ ਇੱਕ ਸੋਚ ਪਤਾ ਕੀ ਆ ਕਿ ਜੇ ਆਪਾਂ ਸਰਕਾਰੀ ਕੰਪਨੀ ਨੂੰ ਸਰਕਾਰੀ ਰਹਿਣ ਦੇਵਾਂਗੇ ਨਾ ਉਹਦੀ ਐਫੀਸ਼ੀਐਂਸੀ ਘਟਦੀ ਆ ਅਸੀਂ ਸਰਕਾਰੀ ਕੰਪਨੀ ਦੀ ਕੁਝ ਹਿੱਸੇਦਾਰੀ ਲੋਕਾਂ ਨੂੰ ਵੇਚ ਦਿੰਦੇ ਆ ਇਹਦਾ ਇੱਕ ਫਾਇਦਾ ਪਤਾ ਕੀ ਹੋਊਗਾ ਲੋਕਾਂ ਨੂੰ ਸ਼ੇਅਰ ਦੇਵਾਂਗੇ ਉਹਦੇ ਬਦਲੇ ਲੋਕ ਸਾਨੂੰ ਪੈਸੇ ਦੇਣਗੇ ਸਰਕਾਰ ਦਾ ਖਰਚਾ ਚੱਲੂਗਾ ਤੇ ਦੂਜਾ ਜਦੋਂ ਕਿਸੇ ਕੰਪਨੀ 'ਚ ਲੋਕਾਂ ਦੀ ਹਿੱਸੇਦਾਰੀ ਹੋ ਜੇ ਮੰਨ ਲਓ ਇੰਡੀਅਨ ਆਇਲ ਦੇ ਵਿੱਚ 30% ਹਿੱਸੇਦਾਰੀ ਲੋਕਾਂ ਦੀ ਆ ਲੋਕਾਂ ਦੇ ਵਿੱਚ ਸ਼ੇਅਰ ਲੱਗੇ ਆ ਤੁਹਾਨੂੰ ਲੱਗਦਾ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਹੈ ਜਿਹੜੀ ਉਹਦੇ ਵਾਸਤੇ ਕਰਪਸ਼ਨ ਕਰਨੀ ਹੁਣ ਪਹਿਲਾਂ ਨਾਲੋਂ ਸੌਖੀ ਹੋ ਜੂਗੀ ਕਿ ਔਖੀ ਹੋ ਜੂਗੀ ਬਹੁਤ ਔਖੀ ਹੋਊਗੀ ਕਿਉਂਕਿ ਜੇ ਮੈਂ ਇੰਡੀਅਨ ਆਇਲ ਕਾਰਪੋਰੇਸ਼ਨ 'ਚ 50,000 ਦੇ ਸ਼ੇਅਰ ਖਰੀਦੇ ਆ ਕੱਲ ਨੂੰ ਜਦੋਂ ਵੀ ਕਿਤੇ ਇੰਡੀਅਨ ਆਇਲ ਕਾਰਪੋਰੇਸ਼ਨ 'ਚ ਮਾੜੀ ਜੀ ਵੀ ਕਰਪਸ਼ਨ ਦੀ ਖਬਰ ਆਈ ਮੈਨੂੰ ਤੇ ਅਸੀਂ ਭੱਜ ਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਰੌਲਾ ਪਾਵਾਂਗੇ ਅਸੀਂ ਮਤਲਬ ਚਾਹੇ ਨੈਟ ਤੇ ਰੌਲਾ ਪਾਈਏ ਚਾਹੇ ਕਿਸੇ ਵੀ ਤਰੀਕੇ ਨਾਲ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਈਏ ਇਹਦਾ ਇੱਕ ਫਾਇਦਾ ਪਤਾ ਕੀ ਹੋ ਜਾਂਦਾ ਲੋਕ ਐਜ਼ ਅ ਵਾਚ ਡੌਗ ਕੰਮ ਕਰਦੇ ਆ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੰਦੇ ਆ ਕਿਸੇ ਸਰਕਾਰੀ ਕੰਪਨੀ ਨੂੰ ਵੇਚ ਦੇਣਾ ਸਿਰਫ ਇਹ ਹੀ ਨਹੀਂ ਹੁੰਦਾ ਕਿ ਮੋਦੀ ਨੇ ਕੰਪਨੀ ਵੇਚਤੀ ਉਹਦੇ ਕਈ ਡਾਈਮੈਂਸ਼ਨਸ ਹੁੰਦੇ ਆ ਕਈ ਚੀਜ਼ਾਂ ਜਿਹੜੀਆਂ ਨੇ ਪੈਰਲਲ ਸਾਨੂੰ ਦੇਖਣੀਆਂ ਪੈਂਦੀਆਂ ਠੀਕ ਆ ਪਰ ਹਾਂ ਕਿਸੇ ਕੰਪਨੀ ਬਸ ਵੇਚੀ ਹੋ ਜਾਣਾ ਇਹ ਵੀ ਕਿਸੇ ਚੀਜ਼ ਦਾ ਹੱਲ ਨਹੀਂਗਾ ਬਟ ਕਿਸੇ ਕੰਪਨੀ ਨੂੰ ਵੇਚਣਾ ਕਦੇ ਵੀ ਮਾੜੀ ਗੱਲ ਨਹੀਂ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਡਿਸਇਨਵੈਸਟਮੈਂਟ ਅੱਜ ਕੱਲ ਸਰਕਾਰ ਕੀ ਕਰ ਰਹੀ ਆ ਸਰਕਾਰ ਦੋ ਚੀਜ਼ਾਂ ਤੇ ਕੰਮ ਕਰ ਰਹੀ ਹੈ ਜਿਹੜੀਆਂ ਕੰਪਨੀਆਂ ਤੇ ਬਿਲਕੁਲ ਘਾਟੇ 'ਚ ਆ ਜਿਵੇਂ ਇੱਕ ਸੀ ਜਹਾਜ਼ਾਂ ਵਾਲੀ ਕਿਹੜੀ ਸੀ 에ਅਰ ਇੰਡੀਆ ਇਹ ਬਿਲਕੁਲ ਘਾਟੇ 'ਚ ਚੱਲ ਰਹੀ ਸੀ ਸਰਕਾਰ ਕਹਿੰਦੀ ਇਹਦੀ ਸਾਰੀ ਹਿੱਸੇਦਾਰੀ ਵੇਚ ਦਿਓ ਜ਼ਿਆਦਾ ਹਿੱਸੇਦਾਰੀ ਵੇਚ ਦਿਓ ਜਿਹੜੀਆਂ ਘਾਟੇ 'ਚ ਨਹੀਂ ਪ੍ਰੋਫਿਟ 'ਚ ਨੇ ਉਹਨਾਂ ਦੀ ਹਿੱਸੇਦਾਰੀ ਇਸ ਹਿਸਾਬ ਨਾਲ ਵੇਚੋ ਕਿ ਤੁਹਾਡੀ ਆਪਣੀ ਹਿੱਸੇਦਾਰੀ 50% ਤੋਂ ਵੱਧ ਰਹਿ ਜੇ ਮੰਨ ਲਓ ਮੈਂ ਸਰਕਾਰ ਹਾਂ ਤੇ ਮੇਰੀ ਹਿੱਸੇਦਾਰੀ ਕਿਸੇ ਕੰਪਨੀ 'ਚ ਵੇਚਣ ਤੋਂ ਬਾਅਦ ਵੀ ਹਜੇ 50% ਤੋਂ ਵੱਧ ਆ ਜਾਣੀ ਕਿ 55 ਜਾਂ 60 ਆ ਜਾਂ ਫਲਾਣੀ ਹੈ ਧਮਕਾਣੀ ਆ ਇਹਨੂੰ ਮੈਂ ਕਹੂੰਗਾ ਡਿਸਇਨਵੈਸਟਮੈਂਟ ਕੀ ਕਹੂੰਗਾ ਡਿਸਇਨਵੈਸਟਮੈਂਟ ਤੇ ਜੇ ਮੇਰੀ ਹਿੱਸੇਦਾਰੀ ਘਟ ਕੇ
50% ਤੋਂ ਵੀ ਘਟ ਗਈ ਮੀਨਸ ਸਰਕਾਰ ਦੀ ਹਿੱਸੇਦਾਰੀ ਜੇ ਕਿਸੇ ਕੰਪਨੀ 'ਚ 50% ਤੋਂ ਵੀ ਘਟ ਗਈ ਉਹਨੂੰ ਕਹਿੰਦੇ ਆ ਸਟ੍ਰੈਟੇਜਿਕ ਡਿਸਇਨਵੈਸਟਮੈਂਟ। ਕੀ ਕਹਿੰਦੇ ਆ? ਸਟ੍ਰੈਟੇਜਿਕ ਡਿਸਇਨਵੈਸਟਮੈਂਟ ਉਹ ਡਿਸਇਨਵੈਸਟਮੈਂਟ ਆ ਜਦੋਂ ਕਿਸੇ ਸਰਕਾਰੀ ਕੰਪਨੀ 'ਚ ਸਰਕਾਰ ਦੀ ਹਿੱਸੇਦਾਰੀ 50% ਤੋਂ ਵੀ ਘਟ ਜੇ, ਤੇ ਜੇ ਉਹ ਹਿੱਸੇਦਾਰੀ ਘਟੇ ਜ਼ਰੂਰ ਪਰ ਘਟਦੀ ਉਹ ਕਿੰਨੇ % ਤੋਂ ਘਟੇ ਨਾ, 50 ਤੋਂ ਨਾ ਘਟੇ, ਫਿਰ ਉਹ ਸਿੰਪਲ ਡਿਸਇਨਵੈਸਟਮੈਂਟ ਆ ਗੱਲ ਸਮਝ ਆ ਗਈ? ਪੇਪਰ 'ਚ ਇਹ ਗੱਲਾਂ ਪੁੱਛੀਆਂ ਜਾਂਦੀਆਂ ਕਿ ਸਟ੍ਰੈਟੇਜਿਕ ਡਿਸਇਨਵੈਸਟਮੈਂਟ ਤੇ ਡਿਸਇਨਵੈਸਟਮੈਂਟ 'ਚ ਕੀ ਫਰਕ ਆ। ਚਲੋ ਜੀ ਗੱਲ ਸਮਝ ਆ ਗਈ ਕਿ ਡਿਸਇਨਵੈਸਟਮੈਂਟ ਨਾਂ ਦੀ ਵੀ ਇੱਕ ਚੀਜ਼ ਹੁੰਦੀ ਆ ਤੇ ਸਟ੍ਰੈਟੇਜਿਕ ਡਿਸਇਨਵੈਸਟਮੈਂਟ ਨਾਂ ਦੀ ਵੀ ਇੱਕ ਚੀਜ਼ ਹੁੰਦੀ ਹੈ। ਆਖਰ ਇਹ ਡਿਸਇਨਵੈਸਟਮੈਂਟ ਤੇ ਸਟ੍ਰੈਟੇਜਿਕ ਡਿਸਇਨਵੈਸਟਮੈਂਟ ਕਰਨ ਦੀ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਦੀ। ਠੀਕ ਆ, ਪਰ ਸਰਕਾਰ ਨੇ ਸਪੋਜ਼ ਕਰੋ ਇੰਡੀਅਨ ਆਇਲ ਕਾਰਪੋਰੇਸ਼ਨ ਆ, ਉਹਦੇ 'ਚ ਸਰਕਾਰ ਦੀ ਹਿੱਸੇਦਾਰੀ ਆ 70%। ਕਿੰਨੇ % ਹਿੱਸੇਦਾਰੀ ਆ? 70%। ਸਰਕਾਰ ਚਾਹੁੰਦੀ ਆ ਕਿ ਉਹਦੀ ਹਿੱਸੇਦਾਰੀ ਨੂੰ 60% ਕਰ ਦਿਆ ਜਾਏ। ਕਿੰਨੇ % ਕੀਤਾ ਜਾਵੇ? 60% ਕਰ ਦਿੱਤਾ ਜਾਵੇ। ਕੀ ਸਰਕਾਰ ਦੀ ਮਲਕੀਅਤ ਜਾਊਗੀ ਹੱਥੋਂ ਕਿ ਨਹੀਂ? ਉਦੋਂ ਤੱਕ ਸਰਕਾਰ ਮਾਲਕ ਆ ਜਦੋਂ ਤੱਕ ਸਰਕਾਰ ਕੋਲ ਘੱਟੋ ਘੱਟ ਹਿੱਸੇਦਾਰੀ ਕਿੰਨੇ % ਆ? 50% ਆ। ਉਦੋਂ ਤੱਕ ਸਰਕਾਰ ਮਾਲਕ ਆ। ਇਹ 'ਚ ਸਰਕਾਰ ਦੀ ਮਾਲਕੀ ਗਈ? ਨਹੀਂ ਗਈ ਹਜੇ, ਕਿਉਂਕਿ ਹਜੇ ਵੀ ਹਿੱਸੇਦਾਰੀ ਸਰਕਾਰ ਦੀ ਕਿੰਨੀ ਆ? 60% ਆ। ਤੇ ਇਸ ਗੱਲ ਤੇ ਜ਼ੋਰ ਦਿਓ ਕਿ ਜੇ ਸਰਕਾਰ ਦੀ ਮਾਲਕੀ ਹਜੇ ਨਹੀਂ ਗਈ 60% ਆ, ਕੌਣ ਤੈਅ ਕਰੂਗਾ ਕਿ ਸਰਕਾਰ ਇਹ ਵੇਚ ਦੇ? ਮਤਲਬ ਫਾਈਨਲੀ ਤਾਂ ਪ੍ਰਧਾਨ ਮੰਤਰੀ ਨੇ ਮੋਹਰ ਲਾਉਣੀ ਹੁੰਦੀ ਆ, ਪਰ ਸਲਾਹ ਕੌਣ ਦਿੰਦਾ ਹੈ? 70 ਤੋਂ 60 ਕਰਨ ਦੀ, 70 ਤੋਂ 55 ਕਰਨ ਦੀ, 70 ਤੋਂ 52 ਕਰਨ ਦੀ, 70 ਤੋਂ 51 ਕਰਨ ਦੀ ਸਲਾਹ ਆ ਡਿਪਾਰਟਮੈਂਟ ਦਿੰਦਾ ਹੈ। ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸੈਟ ਮੈਨੇਜਮੈਂਟ ਵਾਲੇ ਡਿਪਾਰਟਮੈਂਟ ਦਾ ਕੰਮ ਆ ਸਰਕਾਰ ਨੂੰ ਡਿਸਇਨਵੈਸਟਮੈਂਟ ਕਰਨ ਵਾਸਤੇ ਹੌਸਲਾ ਦੇਣਾ, ਸਲਾਹ ਦੇਣੀ। ਪਰ ਸਿਰਫ ਇਹ ਸਲਾਹ ਦੇ ਸਕਦਾ ਹੈ 50% ਤੱਕ, ਤੇ ਜੇ 50% ਤੋਂ ਥੱਲੇ ਕਰਨੀ ਆ ਫਿਰ ਉਸ ਡਿਸਇਨਵੈਸਟਮੈਂਟ ਵਾਸਤੇ ਸਲਾਹ ਕੋਈ ਹੋਰ ਦਿੰਦਾ ਹੈ। ਮੈਂ ਕਿਤੇ ਨੋਟਸ 'ਚ ਲਿਖਿਆ ਤਾਂ ਨਹੀਂ, ਪਰ ਆਪਣੇ ਦਿਲ 'ਚ ਦਿਮਾਗ 'ਚ ਫਿੱਟ ਕਰ ਲਿਓ। ਉਸ ਬੋਰਡ ਦਾ ਨਾਮ ਆ ਨੀਤੀ ਆਯੋਗ। ਠੀਕ ਆ, ਪੇਪਰਾਂ 'ਚ ਪੁੱਛਿਆ ਜਾਂਦਾ ਹੁੰਦਾ ਹੈ ਕਿ ਸਟ੍ਰੈਟੇਜਿਕ ਇਨਵੈਸਟਮੈਂਟ ਦੀ ਸਲਾਹ ਕੌਣ ਦਿੰਦਾ ਹੈ? ਉਹ ਦਿੰਦਾ ਹੈ ਨੀਤੀ ਆਯੋਗ। ਬਟ ਜੇ ਆਪਾਂ ਨੂੰ ਕਿਸੇ ਨੇ ਕਿਹਾ 50% ਤੱਕ ਦੀ ਸਲਾਹ ਕੌਣ ਦਿੰਦਾ ਹੈ, ਤਾਂ ਉਹ ਕੌਣ ਦਿੰਦਾ ਹੈ? ਡਿਪਾਰਟਮੈਂਟ ਆਫ ਇਨਵੈਸਟਮੈਂਟ। ਤਾਂ ਮੋਟੇ ਤੌਰ ਤੇ ਕਿਹੜੀ ਕੰਪਨੀ ਵੇਚਣੀ ਆ, ਕਿਹੜੀ ਖਰੀਦਣੀ ਆ, ਇਹਦੀਆਂ ਸਲਾਹ ਮਸ਼ਵਰੇ ਕਰਨ ਵਾਸਤੇ ਇੱਕ ਸਪੈਸ਼ਲ ਡਿਪਾਰਟਮੈਂਟ ਬਣਾਇਆ ਹੈ। ਉਸ ਡਿਪਾਰਟਮੈਂਟ ਦਾ ਕੀ ਨਾਮ ਆ? ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸੈਟ ਮੈਨੇਜਮੈਂਟ। ਆ ਸਮਝ ਆ ਗਈ? ਠੀਕ ਆ ਜੀ, ਮੈਂ ਉਮੀਦ ਕਰਦਾ ਕਿ ਉਹ ਪੱਲੇ ਪੈ ਗਈ ਹੋਊਗੀ। ਇਹ ਗੱਲ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਆ। ਇਹ ਵੀ ਮੈਂ ਗੱਲ ਕਲੀਅਰ ਕਰਤੀ ਕਿ ਵਾਟ ਇਜ਼ ਡਿਫਰੈਂਸ ਬਿਟਵੀਨ ਡਿਸਇਨਵੈਸਟਮੈਂਟ ਐਂਡ ਸਟ੍ਰੈਟੇਜਿਕ ਇਨਵੈਸਟਮੈਂਟ। ਠੀਕ ਆ, ਸਟ੍ਰੈਟੇਜਿਕ ਡਿਸਇਨਵੈਸਟਮੈਂਟ ਤੇ ਡਿਸਇਨਵੈਸਟਮੈਂਟ 'ਚ ਫਰਕ ਕੀ ਆ, ਕਿ ਇਹਦੀ ਸਲਾਹ ਕੌਣ ਦਿੰਦਾ ਹੈ। ਹੁਣ ਤੁਸੀਂ ਕਹੋਗੇ ਫੈਸਲਾ ਕੌਣ ਕਰਦਾ ਹੈ? ਫੈਸਲਾ ਨਹੀਂ ਇਹ ਕਰਦੇ, ਫੈਸਲਾ PM ਸਾਹਿਬ ਕਰਦੇ ਆ। ਫੈਸਲਾ ਕੌਣ ਕਰਦਾ ਹੈ? ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਆਪਣੇ ਆਪ ਇਕੱਲਾ ਹੀ ਬਹਿ ਕੇ ਫੈਸਲਾ ਕਰ ਲੈਂਦਾ ਹੈ? ਨਹੀਂ, ਉਹਦੇ ਵਾਸਤੇ ਵੀ ਕੁਝ ਹੋਰ ਅੱਗੇ ਰੂਲਸ ਨੇ। ਪ੍ਰਧਾਨ ਮੰਤਰੀ ਕਿੱਥੇ ਬੈਠ ਕੇ ਫੈਸਲਾ ਕਰਦਾ ਹੈ? ਜੇ ਉਹ ਵੀ ਇੱਥੇ ਪੜਾਤਾ ਫਿਰ ਪੋਲਿਟਿਕਸ ਕੀ ਪੜਾਂਗੇ? ਤਾਂ ਪ੍ਰਧਾਨ ਮੰਤਰੀ ਦੀ ਇੱਕ ਕਮੇਟੀ ਆ ਜਿਹੜੀ ਫੈਸਲਾ ਕਰਦੀ ਆ। ਐਟ ਦੀ ਐਂਡ ਆਫ ਦੀ ਡੇ ਫੈਸਲਾ ਇੱਕ ਕਮੇਟੀ ਕਰਦੀ ਆ, ਹਾਂ ਜਾਂ ਨਾ ਉਹ ਕਮੇਟੀ ਕਰਦੀ ਆ। ਉਸ ਕਮੇਟੀ ਦਾ ਨਾਮ ਹੁੰਦਾ ਕਮੇਟੀ ਔਨ ਇਕਨੋਮਿਕ ਅਫੇਅਰਸ। ਕੀ ਨਾਮ ਹੁੰਦਾ ਹੈ? ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ। ਇਹਦੇ ਚੱਕਰਾਂ 'ਚ ਨਾ ਪਿਓ। ਪਤਾ ਕਿਉਂ? ਕਿਉਂਕਿ ਤੁਸੀਂ ਕਹੋਗੇ ਚੱਲਦੇ ਚੱਲਦੇ ਇਕਨੋਮਿਕਸ 'ਚੋਂ ਛਾਲ ਮਾਰ ਕੇ ਪੋਲਿਟੀ ਵਾਲੇ ਚੈਪਟਰ 'ਚ ਕਿਵੇਂ, ਸਬਜੈਕਟ 'ਚ ਕਿਵੇਂ ਪਹੁੰਚ ਗਏ? ਇਗਨੋਰ ਕਰ ਦਿਓ ਕਿ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ ਹੁੰਦੀ ਕੀ ਆ। ਪਰ ਉਹ ਇੱਕ ਇਹੋ ਜਿਹੀ ਕਮੇਟੀ ਹੁੰਦੀ ਆ ਜਿਹਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰ ਰਿਹਾ ਹੁੰਦਾ, ਤੇ ਉਸ ਕਮੇਟੀ ਦੀ ਜ਼ਿੰਮੇਵਾਰੀ ਕੀ ਹੁੰਦੀ ਆ? ਉਸ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰਾ ਕੁਝ ਕਰਨ ਦੀ। ਠੀਕ ਆ ਜੀ, ਤਾਂ ਇਹ ਹੋ ਗਿਆ ਡਿਪਾਰਟਮੈਂਟ ਆਫ ਡਿਸਇਨਵੈਸਟਮੈਂਟ। ਕਿਸੇ ਟਾਈਮ ਇਹਦਾ ਨਾਮ ਹੁੰਦਾ ਸੀਗਾ। ਹੁਣ ਕਹਿੰਦੇ ਕਿ ਦੇਖੋ ਪਤਾ ਗੱਲ ਕੀ ਹੁੰਦੀ ਹੈ, ਕਰਨਾ ਕੁਛ, ਦਿਖਾਉਣਾ ਕੁਛ ਤੇ ਦਿਖਣਾ ਕੁਛ, ਇਹ ਹਿਸਾਬ ਕਿਤਾਬ ਆ। ਅਸਲ 'ਚ ਕਰ ਕੀ ਰਹੇ ਆ? ਵੇਚ ਤਾਂ ਆਪਣਾ ਘਰ ਹੀ ਰਹੇ ਆ। ਠੀਕ ਆ, ਇਹ ਗੱਲ ਹੁੰਦੀ ਉਵੇਂ ਦੀ ਹੋਈ ਆ। ਠੀਕ ਆ, ਦੇਖੋ ਇੱਕ ਗੱਲ ਦੇਖੋ, ਜ਼ਮੀਨ ਵੇਚਣ ਵਾਲੇ ਲੋਕ ਦੋ ਪ੍ਰਕਾਰ ਦੇ ਹੁੰਦੇ ਆ। ਠੀਕ ਆ, ਇੱਕ ਉਹ ਲੋਕ ਜਿਹੜੇ ਪਿੰਡੋਂ ਜ਼ਮੀਨ ਵੇਚਦੇ ਆ ਤੇ ਬੜੀ ਸਟ੍ਰੈਟੇਜਿਕ ਤਰੀਕੇ ਨਾਲ ਵੇਚਦੇ ਆ ਤੇ ਬੜੇ ਤਰੀਕੇ ਦੇ ਨਾਲ ਉਹਨੂੰ ਸ਼ਹਿਰ 'ਚ ਇਨਵੈਸਟ ਕਰ ਲੈਂਦੇ ਆ। ਪਿੰਡ 'ਚੋਂ ਉਸ ਟਾਈਮ ਜ਼ਮੀਨ ਵੇਚਦੇ ਆ ਜਦੋਂ ਉੱਥੇ ਰੇਟ ਬਹੁਤ ਹਾਈਕ ਹੁੰਦੇ ਆ, ਤੇ ਸ਼ਹਿਰ ਦੇ ਉਸ ਇਲਾਕੇ 'ਚ ਜ਼ਮੀਨ ਲੈਂਦੇ ਆ ਜਾ ਕੇ। ਠੀਕ ਆ, ਉਸ ਇਲਾਕੇ 'ਚ ਜਾ ਕੇ ਪ੍ਰੋਪਰਟੀ 'ਚ ਇਨਵੈਸਟ ਕਰਦੇ ਆ ਜਿੱਥੇ ਰੇਟ ਨੇ ਅੱਗੇ ਜਾ ਕੇ ਹਾਈਕ ਹੋਣਾ ਹੁੰਦਾ। ਤੇ ਉਸ ਟਾਈਮ ਇੱਕ ਤਾਂ ਉਹਨੂੰ ਕਹਿੰਦੇ ਆ ਪੈਲੀ ਵੇਚਣਾ। ਠੀਕ ਆ, ਇੱਕ ਪੈਲੀ ਵੇਚਣਾ ਹੁੰਦਾ ਸਕੋਰਪੀਓ ਲਈ ਜਾਂ ਐਂਡੈਵਰ ਲਈ, ਉਹ ਦੂਸਰੇ ਟਾਈਪ ਦੀ ਪੈਲੀ ਵੇਚਣੀ ਹੋਗੀ। ਇਹਨਾਂ ਦੋਵਾਂ ਚੋਂ ਕਿਹੜੀ ਚੰਗੀ ਆ ਕਿਹੜੀ ਮਾੜੀ ਆ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ। ਸਰਕਾਰ ਨੇ ਇਹਨਾਂ ਦੋਵਾਂ ਚੀਜ਼ਾਂ ਨੂੰ ਅਸੀਂ ਇੰਗਲਿਸ਼ 'ਚ ਪਤਾ ਕੀ ਕਹਿੰਦੇ ਆ? ਡਿਸਇਨਵੈਸਟਮੈਂਟ।
ਇੱਕ ਜਗ੍ਹਾ ਤੋਂ ਅਸੀਂ ਡਿਸਇਨਵੈਸਟਮੈਂਟ ਕਰਤੀ। ਹੁਣ ਡਿਸਇਨਵੈਸਟਮੈਂਟ ਜਿਹੜੀ ਆ ਉਹਦੇ 'ਚ ਜੇ ਆਪਾਂ ਨੂੰ ਕਹੀਏ ਪੋਜ਼ਿਟਿਵ ਤਰੀਕੇ ਨਾਲ ਸੋਚੋ ਤਾਂ ਉਹਦਾ ਪੋਜ਼ਿਟਿਵ ਪਤਾ ਕੀ ਨਿਕਲਿਆ, ਇੱਧਰੋਂ ਕੀਤੀ ਡਿਸਇਨਵੈਸਟਮੈਂਟ ਤੇ ਕਿਸੇ ਹੋਰ ਪਾਸੇ ਜਾ ਕੇ ਕੀ ਕੀਤੀ ਆ, ਇਨਵੈਸਟਮੈਂਟ। ਜਿਹੜੀ ਤੁਹਾਡੀ ਜ਼ਮੀਨ ਸੀ ਉਹ ਕੀ ਸੀ ਤੁਹਾਡੀ ਭਲਾ, ਐਸੈਟ। ਤੁਸੀਂ ਇੱਧਰੋਂ ਡਿਸਇਨਵੈਸਟ ਕਰਕੇ ਉਹਨੂੰ ਕਿਸੇ ਹੋਰ ਜਗ੍ਹਾ ਤੇ ਐਸੈਟ ਨੂੰ ਮੈਨੇਜ ਕਰ ਲਿਆ। ਪੁਰਾਣੇ ਟਾਈਮ 'ਚ ਡਿਪਾਰਟਮੈਂਟ ਦਾ ਨਾਮ ਸੀ ਡਿਪਾਰਟਮੈਂਟ ਆਫ ਡਿਸਇਨਵੈਸਟਮੈਂਟ, ਤੇ ਮੋਦੀ ਜੀ ਨੇ ਕਹਿਤਾ ਕਿ ਇਹ ਡਿਸਇਨਵੈਸਟਮੈਂਟ ਥੋੜਾ ਹੈ, ਇੱਕ ਜਗ੍ਹਾ ਤੋਂ ਪੈਸਾ ਕੱਢ ਕੇ ਕਿਸੇ ਹੋਰ ਜਗ੍ਹਾ ਤੇ ਵਧੀਆ ਇਨਵੈਸਟ ਕਰ ਰਹੇ ਹਾਂ। ਅਸਲ 'ਚ ਪਤਾ ਕੀ ਆ, ਡਿਪਾਰਟਮੈਂਟ ਆਫ ਇਨਵੈਸਟਮੈਂਟ। ਅਸੀਂ ਇੱਥੋਂ ਪੈਲੀ ਵੇਚੀ, ਇੱਥੋਂ ਕੰਪਨੀ ਵੇਚੀ, ਉਹ ਪੈਸਾ ਕਿਤੇ ਹੋਰ ਜਗ੍ਹਾ ਤੇ ਇਨਵੈਸਟ ਕੀਤਾ ਤੇ ਆਪਣੀ ਜਿਹੜੀ ਐਸੈਟ ਸੀਗੀ ਉਹਨੂੰ ਮੈਨੇਜ ਕਰ ਲਿਆ। ਕੁਛ ਨਹੀਂ ਗਾ, ਠੀਕ ਆ, ਮਤਲਬ ਕਿ ਉੱਜੜ ਕੇ ਆਪਣੇ ਉਜਾੜੇ ਨੂੰ ਜਸਟੀਫਾਈ ਕਰਨਾ, ਇਹ ਆ ਬਸ, ਕੁਛ ਨਹੀਂ ਗਾ। ਡਿਪਾਰਟਮੈਂਟ ਦਾ ਨਾਮ, ਪਹਿਲਾਂ ਡਿਪਾਰਟਮੈਂਟ ਦਾ ਨਾਮ ਸੀ ਡਿਪਾਰਟਮੈਂਟ ਆਫ ਡਿਸਇਨਵੈਸਟਮੈਂਟ, ਹੁਣ ਨਾਮ ਆ ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸੈਟ ਮੈਨੇਜਮੈਂਟ। ਨਾਲੇ ਸਾਡੇ ਦੇਸ਼ 'ਚ ਡਿਸਇਨਵੈਸਟਮੈਂਟ ਜਾਂ ਇਨਵੈਸਟਮੈਂਟ ਇਹ ਕਿਹੜਾ ਹੁਣ ਦੀਆਂ ਚੱਲ ਰਹੀਆਂ, ਠੀਕ ਆ। ਤੇ ਅੱਜ ਦਾ ਲਾਸਟ ਟੌਪਿਕ ਤੇ ਲਾਸਟ ਡਿਪਾਰਟਮੈਂਟ, ਠੀਕ ਆ। ਹੁਣ ਇਹ ਵੀ ਗੱਲ ਸੁਣ ਲਓ, ਇੱਕ ਛੋਟੀ ਜੀ ਚੀਜ਼ ਆ ਜਿਹੜੀ ਮੈਂ ਅੱਗੇ ਜਾ ਕੇ ਪੜਾਉਣੀ ਆ, ਬਟ ਮੈਨੂੰ ਉਹ ਅਸਲ 'ਚ ਇਸ ਡਿਪਾਰਟਮੈਂਟ ਨਾਲ ਜੁੜੀ ਹੋਈ ਸੀਗੀ, ਬਟ ਮੈਨੂੰ ਲੱਗਦਾ ਮੈਂ ਲਿਖਿਆ ਉਹਨੂੰ ਇਸ ਡਿਪਾਰਟਮੈਂਟ ਦੇ ਅੰਡਰ ਆ, NIF, ਠੀਕ ਆ, ਬਟ ਹੈ ਉਹਦਾ ਰਿਲੇਸ਼ਨ ਇਸ ਡਿਪਾਰਟਮੈਂਟ ਨਾਲ ਕੀ ਆ। ਪਹਿਲਾਂ ਸਟੋਰੀ ਸੁਣੋ। ਕਹਿੰਦੇ 1950 'ਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ, 1950 ਦੇ ਨੇੜੇ, ਉਦੋਂ ਤੋਂ ਲੈ ਕੇ 1990 ਤੱਕ ਸਾਡੇ ਦੇਸ਼ 'ਚ 70, 80, 85% ਤੱਕ ਸਰਕਾਰੀ ਕੰਪਨੀਆਂ ਸੀਗੀਆਂ, ਸਾਰੀ ਇੰਡਸਟਰੀ ਸਰਕਾਰੀ ਸੀ। 90 'ਚ ਸਾਡੇ ਦੇਸ਼ 'ਚ ਮੋਦੀ ਡਾਕਟਰ ਮਨਮੋਹਨ ਸਿੰਘ ਇੱਕ ਇਹੋ ਜਿਹਾ ਮਾਡਲ ਲੈ ਕੇ ਆਏ, ਅਸੀਂ ਸਰਕਾਰੀ ਦੀ ਜਗ੍ਹਾ ਤੇ ਸਾਰਾ ਕੁਝ ਕੀ ਕਰ ਲਿਆ, ਪ੍ਰਾਈਵੇਟ। ਸਾਰੀਆਂ ਸਰਕਾਰੀ ਕੰਪਨੀਆਂ 'ਚੋਂ ਬਹੁਤੀਆਂ ਸਰਕਾਰੀ ਕੰਪਨੀਆਂ ਵੇਚਤੀਆਂ। ਅਸੀਂ ਡਿਸਇਨਵੈਸਟਮੈਂਟ ਕਰਨੀ 1990 ਤੋਂ ਹੀ ਸ਼ੁਰੂ ਕਰਤੀ ਸੀ। 1990 ਤੋਂ ਲੈ ਕੇ 1995 ਤੱਕ ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਵਿਕੀਆਂ, ਠੀਕ ਆ। ਜਿਹਨੂੰ ਤੁਸੀਂ ਅੱਜ 5911 ਕਹਿੰਦੇ ਹੋ, ਉਹ HMT ਕੰਪਨੀ ਹੁੰਦੀ ਸੀ, ਹਿੰਦੁਸਤਾਨ ਮਸ਼ੀਨ ਟੂਲਸ, ਉਹਨਾਂ ਦੁਆਰਾ ਬਣਾਇਆ ਗਿਆ ਟਰੈਕਟਰ ਹੀ ਹੁੰਦਾ ਸੀ 5911। ਹਿੰਦੁਸਤਾਨ ਮਸ਼ੀਨ ਟੂਲਸ ਇੱਕ ਸਰਕਾਰੀ ਕੰਪਨੀ ਹੁੰਦੀ ਸੀ, ਟਰੈਕਟਰ ਤੋਂ ਲੈ ਕੇ, ਕ੍ਰੇਨ ਤੋਂ ਲੈ ਕੇ ਘੜੀਆਂ ਤੱਕ ਬਣਾਉਂਦੀ ਹੁੰਦੀ ਸੀ, ਠੀਕ ਆ। ਤਾਂ ਉਹ ਸਰਕਾਰੀ ਕੰਪਨੀ ਨੂੰ ਅਸੀਂ ਹੌਲੀ ਹੌਲੀ ਡਿਸਇਨਵੈਸਟ ਕਰਤਾ ਤੇ ਪ੍ਰਾਈਵੇਟ 'ਚ ਕਨਵਰਟ ਕਰਤਾ। ਬੜੀਆਂ ਸਰਕਾਰੀ ਕੰਪਨੀਆਂ ਸੀਗੀਆਂ, ਮਰੂਤੀ ਵਗੈਰਾ, ਜਿਹੜੀਆਂ ਸਰਕਾਰੀ ਤੋਂ ਫਿਰ 1990 ਤੋਂ ਬਾਅਦ ਪ੍ਰਾਈਵੇਟ ਹੋਈਆਂ, ਸਾਨੂੰ ਸਭ ਨੂੰ ਪਤਾ ਹੈ, ਠੀਕ ਆ। ਮਰੂਤੀ ਨੂੰ ਬਾਅਦ 'ਚ ਜਦੋਂ ਮਰੂਤੀ ਪ੍ਰਾਈਵੇਟ ਹੋਈ, ਫਿਰ ਉਸ ਤੋਂ ਬਾਅਦ ਇਹਨੂੰ ਇੱਕ ਜਾਪਾਨ ਦੀ ਕੰਪਨੀ ਨਾਲ, ਸੁਜ਼ੂਕੀ ਨਾਲ ਇਹਨਾਂ ਨੇ ਕੋਲੈਬੋਰੇਟ ਕੀਤਾ, ਫਿਰ ਉਹ ਮਰੂਤੀ ਸੁਜ਼ੂਕੀ ਬਣੀ। ਕਿੰਨੀਆਂ ਸਰਕਾਰੀ ਕੰਪਨੀਆਂ ਨੂੰ ਅਸੀਂ ਡਿਸਇਨਵੈਸਟ ਕਰ ਕਰਕੇ ਪ੍ਰਾਈਵੇਟ 'ਚ ਕਨਵਰਟ ਕੀਤਾ। ਜਿਹੜਾ ਪੈਸਾ ਉਦੋਂ ਸਰਕਾਰ ਕੋਲ ਆ ਰਿਹਾ ਸੀਗਾ, ਠੀਕ ਆ, ਉਹ 'ਚੋਂ ਬਹੁਤਾ ਪੈਸਾ ਸਰਕਾਰ ਖਰਾਬ ਕਰ ਦਿੰਦੀ ਹੈ। ਜਿਹੜਾ ਘਰ 'ਚ ਸਿਆਣਾ ਬਜ਼ੁਰਗ ਹੁੰਦਾ ਨਾ, ਉਹ ਕਹਿੰਦਾ ਪੈਲੀ ਵੇਚੋ, ਕੋਈ ਪ੍ਰੋਬਲਮ ਨਹੀਂ, ਬਟ ਘੱਟੋ ਘੱਟ ਉਸ ਪੈਸੇ ਦਾ ਕੁਝ ਬਣਾ ਲਓ। ਉਸ ਪੈਸੇ ਨੂੰ ਬਣਾਉਣ ਵਾਸਤੇ 2005 'ਚ ਜਾ ਕੇ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਜਿਹੜਾ ਹੁਣ ਤੱਕ ਗਿਆ, ਘੱਟੋ ਘੱਟ ਹੁਣ ਹੀ ਕੁਛ ਚੱਜ ਦਾ ਕੰਮ ਕਰ ਲਓ। 2005 'ਚ ਅਸੀਂ ਇੱਕ ਫੰਡ ਬਣਾਇਆ, ਨਾਮ ਰੱਖਿਆ ਨੈਸ਼ਨਲ ਇਨਵੈਸਟਮੈਂਟ ਫੰਡ। ਉਹਦੇ 'ਚ ਕੀ ਸੀਗਾ ਕਿ ਜਿੰਨਾ ਡਿਸਇਨਵੈਸਟਮੈਂਟ 'ਚੋਂ ਪੈਸਾ ਹੋਊਗਾ, ਉਹ ਪੈਸਾ ਸਾਰਾ ਇਹਦੇ 'ਚ ਪਾਇਆ ਜਾਊਗਾ। ਇਹਦੇ 'ਚੋਂ 75% ਪੈਸਾ ਕਿਸੇ ਹੋਰ ਇਨਵੈਸਟਮੈਂਟ ਵਾਸਤੇ ਖਰਚਿਆ ਜਾਊਗਾ। ਕਿੰਨੇ ਪਰਸੈਂਟ? 75%। ਤੇ 25% ਸਰਕਾਰੀ ਖਰਚਿਆਂ ਲਈ, ਗਰੀਬਾਂ ਦੀਆਂ ਸਕੀਮਾਂ ਤੇ ਲਾ ਦਿਓ, ਫਲਾਣਾ ਢਮਕਾਣਾ ਸਭ ਕੁਝ ਲਾ ਦਿਓ, ਕੋਈ ਪ੍ਰੋਬਲਮ ਨਹੀਂ। 75:25 ਕਰੋ। 75 ਕਿਤੇ ਖਰਚਣਾ ਹੀ ਨਹੀਂ, ਭਾਵੇਂ ਲੋਕ ਭੁੱਖੇ ਮਰ ਜਾਣ, ਜੋ ਮਰਜ਼ੀ ਹੋ ਜੇ, ਕਿਤੇ ਨਹੀਂ ਖਰਚਣਾ। ਖੈਰ ਗੱਲ ਤਾਂ ਸਹੀ ਸੀਗੀ। 2005 ਤੋਂ ਬਾਅਦ 7-8 ਤੱਕ ਬਹੁਤ ਪੈਸਾ ਜੋੜਿਆ ਸਾਡੇ ਦੇਸ਼ ਨੇ। 8-9 'ਚ ਜਾ ਕੇ ਪਤਾ ਕੀ ਹੋ ਗਿਆ, ਪੂਰੀ ਦੁਨੀਆ 'ਚ ਰਿਸੈਸ਼ਨ ਆ ਗਿਆ, ਗਲੋਬਲ ਰਿਸੈਸ਼ਨ ਜਿਹਨੂੰ ਕਹਿੰਦੇ ਆ। ਪੂਰੀ ਦੁਨੀਆ 'ਚ ਕੋਈ ਇਹੋ ਜਿਹੀ ਗੜਬੜ ਹੋਈ, ਪੂਰੀ ਦੁਨੀਆ 'ਚ ਲੋਕ ਪ੍ਰਾਈਵੇਟ ਕੰਪਨੀਆਂ 'ਚੋਂ ਬੇਰੁਜ਼ਗਾਰ ਹੋ ਗਏ। ਜਦੋਂ 2008-9 ਦਾ ਰਿਸੈਸ਼ਨ ਆਇਆ ਨਾ, ਉਸ ਤੋਂ ਬਾਅਦ ਪਹਿਲੀ ਵਾਰ ਡਾਕਟਰ ਮਨਮੋਹਨ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹੁਣ ਸਰਕਾਰੀ ਨੌਕਰੀਆਂ ਕ੍ਰੀਏਟ ਕਰਨ ਦੀ ਲੋੜ ਆ, ਕਿਉਂਕਿ ਪ੍ਰਾਈਵੇਟ ਪਲੇਅਰ ਕਿਸੇ ਕਾਰਨ ਕਰਕੇ ਹੱਥ ਖੜੇ ਕਰ ਗਏ ਆ। ਫਿਰ 2010-11 'ਚ ਇੱਕ ਸੰਸਥਾ ਸੀ IBPS, ਇੰਡੀਅਨ ਬੈਂਕਿੰਗ ਪਰਸੋਨਲ ਪਤਾ ਨਹੀਂ ਸਰਵਿਸਿਜ਼ ਆ, ਮੈਨੂੰ ਨਾ ਸਿਲੈਕਸ਼ਨ ਕੋਈ ਬੋਰਡ, IBPS ਬੈਂਕਾਂ ਦੇ ਪੇਪਰ ਲੈਂਦੇ ਆ। ਫਿਰ ਉਸ ਸੰਸਥਾ ਨੂੰ ਮਜ਼ਬੂਤ ਕੀਤਾ ਗਿਆ ਕਿ ਜਿਵੇਂ ਮਰਜ਼ੀ ਕਰਕੇ ਹਰ ਸਾਲ ਬੈਂਕਾਂ 'ਚ ਕਲਰਕਾਂ ਦੀ ਭਰਤੀ ਕਰੋ। SSC ਨੂੰ ਮਜ਼ਬੂਤ ਕੀਤਾ ਗਿਆ। ਅਸਲ 'ਚ ਉਹ ਕੋਈ ਪਰਮਾਨੈਂਟ ਨੌਕਰੀਆਂ ਵਾਸਤੇ ਨਹੀਂ ਸੀ, ਉਹ ਇੱਕ ਪਲੈਨਿੰਗ ਸੀ ਕਿ ਜਿਹੜਾ ਯੂਥ ਬੇਰੁਜ਼ਗਾਰ ਹੋ ਗਿਆ ਨਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਇਨਵੈਸਟ ਕੀਤਾ ਜਾਵੇ। ਫਿਰ ਇੱਕ ਸਵਾਲ ਆ ਗਿਆ ਕਿ ਇੰਨੇ ਮੁਲਾਜ਼ਮਾਂ ਦੀ ਲੋੜ ਨਹੀਂ ਜਿੰਨੇ ਭਰਤੀ ਕਰ ਰਹੇ ਆ, ਤਨਖਾਹ ਕਿੱਥੋਂ ਦੇਵਾਂਗੇ?
फिर कहते ਜਿਹੜਾ 75% ਇਨਵੈਸਟਮੈਂਟ ਵਾਸਤੇ ਕੱਢਿਆ ਨਾ ਉਹਨੂੰ ਵੀ ਵਰਤ ਲਓ। ਅਸਲ 'ਚ ਉਸ ਗਲੋਬਲ ਰਿਸੈਸ਼ਨ ਦੇ ਚੱਕਰ ਦੇ ਵਿੱਚ ਅਸੀਂ ਉਹ ਪੈਸਾ ਉਧਰੋਂ ਕੱਢਿਆ, ਲੋਕਾਂ ਤੇ ਖਰਚਿਆ। ਚਲੋ ਉਹ ਵੀ ਗੱਲ ਚੰਗੀ ਆ ਕਿ ਕਈ ਲੋਕਾਂ ਦਾ ਗੁਜ਼ਾਰਾ ਹੋਇਆ, ਫਿਰ ਉਹ ਲੋਕਾਂ ਕੋਲ ਪੈਸਾ ਆਇਆ, ਜਿਨ੍ਹਾਂ ਕੋਲ ਪੈਸਾ ਆ ਗਿਆ ਫਿਰ ਉਹਨਾਂ ਨੇ ਪੈਸਾ ਖਰਚਿਆ, ਦੇਸ਼ ਦੀ ਇਕਨੋਮੀ ਟਰੈਕ ਤੇ ਚੜੀ। ਇਹ ਉਸ ਟਾਈਮ ਦੀ ਸਰਕਾਰ ਦੀ ਸਿਆਣਪ ਸੀਗੀ ਕਿ ਨੌਕਰੀਆਂ ਜਦੋਂ ਪ੍ਰਾਈਵੇਟ ਸੈਕਟਰ 'ਚੋਂ ਘਟ ਰਹੀਆਂ ਸੀ, ਕੁਛ ਹਿੱਸਾ ਉਹਦਾ ਬੈਲੈਂਸ ਕਰਨ ਵਾਸਤੇ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ। ਉਹ ਇੱਕ ਮਜਬੂਰੀ ਵਾਸਤੇ ਕੱਢੀਆਂ ਗਈਆਂ, ਪਰ ਇਹ ਵੀ ਤਾਂ ਇੱਕ ਸਿਆਣਪ ਵਾਲਾ ਫੈਸਲਾ ਹੁੰਦਾ। ਜਦੋਂ ਕਿਸੇ ਦੇਸ਼ ਦੀ ਇਕਨੋਮੀ ਟਰੈਕ ਤੇ ਨਹੀਂ ਗਈ, ਤੁਸੀਂ ਲੋਕਾਂ ਨੂੰ ਪਕੌੜੇ ਤਲਣ ਲਈ ਕਹਿ ਦਿਓ, ਇਹ ਵੀ ਕੋਈ ਸਿਆਣੀ ਗੱਲ ਨਹੀਂ। ਠੀਕ ਆ, ਉਹ ਪਕੌੜੇ ਵੀ ਅਗਲਾ ਤਾਂ ਤਲੋ ਜੇ ਖਾਣ ਵਾਲਾ ਕੋਈ ਹੋਊਗਾ। ਠੀਕ ਆ, ਤਾਂ ਕਹਿਣ ਦਾ ਮਤਲਬ ਇਹ ਆ ਕਿ ਡਿਸਇਨਵੈਸਟਮੈਂਟ ਨੈਸ਼ਨਲ ਇਨਵੈਸਟਮੈਂਟ ਫੰਡ ਕਿਸੇ ਪਰਪਸ ਲਈ 2005 ਚ ਬਣਿਆ ਸੀ ਤੇ 2009-10 ਜਾ ਕੇ ਉਹ ਪਰਪਸ ਹੀ ਡਿਲੀਟ ਹੋ ਗਿਆ। ਸਟੋਰੀ ਸਮਝ ਆ ਗਈ? ਨੈਸ਼ਨਲ ਇਨਵੈਸਟਮੈਂਟ ਫੰਡ ਕੀ ਚੀਜ਼ ਆ, ਹੁਣ ਇਹਨੂੰ ਆਪਣੇ ਆਪ ਪੜ੍ਹ ਲਿਓ। ਅੱਗੇ ਇਹਦੇ 'ਚ ਕੁਛ ਨਹੀਂ ਗਾ ਕਿ ਸ਼ੁਰੂ 'ਚ 75% ਸੀ, ਫਿਰ 2013 ਤੋਂ ਬਾਅਦ ਰਿਸਟ੍ਰਿਕਸ਼ਨਸ ਨੂੰ ਰਿਲੈਕਸ ਕਰ ਦਿੱਤਾ ਗਿਆ ਕਿ ਭਾਈ ਇਹ ਪੈਸਾ ਕਿਸੇ ਹੋਰ ਪਾਸੇ ਡਾਈਵਰਟ ਕਰੋ। ਠੀਕ ਆ, ਕਿਉਂਕਿ ਇਸ ਟਾਈਮ ਸਭ ਤੋਂ ਵੱਡਾ ਰੌਲਾ ਹੈ ਬੇਰੁਜ਼ਗਾਰੀ 'ਚੋਂ ਇੰਡੀਆ ਨੂੰ ਕੱਢਣਾ। ਤਾਂ ਇਹ ਸਾਰੀ ਸਟੋਰੀ ਆ। ਲਓ ਜੀ, ਲਾਸਟ 'ਚ ਰਹਿ ਗਿਆ ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜ਼ਿਜ਼। ਬੜੀ ਸਿੰਪਲ ਜੀ ਗੱਲ ਆ। ਪਬਲਿਕ ਇੰਟਰਪ੍ਰਾਈਜ਼ਿਜ਼ ਦੀ ਅੰਗਰੇਜ਼ੀ ਪਤਾ ਕੀ ਆ? ਸਰਕਾਰੀ ਕੰਪਨੀਆਂ। ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜ਼ਿਜ਼ ਆ ਸਰਕਾਰੀ ਕੰਪਨੀਆਂ ਦੀ ਨਿਗਰਾਨੀ ਕਰਨ ਵਾਲਾ ਡਿਪਾਰਟਮੈਂਟ। ਕੌਣ? ਸਰਕਾਰੀ ਕੰਪਨੀਆਂ ਦੀ ਨਿਗਰਾਨੀ ਕਰਨ ਵਾਲਾ ਡਿਪਾਰਟਮੈਂਟ। ਹੁਣ ਸਰਕਾਰੀ ਕੰਪਨੀਆਂ ਕਿਹੜੀਆਂ ਹੁੰਦੀਆਂ? ਕੋਲ ਇੰਡੀਆ ਲਿਮਟਿਡ, ਸਟੀਲ ਇੰਡੀਆ ਲਿਮਟਿਡ, ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ, ਹੋਰ ਕੋਈ ਵੀ ਕੰਪਨੀਆਂ ਸਰਕਾਰੀ ਕਿਸੇ ਵੀ ਤਰੀਕੇ ਦੀ ਕੰਪਨੀ ਹੋਵੇ ਜਿਹੜੀਆਂ ਸਰਕਾਰੀ ਕੰਪਨੀਆਂ ਹੈ। ਠੀਕ ਆ, ਇਹ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਆਪਾਂ ਕਹਿੰਦੇ ਆ ਪਬਲਿਕ ਇੰਟਰਪ੍ਰਾਈਜ਼ਿਜ਼। ਹੁਣ ਤੁਹਾਨੂੰ ਇਹ ਵੀ ਗੱਲ ਪਤਾ ਹੋਣੀ ਆ, ਸਰਕਾਰੀ ਕੰਪਨੀਆਂ ਵੀ ਅੱਗੇ ਦੋ ਪ੍ਰਕਾਰ ਦੀਆਂ ਨੇ, ਜਿਹੜੀਆਂ ਸੈਂਟਰ ਸਰਕਾਰ ਦੀਆਂ ਤੇ ਕਈ ਕੰਪਨੀਆਂ ਕਿਹਨਾਂ ਦੀਆਂ? ਸਟੇਟ ਗਵਰਨਮੈਂਟ ਦੀਆਂ। ਪੰਜਾਬ ਸਰਕਾਰ ਨੇ ਤਾਂ ਕੋਈ ਕੰਪਨੀ ਬਣਾਉਣ ਦਾ ਰਿਸਕ ਚੱਕਿਆ ਹੀ ਨਹੀਂ। ਠੀਕ ਆ, ਹਰਿਆਣੇ ਦੀਆਂ ਜਾਂ ਹੋਰ ਸਟੇਟਾਂ ਦੀਆਂ ਕਈ ਕੰਪਨੀਆਂ ਹੈਗੀਆਂ, ਪੰਜਾਬ ਸਰਕਾਰ ਦੀਆਂ ਕੋਈ ਬਾਹਲੀਆਂ ਤਗੜੀਆਂ ਕੰਪਨੀਆਂ ਹੈ ਨਹੀਂ। ਜਿਵੇਂ ਵੇਰਕਾ ਵੀ ਆ, ਵੇਰਕਾ ਨੂੰ ਜੇ ਪੰਜਾਬ ਸਰਕਾਰ ਚਾਹੁੰਦੀ ਤਾਂ ਐਜ਼ ਅ ਕੰਪਨੀ ਡਿਵੈਲਪ ਕਰ ਸਕਦੀ ਸੀ, ਪਰ ਵੇਰਕਾ ਦੇ ਵਿੱਚ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ, ਕਿਉਂਕਿ ਵੇਰਕਾ ਤਾਂ ਹੀ ਚੱਲੂਗੀ ਜੇ ਦੁੱਧ ਪਾਉਣਗੇ ਲੋਕ। ਇਸ ਕਰਕੇ ਵੇਰਕਾ ਨੂੰ ਐਜ਼ ਅ ਕੰਪਨੀ ਨਹੀਂ ਬਣਾਇਆ ਗਿਆ, ਵੇਰਕਾ ਨੂੰ ਐਜ਼ ਅ ਕਾਰਪੋਰੇਸ਼ਨ ਬਣਾਇਆ ਗਿਆ, ਜਿੱਥੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਗਈ ਕੋਆਪਰੇਟਿਵ ਸੁਸਾਇਟੀ ਦੇ ਤੌਰ ਤੇ। ਠੀਕ ਆ, ਪੰਜਾਬ ਦੀ ਕੋਈ ਸਰਕਾਰੀ ਕੰਪਨੀ ਮੈਨੂੰ ਯਾਦ ਨਹੀਂ ਆ ਰਹੀ ਐਗਜ਼ੈਕਟਲੀ, ਜੇ ਕੋਈ ਹੋਵੇ ਤਾਂ। ਠੀਕ ਆ, ਮਾਰਕਫੈਡ ਵਗੈਰਾ ਵੀ ਪ੍ਰੋਪਰ ਕੰਪਨੀਆਂ ਨਹੀਂ ਹੈਗੀਆਂ। ਤਾਂ ਸੈਂਟਰ ਸਰਕਾਰ ਦੀਆਂ ਕੰਪਨੀਆਂ ਤੇ ਸਾਨੂੰ ਦਿਸ ਵੀ ਰਹੀਆਂ। ਠੀਕ ਆ, ਜਿਵੇਂ ਕੋਲ ਇੰਡੀਆ ਲਿਮਟਿਡ, ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ। ਇਹ ਸਰਕਾਰੀ ਕੰਪਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ, ਇੱਕ CPE, ਇੱਕ SPE। ਸੈਂਟਰ ਗਵਰਨਮੈਂਟ ਦੀਆਂ ਪ੍ਰਾਈਵੇਟ ਪਬਲਿਕ ਇੰਟਰਪ੍ਰਾਈਜ਼ਿਜ਼, ਇੱਕ ਸਟੇਟ ਪਬਲਿਕ ਇੰਟਰਪ੍ਰਾਈਜ਼ਿਜ਼। ਜਿਹੜੀਆਂ ਸੈਂਟਰ ਦੀਆਂ ਇੰਟਰਪ੍ਰਾਈਜ਼ਿਜ਼ ਨੇ, ਠੀਕ ਆ, ਇਹ ਜਿਹੜੀਆਂ ਕੰਪਨੀਆਂ ਨੇ ਇਹ ਪਹਿਲਾਂ ਪਤਾ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦੀਆਂ ਹੁੰਦੀਆਂ ਸੀ? ਮੇਰੀ ਗੱਲ ਤੋਂ ਧਿਆਨ ਨਾਲ ਸੁਣੋ। ਇਹ ਹੁੰਦੀਆਂ ਸੀ ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਦੇ ਅੰਡਰ। ਕਿਹਦੇ ਅੰਡਰ? ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਦੇ ਅੰਡਰ। ਹੁਣ ਮੈਨੂੰ ਇੱਕ ਗੱਲ ਦੱਸੋ, ਅੱਜ ਕੱਲ ਤੁਸੀਂ ਕੀ ਸੁਣਦੇ ਹੋ? ਕੋਲ ਇੰਡੀਆ ਦੇ ਵਿੱਚੋਂ ਇੰਨੇ % ਹਿੱਸੇਦਾਰੀ ਸਰਕਾਰ ਨੇ ਵੇਚਤੀ। ਮੇਰੀ ਗੱਲ ਧਿਆਨ ਨਾਲ ਸੁਣਿਓ, ਅੱਜ ਕੱਲ ਆਪਾਂ ਕੀ ਸੁਣਦੇ ਆ ਕਿ ਕੋਲ ਇੰਡੀਆ ਦੀ ਇੰਨੇ % ਹਿੱਸੇਦਾਰੀ ਸਰਕਾਰ ਨੇ ਵੇਚਤੀ। ਆਪਾਂ ਇਹੀ ਸੁਣਦੇ ਆ, ਕੋਲ ਇੰਡੀਆ ਦੀ ਫਲਾਣੀ ਹਿੱਸੇਦਾਰੀ ਵਿਕ ਗਈ, ਢਮਕਾਣੀ ਹਿੱਸੇਦਾਰੀ ਵਿਕ ਗਈ। ਹੁਣ ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜ਼ਿਜ਼ ਕਿਹੜੀ ਮਿਨਿਸਟਰੀ ਦੇ ਅੰਡਰ ਹੁੰਦਾ ਸੀ? ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਦੇ ਅੰਡਰ। ਠੀਕ ਆ, ਕੋਲ ਇੰਡੀਆ ਦੀ ਹਿੱਸੇਦਾਰੀ ਵੇਚਣੀ ਆ, ਮਿਨਿਸਟਰੀ ਆਫ ਹੈਵੀ ਇੰਡਸਟਰੀ ਚੋਂ ਫਾਈਲ ਚੱਲਦੀ ਸੀ ਤੇ ਮਿਨਿਸਟਰੀ ਆਫ ਫਾਈਨਾਂਸ ਵਾਲਿਆਂ ਦੇ ਦਫ਼ਤਰ ਪਹੁੰਚਦੀ ਸੀ। ਉੱਥੇ ਪਬਲਿਕ ਐਸੈਟ ਮੈਨੇਜਮੈਂਟ ਵਾਲੇ ਚੈੱਕ ਕਰਦੇ ਸੀ ਇਹਦੀ ਡਿਸਇਨਵੈਸਟਮੈਂਟ ਕਰੀਏ ਕਿ ਨਾ ਕਰੀਏ। ਫਾਈਲ ਦੋ ਮਿਨਿਸਟਰੀਆਂ 'ਚ ਘੁੰਮਦੀ ਸੀ। ਫਿਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਆਹ ਡਿਪਾਰਟਮੈਂਟ ਦਾ ਕੰਮ ਕੀ ਆ? ਇਹਦੇ 'ਚ ਉਹ ਕੰਪਨੀਆਂ ਜਿਨ੍ਹਾਂ ਨੂੰ ਵੇਚਣਾ ਹੈ, ਤੇ ਵੇਚਣ ਦੀ ਜ਼ਿੰਮੇਵਾਰੀ ਕਿਹਦੀ ਆ? ਪਬਲਿਕ ਐਸੈਟ ਮੈਨੇਜਮੈਂਟ ਦੀ। ਤੁਸੀਂ ਇਦਾਂ ਕਰੋ, ਆਹ ਵਾਲਾ ਡਿਪਾਰਟਮੈਂਟ ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਤੋਂ ਚੱਕੋ ਤੇ ਕਿਹੜੇ ਡਿਪਾਰਟਮੈਂਟ, ਕਿਹੜੀ ਮਿਨਿਸਟਰੀ ਦੇ ਅੰਡਰ ਕਰ ਦੋ? ਫਾਈਨਾਂਸ ਮਿਨਿਸਟਰੀ ਦੇ ਅੰਡਰ ਕਰ ਦੋ। ਉਸ ਮਿਨਿਸਟਰੀ ਤੋਂ ਇਸ ਡਿਪਾਰਟਮੈਂਟ ਨੂੰ ਇਸ ਮਿਨਿਸਟਰੀ ਦੇ ਵਿੱਚ ਲਿਆਂਦਾ ਗਿਆ। ਇਹ ਗੱਲ 2020 ਦੀ ਹੈ ਕਿ 21 ਦੀ ਆ? ਸ਼ਾਇਦ 21 ਦੀ ਹੈ, ਪਿਛਲੇ ਸਾਲ ਹੀ ਹੋਇਆ ਹੈ ਕਾਰਨਾਮਾ। 2021 ਚ ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜ਼ਿਜ਼ ਦੇ ਮਿਨਿਸਟਰੀ ਆਫ ਹੈਵੀ ਇੰਡਸਟਰੀ ਤੋਂ ਮਿਨਿਸਟਰੀ ਆਫ ਫਾਈਨਾਂਸ ਚ ਆਉਣ ਨਾਲ ਮਿਨਿਸਟਰੀ ਆਫ ਫਾਈਨਾਂਸ ਦੇ ਜਿਹੜੇ ਡਿਪਾਰਟਮੈਂਟ ਸੀਗੇ ਉਹ 4 ਤੋਂ ਵੱਧ ਕੇ ਕਿੰਨੇ ਹੋ ਗਏ ਆ? 5। ਤਾਂ ਲਓ ਜੀ, ਆਹ ਸੀ ਆਪਣਾ ਅੱਜ ਤੱਕ ਦਾ ਲੈਕਚਰ। ਠੀਕ ਆ, ਤਾਂ ਇਹ ਡਿਪਾਰਟਮੈਂਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੀ ਆ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ NIF ਦੱਸਿਆ ਕੀ ਆ। ਠੀਕ ਆ, ਇਹਦਾ ਆਪਾਂ ਨੂੰ ਪਤਾ ਲੱਗ ਹੀ ਗਿਆ ਕੀ ਆ। ਇਸ ਤੋਂ ਬਾਅਦ ਕੱਲ ਅਸੀਂ ਪੜਾਂਗੇ, ਕਿਉਂਕਿ ਸਭ ਤੋਂ
ਔਖੀ ਇੱਕੋ ਮਿਨਿਸਟਰੀ ਸੀਗੀ, ਮਿਨਿਸਟਰੀ ਆਫ ਫਾਈਨਾਂਸ। ਬਾਕੀ ਤਾਂ 5-5 10-10 ਮਿੰਟ ਦਾ ਕੰਮ ਆਪਣੇ ਕੋਲ। ਕੱਲ ਤੋਂ ਆਪਾਂ ਸਟਾਰਟ ਕਰਾਂਗੇ ਮਿਨਿਸਟਰੀ ਆਫ ਕਾਮਰਸ, ਠੀਕ ਆ। ਇਹਦੇ 'ਚ ਅਸੀਂ ਸਾਰਾ ਕੁਝ ਪੜਾਂਗੇ ਕਿ ਅਪੇਡਾ ਕੀ ਚੀਜ਼ ਆ, ਠੀਕ ਆ, ਬਹੁਤ ਇੰਪੋਰਟੈਂਟ ਆ। ਤੇ ਨਾਲ ਆਪਾਂ ਤੁਸੀਂ ਕੀ ਕਰਨਾ, ਅੱਜ ਜਾ ਕੇ MCQs ਨਾਲ ਦੀ ਨਾਲ ਹੀ ਪੜ੍ਹਨੇ ਆ, ਠੀਕ ਆ। ਘੱਟੋ ਘੱਟ ਇੱਕ ਵਾਰ ਸਾਰੇ MCQs ਦੀ ਰੀਡਿੰਗ ਜ਼ਰੂਰ ਕਰਨੀ ਆ, ਠੀਕ ਆ। ਅਪੇਡਾ ਕੀ ਚੀਜ਼ ਆ, ਨੈਫੇਡ ਕੀ ਚੀਜ਼ ਆ, ਸਭ ਕੁਝ ਆਪਾਂ ਕਰਾਂਗੇ। ਪਰ ਅੱਜ ਜਾ ਕੇ ਇੱਕ ਵਾਰ ਰੀਡਿੰਗ ਜ਼ਰੂਰ ਦਿਓ, ਠੀਕ ਆ। ਤੇ MCQs ਨੂੰ ਵੀ ਜ਼ਰੂਰ ਦੇਖ ਲਿਓ, ਠੀਕ ਆ। ਸ਼ਾਮ ਤੱਕ ਮੈਂ ਅਪਲੋਡ ਕਰ ਹੀ ਦਊਂਗਾ। ਤਾਂ ਪਰ ਇਹ ਆ ਕਿ ਇਹਨੂੰ ਜ਼ਰੂਰ ਕਵਰ ਕਰੋ ਤਾਂ ਕਿ ਆਪਾਂ ਅੱਗੇ ਦੇਖੀਏ, ਠੀਕ ਆ। ਅੱਜ ਵਾਸਤੇ ਇੰਨਾ ਹੀ ਬਹੁਤ ਆ।